ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਅਦਾਬਸ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 9 ਜੁਲਾਈ 2025 ਹੜ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵਰਕਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਰੀ BC ਕੈਨੇਡਾ ਤੋਂ ਸਰਦਾਰ ਹਰਕੀਰਤ ਸਿੰਘ ਤੇ ਕਵਲਜੀਤ ਸਿੰਘ, ਜਿਹੜੇ ਕਿ ਸਰੀ ਕੈਨੇਡਾ ਤੋਂ ਪੰਜਾਬ ਗਾਰਡੀਅਨ ਅਖਬਾਰ ਜਿਹੜੇ ਆ ਚਲਾਉਂਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984, ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਅਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਇੱਕ ਵਾਰ ਫਿਰ ਭਾਰਤ ਦੇ ਮੂੰਹ ਤੇ ਉਹਨਾਂ ਜ਼ੋਰਦਾਰ ਚਪੇੜ ਮਾਰੀ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਵਾਈਟ ਹਾਊਸ ਵਿੱਚ ਮੀਟਿੰਗ ਦੌਰਾਨ ਇਹਨਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਪਾਕਿਸਤਾਨ ਵਿਚਾਲੇ ਜੰਗ ਅਮਰੀਕਾ ਨੇ ਰੁਕਵਾਈ ਹੈ, ਨਹੀਂ ਤਾਂ ਵੱਡੀ ਤਬਾਹੀ ਹੋਣੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਪੰਜਾਬ ਗਾਰਡੀਅਨ, ਜਿਹੜੀ ਪੰਥਕ ਹਿੱਤਾਂ ਦੀ ਗੱਲ ਕਰਨ ਵਾਲੀ ਅਖਬਾਰ ਸਰੀ ਕੈਨੇਡਾ ਤੋਂ ਛਪਦੀ ਹੈ, ਉਹਨਾਂ ਦੇ ਕਰਤਾ ਧਰਤਾ ਵੀਰ ਹਰਕੀਰਤ ਸਿੰਘ, ਵੀਰ ਕਮਲਜੀਤ ਸਿੰਘ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿੱਥੇ ਬੇਸ਼ੱਕ ਉਹਨਾਂ ਨੂੰ ਅਸੀਂ ਸਪਾਂਸਰਸ਼ਿਪ ਦੇ ਖਾਤੇ 'ਚ ਰੱਖਿਆ, ਲੇਕਿਨ ਸਾਡੀ ਡੈਲਸ ਟੈਕਸਾਸ ਦੀ ਵਿਜ਼ਿਟ ਤੋਂ ਬਾਅਦ, ਕਿਉਂਕਿ ਜੂਨ 1 ਨੂੰ ਵਿਜ਼ਿਟ ਸੀ, ਉਸ ਤੋਂ ਬਾਅਦ ਜਿਹੜਾ ਸਾਡਾ ਦੂਸਰਾ ਪੜਾਅ ਸੀ ਉਹ ਜ਼ਾਹਰਾ ਤੌਰ ਦੇ ਉੱਤੇ ਸੈਨ ਫਰਾਂਸਿਸਕੋ ਫਰੀडम ਮਾਰਚ ਸੀ, ਔਰ ਉਸ ਤੋਂ ਬਾਅਦ ਜਿਹੜਾ 14 ਜੂਨ ਵਾਲਾ ਵੀਕਐਂਡ ਸੀ ਉਹ ਸਾਡਾ ਸਰੀ ਦੇ ਵਿੱਚ, ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਸਮਰਪਿਤ 2 ਸਾਲਾ ਸਮਾਗਮ ਸਨ। ਉਹਨਾਂ ਦੇ ਸ਼ਹੀਦੀ ਮੁਕਾਮ ਦੇ ਉੱਤੇ ਖਾਲਿਸਤਾਨ ਦਾ ਝੰਡਾ ਚਲਾਇਆ ਜਾਣਾ ਸੀ ਔਰ ਉਸ ਦੇ ਨਾਲ ਜੁੜਿਆ ਹੋਇਆ ਸੈਮੀਨਾਰ ਵੀ ਇੱਕ ਦਿਨ ਪਹਿਲਾਂ ਰੱਖਿਆ ਹੋਇਆ ਸੀ। ਉਸ 'ਚ ਪਾਰਟਿਸਿਪੇਸ਼ਨ ਲਈ ਅਸੀਂ ਗਏ ਔਰ ਸਾਡੇ ਇਹਨਾਂ ਵੀਰਾਂ ਨੇ, ਜਿਨ੍ਹਾਂ ਦੇ ਵਿੱਚ ਮੈਂ ਇਹਨਾਂ ਦੋਨਾਂ ਵੀਰਾਂ ਦਾ ਨਾਂ ਲਿਆ, ਇਹਨਾਂ ਦੀ ਮੁਕੰਮਲ ਟੀਮ, ਉਹਨਾਂ ਨੇ ਐਫਰਟ ਕਰਕੇ ਟੀਵੀ 84 ਦੇ ਲਈ ਵੀ ਜਿਹੜਾ ਹੈ ਉਹ ਜੋ ਵੀ ਸ਼ਾਰਟ ਨੋਟਿਸ ਦੇ ਉੱਤੇ, ਕਿਉਂਕਿ 2 ਦਿਨ ਦਾ ਹੀ ਸਟੇ ਸੀ ਉੱਥੇ, ਉਹਨਾਂ ਨੂੰ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਰੈਕਗਨਾਈਜ਼ ਕਰਾਂਗੇ ਔਰ ਹਮੇਸ਼ਾ ਅਸੀਂ ਇਹਨਾਂ ਦੀ ਮਹਿਮਾਨ ਨਵਾਜ਼ੀ ਵੀ ਮਾਣਦੇ ਹਾਂ ਔਰ ਭਰਾਵਾਂ ਵਾਂਗ ਨੇ। ਇਸ ਸਾਰੇ ਸਫ਼ਰ 'ਚ 1990-91 ਤੋਂ ਹੀ, ਜਦੋਂ ਤੋਂ ਮੇਰਾ ਸਰੀ ਜਾਣ ਦਾ ਹੋਇਆ 1991 'ਚ ਮੇਰੀ ਪਹਿਲੀ ਵਿਜ਼ਿਟ ਸੀ, ਉਦੋਂ ਹੀ ਨਵੰਬਰ 1991 'ਚ ਯੂਬਾ ਸਿਟੀ ਦੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨਗਰ ਕੀਰਤਨ ਮੌਕੇ ਪੰਥਕ ਕਮੇਟੀ ਵੱਲੋਂ ਸਪੋਕਸਪਰਸਨ ਦੀ ਸੇਵਾ ਮਿਲੀ ਔਰ ਉਦੋਂ ਮੈਂ ਇਹ ਰਿਅਲਾਈਜ਼ ਕਰ ਲਿਆ ਸੀ ਕਿ ਜੋ ਕੁਛ 84 ਔਰ 91 ਦੇ ਵਿਚਾਲੇ ਹੋਇਆ, ਇੱਕ ਸਟੇਜ ਆਰੂਸ ਦੀ ਸੀ 84 ਤੋਂ ਇੱਕਦਮ ਬਾਅਦ, ਪਰ ਫਿਰ ਸਰਕਾਰ ਨੇ ਜਿਵੇਂ ਕਾਲੀਆਂ ਬਿੱਲੀਆਂ, ਬਲੈਕ ਕੈਟਸ ਔਰ ਇਨਫਿਲਟ੍ਰੇਸ਼ਨ ਕਰਕੇ ਜੁਝਾਰੂ ਲਹਿਰ ਨੂੰ ਬਦਨਾਮ ਕੀਤਾ ਔਰ ਫਿਰ
ਦੋ ਖਾਸ ਤੌਰ ਤੇ ਜਿਨ੍ਹਾਂ ਨੂੰ ਆਪਰੇਸ਼ਨ ਬਲੈਕ ਥੰਡਰ 1 ਤੇ ਬਲੈਕ ਥੰਡਰ 2 ਕਿਹਾ ਗਿਆ। ਹਾਲਾਂ ਬਲੈਕ ਥੰਡਰ 1 ਨੂੰ ਤਾਂ ਅਸੀਂ ਫਿਰ ਵੀ, ਕਿਉਂਕਿ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਨੇ ਜਿਹੜਾ ਹੈ ਉਹ ਐਲਾਨਿਆ ਸੀ। ਸੋ ਨੈਕਸਟ ਡੇ 30 ਅਪ੍ਰੈਲ 1986 ਨੂੰ ਭਾਰਤੀ ਕਮਾਂਡੋ ਉਹਨਾਂ ਨੇ ਦੁਬਾਰਾ ਅਟੈਕ ਕੀਤਾ ਦਰਬਾਰ ਸਾਹਿਬ, 'ਚ ਅਖੰਡ ਪਾਠ ਵੀ ਖੰਡਿਤ ਕੀਤੇ ਗਏ, ਗ੍ਰਿਫਤਾਰੀਆਂ ਵੀ ਹੋਈਆਂ। ਲੇਕਿਨ ਉਹ ਫਿਰ ਵੀ ਦੁਨੀਆ ਨੂੰ ਇਹ ਪਤਾ ਲੱਗਾ ਕਿ ਭਾਈ ਸਿੱਖ ਹੁਣ ਖਾਲਿਸਤਾਨ ਦੀ ਮੰਗ ਦੇ ਉੱਤੇ, ਔਰ ਇਹ ਬਿਲਕੁਲ ਇਸ ਗੱਲ ਦੇ ਵਿੱਚ ਵੀ 2 ਸਾਲ ਇਸ ਲਈ ਲੱਗ ਗਏ ਜੂਨ 84 ਤੋਂ 86 ਤੱਕ ਪਹੁੰਚਦੇ ਆ, ਕਿਉਂਕਿ ਏਜੰਸੀਆਂ ਵੱਲੋਂ ਇਹ ਜਿਹੜੀ ਅਫਵਾਹ ਜਿਸ ਦਾ ਸ਼ਿਕਾਰ ਬੜੇ ਬੜੇ ਸਿਆਣੇ ਲੋਕ ਵੀ ਹੋ ਗਏ ਸੀ, ਉਹ ਕਾਮਯਾਬੀ ਨਾਲ ਉਹਨਾਂ ਨੇ ਫੈਲਾਈ ਹੋਈ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉੱਥੋਂ ਜਿਹੜੇ ਨੇ ਚੜ੍ਹਦੀ ਕਲਾ ਦੇ ਵਿੱਚ ਬਾਹਰ ਨਿਕਲ ਗਏ ਔਰ ਉਹ ਅਗਵਾਈ ਦੇਣਗੇ। ਸੋ ਇਸ ਸਾਰੇ ਦੌਰ ਦਾ ਇੱਕ ਵੱਖਰਾ ਦੁਖਾਂਤਕ ਚੈਪਟਰ ਹੈ ਜਿਹੜਾ ਅੱਜ ਸਾਨੂੰ ਉਸ ਹੱਦ ਤੱਕ ਲਿਆਇਆ ਕਿ ਵੀ ਉਹੀ ਜਿਹੜੇ ਇਹ ਦਾਅਵਾ ਕਰਨ ਵਾਲੇ ਸੀ ਕਿ ਸੰਤ ਚੜ੍ਹਦੀ ਕਲਾ 'ਚ ਨੇ, ਹੁਣ ਉਹ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਲਈ ਵੋਟਾਂ ਵੀ ਮੰਗਦੇ ਨੇ, ਕੁੰਭ ਬਣਾਉਣ ਨੂੰ ਵੀ ਜਸਟੀਫਾਈ ਕਰਦੇ ਨੇ। ਸੋ ਜੇ ਤੁਸੀਂ ਇਸ ਸਾਰੇ ਨੂੰ ਇੱਕ ਅੰਦਾਜ਼ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੋ ਤਾਂ ਫਿਰ ਇਹ ਲੱਗਦਾ ਹੈ ਕਿ ਬਹੁਤ ਸਾਰੇ ਜਿਹੜੇ ਨੇ ਉਹ ਭੋਲੇ ਭਲੇ ਲੋਕ ਉਸ ਕਿਸਮ ਦੀ ਵੇਵ ਦੇ ਵਿੱਚ, ਔਰ ਇੱਕ ਤਬਕਾ ਜਿਹੜਾ ਵਿੱਚ ਹੁੰਦਾ ਹੈ ਜਿਨ੍ਹਾਂ ਨੇ ਉਹ ਸਾਰੀ ਖੇਡ ਖੇਡੀ ਹੁੰਦੀ ਹੈ, ਉਹ ਕਾਮਯਾਬ ਰਹਿੰਦੇ ਨੇ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਬਰਗਲਾਉਣ ਦੇ ਵਿੱਚ ਵੀ। ਔਰ ਇਹ ਗੱਲ ਮੈਂ ਹੁਣ ਜਦੋਂ ਟਲਹਿਰੀ ਦੇ ਵਿੱਚ ਸਮਾਗਮ ਵੀ ਸੀ, ਕੁਦਰਤੀ ਜਿਹੜਾ ਸਟੇਜ ਕੰਡਕਟ ਕਰ ਰਹੇ ਸੀ ਬਾਬਾ ਮੁਖਤਿਆਰ ਸਿੰਘ ਮੁਖੀ, ਤੇ ਮੈਨੂੰ ਯਾਦ ਹੈ ਵੀ 91 ਦੇ ਵਿੱਚ ਹੀ ਜਦੋਂ ਅਸੀਂ ਇਹ ਸੇਵਾ ਲਈ 92 'ਚ ਸਿੱਖ ਨੌਜਵਾਨਾਂ ਵੱਲੋਂ ਇੱਕ ਯੂਥ ਕੈਂਪ ਆਰਗੇਨਾਈਜ਼ ਕੀਤਾ ਜਾਣਾ ਸੀ, ਉਹਨਾਂ ਨੇ ਮੈਨੂੰ ਕਾਲ ਕੀਤਾ। ਉਹਨਾਂ ਨੇ ਕਿਹਾ ਕਿ ਜੀ ਸਾਨੂੰ ਮਤਲਬ ਕੋਈ ਐਸਾ ਸਪੀਕਰ ਚਾਹੀਦਾ ਹੈ ਦਿਓ ਜਿਹੜਾ ਕਿ ਜੂਨ 84 ਦੇ ਘੱਲੂਘਾਰੇ ਜਿਹਨੇ ਅੰਦਰ ਜੰਗ ਦੇਖਿਆ ਹੋਏ, ਉਸ ਦਾ ਹਿੱਸਾ ਹੋਏ, ਜਾਂ ਬਾਅਦ ਦੇ ਵਿੱਚ ਜਿਹੜਾ ਹੈ ਉਹ ਸਾਰੇ ਨੂੰ ਜੋਧਪੁਰ ਜੇਲ੍ਹ 'ਚ ਗਿਆ ਹੋਏ ਔਰ ਉਹਦਾ ਹਿੱਸਾ ਹੋਏ। ਤਾਂ ਉਹਨਾਂ ਦਿਨਾਂ 'ਚ ਕੁਦਰਤੀ ਮੈਨੂੰ ਇਹ ਪਤਾ ਸੀ ਕਿ ਬਾਬਾ ਮੁਖਤਿਆਰ ਸਿੰਘ ਮੁਖੀ ਜਿਨ੍ਹਾਂ ਨੇ ਬਾਅਦ ਕੁਝ ਸਾਲ ਪਹਿਲਾਂ ਜਿਹੜਾ TV 84 ਦੇ ਉੱਤੇ ਵੀ ਉਹ ਸਾਰੇ ਐਕਸਪੀਰੀਅੰਸ ਨੂੰ ਨੈਰੇਟ ਕੀਤਾ, ਅਤੇ ਉਹਨਾਂ ਨੂੰ ਮੈਂ ਕਾਲ ਕੀਤਾ। ਮੈਂ ਕਿਹਾ ਜੀ ਵੀ ਇਸ ਤਰ੍ਹਾਂ ਜਿਹੜਾ ਹੈ ਉਹ ਹੈ ਤੇ ਤੁਸੀਂ ਜੇ ਜਾ ਸਕੋ। ਕਹਿੰਦੇ ਜੀ ਮੈਂ ਜ਼ਰੂਰ ਜਾਵਾਂਗਾ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਜਿਹੜਾ ਇੱਕ ਪਾਸੇ ਇਹ ਗੱਲ ਚੱਲ ਰਹੀ ਹੈ ਸੰਸਥਾ ਵੱਲੋਂ ਵੀ ਕਿ ਸੰਤ ਚੜ੍ਹਦੀ ਕਲਾ 'ਚ ਨੇ ਤੇ ਤੁਹਾਡਾ ਉਹਦੇ ਤੇ, ਉਹਨਾਂ ਨੇ ਕਿਹਾ ਜੀ ਇਹ ਠੀਕ ਨਹੀਂ ਹੈ, ਸਗੋਂ ਅਸੀਂ ਉਹਨਾਂ 5 ਸਿੰਘਾਂ ਨੂੰ ਵੀ ਮੈਂ ਜਾਣਦਾ ਜਿਨ੍ਹਾਂ ਨੇ ਇਕੱਠੇ ਹੋ ਕੇ ਕਹਿਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸੀ ਸੰਤਾਂ ਨੂੰ ਨਿਕਲਣ ਦੀ, ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਪਿਆਰੇ ਹੋ, ਤੁਹਾਡਾ ਮੈਂ ਸਤਿਕਾਰ ਕਰਦਾ, ਪਰ ਮੈਨੂੰ ਹੋਰ ਜੋ ਕਹੋ ਮੈਂ ਮੰਨਣ ਨੂੰ ਤਿਆਰ ਹਾਂ, ਪਰ ਮੈਨੂੰ ਇਹ ਨਾ ਜਿਹੜਾ ਹੁਕਮ ਕਰਿਓ ਕਿ ਮੈਂ ਇੱਥੋਂ ਨਿਕਲਾਂ। ਸੋ ਉਹਨਾਂ ਨੇ ਕਿਹਾ ਜੀ ਸੰਤ ਸ਼ਹੀਦ ਹੋ ਗਏ। ਮੈਂ ਕਿਹਾ ਫਿਰ ਇੰਨੀ ਵੱਡੀ ਗੱਲ ਜਿਹੜੀ ਹੈ ਉਹਨੂੰ ਕਿਉਂ? ਉਹਨਾਂ ਨੇ ਕਿਹਾ ਜੀ ਹੁਣ ਅਸੀਂ ਵੀ ਜਮਾਤ ਦੇ ਡਿਸਪਲਿਨ ਵਿੱਚ ਬੱਝੇ ਹੋਏ ਹਾਂ। ਜ਼ਾਹਰ ਹੈ ਦਮਦਮੀ ਟਕਸਾਲ ਦੇ ਉਹ ਗੱਲ ਕਰਦੇ ਸੀ, ਇਸ ਲਈ ਅਸੀਂ ਕੋਈ ਗੱਲ ਪਬਲਿਕਲੀ ਨਹੀਂ ਕਹਿਣਾ ਚਾਹੁੰਦੇ। ਸੋ ਉਹ ਗਏ, ਬਾਬਾ ਮੁਖਤਿਆਰ ਸਿੰਘ ਉਹਨਾਂ ਨੂੰ ਮੁਖੀ ਕਰਕੇ ਪਿਆਰ ਨਾਲ ਕਿਹਾ ਜਾਂਦਾ, ਔਰ ਉਹ ਨੌਜਵਾਨ ਬਹੁਤ ਪ੍ਰਭਾਵਿਤ ਹੋਏ ਕਿ ਵੀ ਕਿਸ ਕਦਰ ਸਿੰਘਾਂ ਨੇ ਜੰਗ ਮਚਾਈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਮੈਂ ਪਿੱਛੇ ਮੁੜ ਕੇ ਇਹ ਸਾਰੇ ਸਫ਼ਰ ਵੱਲ ਦੇਖਦਾ ਹਾਂ ਲਗਭਗ 35 ਸਾਲ ਦੇ, ਤੇ ਉਹ ਵੀਰ ਭੈਣਾਂ ਨੇ ਜਿਹੜੇ ਕੰਸਿਸਟੈਂਟਲੀ ਤੁਰੇ ਰਹੇ। ਹਰਕੀਰਤ ਸਿੰਘ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਨੇ ਐਡੀਟਰ ਸਨ, ਕੰਮ ਕਰਦੇ ਸੀ। ਚੜ੍ਹਦੀ ਕਲਾ ਤਾਂ ਹੁਣ ਔਨ ਦਾ ਲਾਈਨ ਹੀ ਰਹਿ ਗਿਆ ਕਿਉਂਕਿ ਕੋਵਿਡ ਤੋਂ ਬਾਅਦ ਕੋਈ ਪ੍ਰਿੰਟ ਪੇਪਰ ਸਰਵਾਈਵ ਨਹੀਂ ਕਰਦਾ ਹੈ, ਔਰ ਉਸ ਤੋਂ ਕੁਛ ਇਸ ਕਿਸਮ ਦਾ ਵੀ ਵਾਪਰਦਾ ਰਿਹਾ ਜਿਹਦੇ ਥੱਲੇ ਇਨਕਨਵੀਨੀਅੰਸ ਜਾਂ ਐਸਾ ਪਾਰਟ ਵੀ ਸੀ, ਕਿਉਂਕਿ ਜਿਵੇਂ ਮੈਂ ਕਿਹਾ ਕਿ ਮੇਰੇ ਲਈ ਸਭ ਤੋਂ ਵੱਡੀ ਗੱਲ ਜਿਹੜੀ ਰੁਕਾਵਟ ਬਣੀ, ਔਰ ਸਾਡੇ ਬੜੇ ਭਲੇ ਵੀ ਦਮਦਮੀ ਟਕਸਾਲ ਨਾਲ ਸੰਬੰਧਿਤ ਸਿੰਘ ਕਈ ਵਾਰ ਸਾਡੇ ਪ੍ਰਤੀ ਉਹ ਜਿਹੜੇ ਨੇ ਉਹਨਾਂ ਦਾ ਰੁਖ ਵਿਰੋਧ ਵਾਲਾ ਰਿਹਾ, ਕਿਉਂਕਿ ਉਹ ਸਮਝਦੇ ਸੀ ਵੀ ਅਸੀਂ ਸੰਤਾਂ ਨੂੰ ਸ਼ਹੀਦ ਕਿਉਂ ਕਹਿੰਦੇ। ਉਹ ਸਾਰਾ ਸਫ਼ਰ ਵੀ ਹੋਇਆ, ਲੇਕਿਨ ਜਿਹੜੇ ਇਸ ਗੱਲ ਨੂੰ ਪਹਿਲੇ ਦਿਨ ਤੋਂ ਚੰਗੀ ਤਰ੍ਹਾਂ ਸਮਝਦੇ ਸੀ ਕਿ ਭਾਈ ਇਹ ਵੀ ਵਿਚਾਰੇ ਇਹਨਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਫੇਥ ਵਾਲੇ ਲੋਕ ਨੇ, ਇਹ ਨਹੀਂ ਹੈ ਵੀ ਉਹਨਾਂ 'ਚ ਕੋਈ ਬਦਦਿਆਨਤੀ ਸੀ। ਇੱਕ ਤਬਕਾ ਹੁੰਦਾ ਜਿਹੜਾ ਡੈਲੀਬਰੇਟ ਕਰ ਰਿਹਾ ਹੁੰਦਾ, ਬਹੁਤ ਸਾਰੇ ਉਹਦਾ ਪ੍ਰਭਾਵ ਕਬੂਲਦੇ ਨੇ, ਪਰ ਇਹ ਵੀਰ ਹਰਕੀਰਤ ਸਿੰਘ, ਕਮਲਜੀਤ ਸਿੰਘ, ਇਹਨਾਂ ਦੀ ਸਮੁੱਚੀ ਟੀਮ ਜਿਹੜੀ ਹੈ ਉਹ ਪਹਿਲੇ ਦਿਨ ਤੋਂ ਹੀ ਜਿਹੜਾ ਹੈ ਉਹ
ਮੂਵਮੈਂਟ ਪ੍ਰਤੀ ਬੜੇ ਸਪਸ਼ਟ ਰਹੇ, ਪੂਰੀ ਲਹਿਰ ਦੇ ਨਾਲ ਪਿੱਛੇ ਵੀ ਜੁੜੇ ਰਹੇ ਔਰ ਅੱਜ ਵੀ ਇਹਦੇ ਬਾਵਜੂਦ ਕਿ ਬਹੁਤ ਸਾਰੇ ਉਤਰਾ ਚੜਾ ਗੁਰਦੁਆਰਾ ਜਿਹੜਾ ਪਹਿਲਾਂ ਫੈਡਰੇਸ਼ਨ ਕੋਡ ਸੀ, ਜਿੱਥੇ ਹੁਣ ਭਾਈ ਹਰਦੀਪ ਸਿੰਘ ਨਿੱਜਰ ਜੀ ਦੇ ਪ੍ਰੈਜ਼ੀਡੈਂਟ ਰਹੇ, ਉਹ ਗੁਰਦੁਆਰਾ ਵੀ ਹੱਥੋਂ ਨਿਕਲਿਆ। ਹੋਰ ਜਿਹੜੇ ਨੇ ਉਹ ਦੂਸਰੇ ਬਲਵੰਤ ਗਿੱਲ ਔਰ ਦੂਜੀ ਸਰਕਾਰੀ ਲਾਈਨ ਆਈ, ਅਕਾਲ ਤਖਤ ਦਾ ਹੁਕਮਨਾਮਾ ਆਇਆ ਕੁਰਸੀਆਂ ਤੇ ਬਹਿ ਕੇ ਨਾ ਛਕਣ ਦਾ, ਉਹਨੇ ਸੰਗਤ ਨੂੰ ਡਿਵਾਈਡ। ਸੋ ਬਹੁਤ ਕੁਛ ਐਸਾ ਵਾਪਰਿਆ, ਲੇਕਿਨ ਇਹਨਾਂ ਵੀਰਾਂ ਨੇ ਜਿਹੜੀ ਆਪਣੀ ਲਾਈਨ ਨਹੀਂ ਛੱਡੀ। ਇਸ ਲਈ ਮੈਂ ਇਹਨਾਂ ਨੂੰ ਇਹ ਟ੍ਰਿਬਿਊਟ ਵੀ ਦਿੰਦਾ ਹਾਂ ਕਿ ਭਾਈ ਇਹ ਗੁਰੂ ਦੀ ਰਹਿਮਤ ਨਾਲ ਹੁੰਦਾ ਹੈ, ਜਦੋਂ ਕਿ ਤੁਸੀਂ ਸੱਚ ਹੱਕ ਇਨਸਾਫ ਦੇ ਰਸਤੇ ਤੇ ਤਾਂ ਤੁਰਦੇ ਹੀ ਤੁਰਦੇ ਹੋ, ਪਰ ਤੁਹਾਡੇ ਫੈਸਲੇ ਠੀਕ ਫੈਸਲੇ ਹੁੰਦੇ ਨੇ ਜਿਨ੍ਹਾਂ ਨੂੰ ਸਮਾਂ ਜਿਹੜਾ ਹੈ ਉਹ ਫਿਰ ਸਾਬਤ ਕਰਦਾ ਹੈ ਕਿ ਇਹ ਠੀਕ ਫੈਸਲੇ ਸਨ। ਸੋ ਹੁਣ ਅਸੀਂ ਗੱਲ ਆਪਣੇ ਪ੍ਰੈਜ਼ੀਡੈਂਟ ਟਰੰਪ ਦੀ ਕਰੀਏ। ਭਾਰਤ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਡਿਪਲੋਮੇਸੀ ਦੀ ਦੁਨੀਆ 'ਚ ਕੋਈ ਕਿਸੇ ਨੂੰ ਇੱਕ ਅੱਧੀ ਵਾਰੀ ਸਨੱਬ ਕਰੇ ਜਾਂ ਕੋਈ ਫੈਕਟ ਜਿਹੜਾ ਇੱਕ ਧਿਰ ਸਮਝਦੀ ਹੈ ਵੀ ਉਹ ਫੈਕਟ ਨਹੀਂ ਹੈ, ਲੇਕਿਨ ਦੂਸਰਾ ਉਹਨੂੰ ਦੂਸਰੀ ਵਾਰ ਰਿਪੀਟ ਕਰੇ ਇੱਕ ਵਾਰ ਕਹਿਣ ਤੋਂ ਬਾਅਦ, ਤੇ ਤੁਸੀਂ ਉਹਨੂੰ ਕਾਊਂਟਰ ਕਰਦੇ ਹੋ ਜਾਂ ਤੁਸੀਂ ਹਿੰਮਤ ਕਰਦੇ ਹੋ ਉਸ ਨੂੰ ਕਾਊਂਟਰ ਕਰਨ ਦੀ। ਬੇਸ਼ੱਕ ਅਸੀਂ ਨਾ ਵੀ ਜ਼ੈਲੈਂਸਕੀ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਹੈ, ਹੁਣ ਉਹ ਪੋਪ ਦੇ ਕੋਲ ਬੈਠਾ ਹੈ ਔਰ ਰਸ਼ੀਆ ਨੇ ਬਹੁਤ ਤਬਾਹੀ ਮਚਾਈ ਹੋਈ ਹੈ। ਅਮਰੀਕਾ ਦੀ ਅਸਪਸ਼ਟ ਨੀਤੀ ਨੇ ਰਸ਼ੀਆ ਨੂੰ ਹੋਰ ਵੀ ਹੌਸਲਾ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਪਰਵਾਹ ਕਰਦੇ ਟਰੰਪ ਕੀ ਕਹਿੰਦਾ ਜਾਂ ਦੂਸਰਾ। ਸੋ ਉਹਦੇ ਥੱਲੇ ਉਹ ਹੁਣ ਪੋਪ ਦੇ ਕੋਲ ਹੈ, ਪੋਪ ਕਹਿੰਦਾ ਮੈਂ ਕਰ ਦਿੰਦਾ ਵਿਚੋਲਗੀ, ਪਰ ਰਸ਼ੀਆ ਜਾਂ ਦੂਜਾ ਉਹਨਾਂ ਦਾ ਆਪਣੇ ਟਾਰਗੇਟ ਨੇ। ਔਰ ਜਿਹੜੀ ਡਿਪਲੋਮੇਸੀ ਜਾਂ ਦੂਸਰੀ ਦੀ ਖੇਡ ਹੁੰਦੀ ਹੈ, ਇਹ ਵੀ ਹਾਥੀ ਦੇ ਦੰਦਾਂ ਵਾਲੀ ਹੁੰਦੀ ਹੈ ਕਿ ਖਾਣ ਵਾਲੇ ਹੋਰ ਹੁੰਦੇ ਨੇ, ਦਿਖਾਉਣ ਵਾਲੇ ਹੋਰ ਹੁੰਦੇ ਨੇ। ਤੁਹਾਡਾ ਅਲਟੀਮੇਟ ਜਿਹੜਾ ਆਬਜੈਕਟਿਵ ਉਹ ਡਿਫਰੈਂਟ ਹੁੰਦਾ ਹੈ। ਸੋ ਲੇਕਿਨ ਮੈਂ ਇਸ ਗੱਲੋਂ ਜ਼ੈਲੈਂਸਕੀ ਨੂੰ ਐਡਮਾਇਰ ਕਰਦਾ ਹਾਂ ਕਿ ਵੀ ਜਦੋਂ ਉਹਨੇ ਵਾਈਟ ਹਾਊਸ ਵਿਜ਼ਿਟ ਕੀਤਾ, ਉਸ ਦੇ ਉੱਤੇ ਜਿਹੜੀ ਦਲੀਲ ਕੋਈ ਦੇਣੀ ਚਾਹੀ, ਜਿਹੜੀ ਉਹਨੂੰ ਲੱਗਾ ਕਿ ਵੀ ਨਹੀਂ ਇਹ ਸਾਡੇ ਲੋਕਾਂ ਦਾ ਜਿਹੜਾ ਹੈ ਜਾਂ ਜੋ ਸਾਡੇ ਨਾਲ ਹੋ ਰਿਹਾ ਉਸ ਦੀ ਠੀਕ ਨਕਾਸ਼ੀ ਨਹੀਂ ਹੈ, ਇਹ ਸਾਰੀ ਸਟੇਟਮੈਂਟਸ ਵਿਰੋਧ ਕੀਤਾ। ਹਾਲਾਂ ਉਹਦੀ ਹਿਊਮਿਲੇਸ਼ਨ ਵੀ ਹੋਈ, ਬਿਨਾਂ ਖਾਣਾ ਖਾਏ ਉਹਨਾਂ ਦੀ ਸਾਰੀ ਟੀਮ ਗਈ, ਟਰੰਪ ਨੇ ਔਰ ਦੂਸਰੇ ਵੀ ਨੈਗੇਸ਼ਨ ਕੀਤੀ। ਪਰ ਕੁਝ ਚੀਜ਼ਾਂ ਨੇ ਕਿ ਵੀ ਜਿੱਥੇ ਤੁਸੀਂ ਜੇ ਇੱਕ ਰਸਤੇ 'ਤੇ ਤੁਰੇ ਹੋ, ਤੁਸੀਂ ਕੋਈ ਲਾਈਨ ਲਈ ਹੈ ਬਾਈ ਕਨਵਿਕਸ਼ਨ ਐਂਡ ਬਾਈ ਟਰੂਥ, ਤੇ ਫਿਰ ਉਸ 'ਤੇ ਖਲੋਣਾ ਬਣਦਾ, ਉਸ ਤੋਂ ਭਗੌੜਾਪਨ ਨਹੀਂ ਬਣਦਾ। ਪਰ ਵਾਰੇ ਜਾਈਏ ਭਾਰਤ ਦੇ ਹਾਕਮਾਂ ਦੇ ਔਰ ਉਹਨਾਂ ਦੀ ਇਹ ਸਾਰੀ ਹਿੰਦੂਤਵੀ ਸੋਚ ਵਾਲੇ ਲੋਕਾਂ ਦੇ ਕਿ ਜੁੱਤੀਆਂ ਤੇ ਜੁੱਤੀਆਂ ਖਾ ਰਹੇ ਨੇ ਔਰ ਮੂੰਹ 'ਚੋਂ ਜਿਹੜੀ ਇਹਨਾਂ ਦੀ ਆਵਾਜ਼ ਨਹੀਂ ਨਿਕਲਦੀ ਹੈ। ਇੱਕ ਤਾਂ ਇਹ ਸਦੀਆਂ ਦੀ ਗੁਲਾਮੀ ਦਾ ਵੀ ਅਹਿਸਾਸ ਹੈ, ਆਜ਼ਾਦ ਲੋਕ ਜਾਂ ਆਜ਼ਾਦੀ ਪਸੰਦ ਲੋਕ ਇਵੇਂ ਨਹੀਂ ਹੁੰਦੇ। ਦੂਸਰਾ ਇਹਨਾਂ ਦੇ ਕੋਲ ਇੰਨਾ ਕੁਛ ਛਪਾਉਣ ਲਈ ਹੈ ਔਰ ਇੰਨਾ ਝੂਠ ਬੋਲ ਕੇ ਇਹਨਾਂ ਨੇ ਆਪਣਾ ਸਾਰਾ ਕੇਸ ਬਿਲਟ ਕੀਤਾ ਹੋਇਆ ਕਿ ਝੂਠਾ ਬੰਦਾ ਕਿਸੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰ ਸਕਦਾ। ਇੱਕ ਸਾਡੇ ਮਾਤਾ ਜੀ ਇਹ ਫਰੇਜ਼ ਇਸਤੇਮਾਲ ਕਰਦੇ ਹੁੰਦੇ ਸੀ ਕਿ ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ, ਕਿ ਜਦੋਂ ਤੁਸੀਂ ਕਿਸੇ ਦੀ ਮਰਜ਼ੀ ਤੇ ਹੁੰਦੇ ਹੋ, ਕਿਸੇ ਦੇ ਜਿਹੜਾ ਉਹ ਹਿੱਤਾਂ ਦੇ ਲਈ ਤੁਸੀਂ ਕਿਸੇ ਦੀ ਖੁਸ਼ਾਮਦ ਕਰ ਰਹੇ ਹੁੰਦੇ ਹੋ, ਤੇ ਤੁਹਾਡੀਆਂ ਅੱਖਾਂ 'ਚ ਸ਼ਰਮਾਹਟ ਹੋਏਗੀ, ਅੱਖਾਂ 'ਚ ਬੇਖੌਫਪਨਾ ਨਹੀਂ ਹੁੰਦਾ। ਤੁਸੀਂ ਅੱਖਾਂ 'ਚ ਅੱਖਾਂ ਪਾ ਕੇ ਸਿਰਫ ਸਚਿਆਰਾ ਬੰਦਾ, ਫਕੀਰ ਬੰਦਾ ਗੱਲ ਕਰ ਸਕਦਾ ਹੈ। ਉਹਨਾਂ ਨੂੰ ਹੁੰਦਾ ਵੀ ਮੇਰਾ ਕੀ ਵਿਗਾੜ ਲੈਣਗੇ, ਤੇ ਜਿਨ੍ਹਾਂ ਦੇ ਹਿੱਤ ਜੁੜੇ ਹੁੰਦੇ ਨੇ, ਜੇ ਮੈਂ ਇਹ ਕਿਹਾ ਤੇ ਉਹ ਹੋਏਗਾ, ਉਹ ਕਿਹਾ ਤੇ ਇਹ ਹੋਏਗਾ, ਉਹ ਸਾਰੇ ਹੀ। ਹੁਣ ਜਿਵੇਂ ਐਲਨ ਮਸਕ ਔਰ ਟਰੰਪ ਦੀ ਖੜਕੀ ਹੈ, ਅੱਜ ਮੈਂ ਦੇਖ ਰਿਹਾ ਸੀ ਕਿ ਐਲਨ ਮਸਕ ਦੇ ਬੜੇ ਕਰੀਬੀ ਨੇ, ਉਹ ਵੀ ਕੋਈ ਰਿਜ਼ਾਈਨ ਕਰ ਰਿਹਾ, ਕੋਈ ਇੱਧਰ ਜਾ ਰਿਹਾ, ਕੋਈ ਉੱਧਰ ਜਾ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਜਿਹੜਾ ਮਹਾਯੁੱਧ ਹੋਣਾ ਹੈ। ਐਲਨ ਮਸਕ ਨੇ ਆਲਰੇਡੀ ਪੋਲੀਟੀਕਲ ਪਾਰਟੀ ਬਣਾਉਣ ਦਾ ਐਲਾਨ ਵੀ ਕਰਤਾ ਹੈ। ਟੈਸਲਾ ਦੇ ਸ਼ੇਅਰ ਵੀ ਥੱਲੇ ਨੂੰ ਜਾ ਰਹੇ ਨੇ, ਭਾਵੇਂ ਅਲੱਗ ਬੋਰਡ ਆਫ ਡਾਇਰੈਕਟਰਸ ਬਣਾਇਆ ਹੋਇਆ, ਉਹ ਵੀ ਕਹਿ ਰਹੇ ਨੇ ਭਾਈ ਜੇ ਪੋਲੀਟਿਕਸ ਗਏ ਤੇ ਇੱਧਰ ਕੀ ਹੋਏਗਾ। ਹਾਲਾਂ ਅੱਜ ਵੀ ਜਿਹੜਾ ਐਲਨ ਮਸਕ ਹੈ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ, ਪਰ ਜਦੋਂ ਤੁਸੀਂ ਪੋਲੀਟੀਕਲ ਔਰ ਫਾਈਨੈਂਸ਼ੀਅਲ ਇੰਟਰਸਟ ਦੋਨਾਂ ਨੂੰ ਕੰਬਾਈਨ ਕਰਕੇ ਕਰੋਗੇ ਤਾਂ ਜੇ ਤਾਂ ਪੋਲੀਟਿਕਸ ਤੁਹਾਡੀ ਚੜਾਈ ਦੀ ਹੈ ਫਿਰ ਤਾਂ ਉਹਦੇ 'ਚ ਵੀ ਫਾਇਦਾ ਹੁੰਦਾ, ਅਦਰਵਾਈਜ਼ ਫਿਰ ਨਿਵਾਣ ਵਾਲਾ ਪਾਰਟ ਹੁੰਦਾ। ਇਹ ਮੈਂ ਸਾਰਾ ਇਸ ਲਈ ਕਹਿ ਰਿਹਾ ਕਿ ਵੀ ਇਹ ਇੰਨੇ ਬੇਗੈਰਤ ਮੋਦੀ ਔਰ ਅਮਿਤ ਸ਼ਾਹ ਔਰ ਐਸ ਜੈ ਸ਼ੰਕਰ ਇਹਨਾਂ ਦਾ ਲਾਣਾ ਹੈ। ਹੁਣ 4 ਰੋਜ਼ਾ 22 ਅਪ੍ਰੈਲ ਨੂੰ ਪਹਿਲਗਾਮ ਦਾ ਵਾਕਿਆ ਹੁੰਦਾ, ਫਾਲਸ ਫਲੈਗ ਆਪਰੇਸ਼ਨ, ਵੈਰੀ ਕਲੀਅਰਲੀ ਉਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਔਰ ਜਿਹੜਾ ਇਹਨਾਂ ਨੇ ਆਪਣੇ 59 ਮੈਂਬਰ ਪਾਰਲੀਮੈਂਟਸ ਔਰ ਐਕਸ ਹਾਇਰ ਜਿਹੜੇ ਕੋਈ ਸਟੇਟ ਆਫੀਸ਼ੀਅਲ ਸੀ
ਉਹਨਾਂ ਦੇ ਡੈਲੀਗੇਸ਼ਨ 38-39 ਮੁਲਕਾਂ 'ਚ ਭੇਜੇ, ਕਿਸੇ ਇੱਕ ਮੁਲਕ ਨੇ ਵੀ ਇਹਨਾਂ ਦੇ ਸਟੈਂਡ ਨੂੰ ਐਂਡੋਰਸ ਨਹੀਂ ਕੀਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੀਟਿੰਗ ਏਸ਼ੀਆਨ ਦੀ ਹੋਏ ਜਾਂ ਬ੍ਰਿਕਸ ਦੀ ਹੋਏ, ਪਾਕਿਸਤਾਨ ਨੂੰ ਜਿਹੜੀ ਬਲੇਮ ਕਰਵਾਉਣ ਦੀ ਇਹਨਾਂ ਦੀ ਲਾਈਨ ਸੀ ਉਹ ਮੁਕੰਮਲ ਤੌਰ ਦੇ ਉੱਤੇ ਫੇਲ ਹੋਈ। ਹੁਣ ਦੂਸਰਾ ਪਾਰਟ, ਜਦੋਂ ਇਹ ਆਪਣੀ ਆਡੀਅנס ਨੂੰ ਇਹ ਉਹਨਾਂ ਨੇ ਸੌਦਾ ਵੇਚਿਆ ਕਿ ਦੇਖੋ ਅਸੀਂ ਘਰ ਮੇ ਘੁਸ ਕੇ ਮਾਰਾ, ਅਸੀਂ ਪਾਕਿਸਤਾਨ ਦੀਆਂ 9 ਇੰਸਟਾਲਮੈਂਟਸ, ਉਹਨਾਂ ਦੇ ਹਜ਼ਾਰਾਂ ਜਿਹੜੇ ਦਹਿਸ਼ਤਗਰਦ ਲਸ਼ਕਰ ਤੋਇਬਾ ਔਰ ਜੈਸ਼ ਮੁਹੰਮਦ ਦੇ ਉਹ ਮਾਰਤੇ ਤੇ ਦੂਜੇ ਤੀਜੇ। ਪਰ ਜਦੋਂ ਇਹ ਸਾਹਮਣੇ ਆਇਆ ਕਿ ਭਾਈ ਇਹ ਜਿਹੜਾ ਇਹ 22 ਅਪ੍ਰੈਲ ਦੇ ਪਹਿਲਗਾਮ ਵਾਕਿਆ ਤੋਂ ਬਾਅਦ 7, 8, 9, 10 4 ਦਿਨਾਂ ਦੇ ਵਿੱਚ ਜਿਹੜਾ ਟੱਕਰ ਹੋਈ ਮਿਸਲ ਡਰੋਨ ਵਾਰਫੇਅਰ ਜਿਹਨੂੰ ਕਿਹਾ ਜਾਂਦਾ ਹੈ, ਕਿਉਂਕਿ ਨਾ 에ਅਰ ਸਪੇਸ ਵਾਇਲੇਟ ਹੋਇਆ ਨਾ ਗਰਾਊਂਡ ਦੇ ਉੱਤੇ ਫੌਜ ਅੱਗੇ ਵਧੀ, ਉਸ ਦੇ ਵਿੱਚ ਭਾਰਤ ਨੂੰ ਮੂੰਹ ਦੀ ਖਾਣੀ ਪਈ। ਉਹਨਾਂ ਦੇ 5 ਜਾਂ 6 ਰਾਫੇਲ ਜਹਾਜ਼ ਵੀ ਡਿਗੇ, ਉਹਨਾਂ ਦੇ ਆਦਮਪੁਰ ਔਰ ਦੂਸਰੇ ਜਿਹੜੇ ਬੇਸ ਨੇ ਉਹਨਾਂ ਦਾ ਨੁਕਸਾਨ ਵੀ ਹੋਇਆ। ਔਰ ਇਸ ਸਾਰੇ ਦੇ ਵਿੱਚ ਪਾਕਿਸਤਾਨ ਦੀ 에ਅਰ ਫੋਰਸ ਨੇ ਆਪਣੀ ਸੁਪੀਰੀਅਰਿਟੀ ਜਿਹੜੀ ਹੈ ਉਹ ਦਿਖਾਈ। ਹੁਣ ਇਹ ਸਾਰੇ ਤੋਂ ਬਾਅਦ ਕਿਉਂਕਿ ਭਾਰਤ ਦਾ ਇਹਦੇ ਤੇ ਆਬਜੈਕਟਿਵ ਕੀ ਸੀ, ਫਾਲਸ ਫਲੈਗ ਕਰਕੇ ਹਾਸਲ ਕੀ ਕਰਨਾ ਚਾਹੁੰਦੇ ਸੀ? ਹਾਸਲ ਤਾਂ ਇਹ ਸੀ ਕਿ ਜੀ ਆਪਣੇ ਲੋਕਾਂ 'ਚ ਸੌਦਾ ਵੇਚਣਾ ਚਾਹੁੰਦੇ ਸੀ ਬੱਲੇ ਬੱਲੇ। ਔਰ ਦੂਸਰਾ, ਹੁਣ ਜਦੋਂ ਸਡਨਲੀ 4 ਦਿਨਾਂ ਬਾਅਦ ਭਾਰਤ ਨੇ ਔਰ ਉਹਨਾਂ ਦੇ ਜਿਹੜੇ ਸੈਕਟਰੀ ਸੀ ਫੋਰਨ ਮਿਨਿਸਟਰੀ ਦੇ ਮਿਸਟਰ ਬਿਕਰਮ ਮਿਸ਼ਰੀ, ਉਹਨੇ ਸੀਜ਼ ਫਾਇਰ ਦਾ ਐਲਾਨ ਕੀਤਾ ਤੇ ਲੋਕਾਂ 'ਚ ਇੰਨਾ ਕੁ ਗੁੱਸਾ ਸੀ ਕਿ ਵੀ ਤੁਸੀਂ ਤਾਂ ਕਹਿ ਰਹੇ ਹੋ ਅਸੀਂ ਜਿੱਤ ਰਹੇ ਹਾਂ, ਅਸੀਂ ਹੁਣ ਪਾਕਿਸਤਾਨ ਨੂੰ ਠੋਕਾਂਗੇ। ਤੁਹਾਡੇ ਐਂਕਰ ਬੈਠੇ ਕਹਿ ਰਹੇ ਨੇ ਜੀ ਇਸਲਾਮਾਬਾਦ ਸਾਡੀ ਫੌਜ ਪਹੁੰਚ ਗਈ, ਕਰਾਚੀ 'ਚ ਇਹ ਹੋ ਗਿਆ, ਲਾਹੌਰ 'ਚ ਅਸੀਂ ਕਾਫੀ ਪੀ ਰਹੇ ਹਾਂ ਤੇ ਅਸੀਂ ਫਲਾਣਾ ਕਰ ਰਹੇ ਹਾਂ, ਤੇ ਇਹ ਸਾਰਾ ਕੀ ਹੈ? ਔਰ ਇੰਨੀ ਕੁ ਹੇਟ ਮੇਲ ਉਹਦੇ ਗਈ, ਉਹਦੇ ਪਰਿਵਾਰ ਨੂੰ, ਉਹਦੀ ਬੇਟੀ ਨੂੰ, ਦੂਜੇ ਵੀ ਟਾਰਗੇਟ ਕਰਦੇ ਆ ਕਿ ਉਹ ਅਕਾਊਂਟ ਉਹਨਾਂ ਨੂੰ ਬੰਦ ਕਰਨਾ ਪਿਆ। ਹੁਣ ਇਹ ਸਾਰਾ ਪਾਰਟ ਜਿਹੜਾ ਹੈ ਇਹ ਵਾਕਈ ਸਮਝ ਤੋਂ ਪਰੇ ਸੀ, ਕਿਉਂਕਿ ਐਗਰੈਸਰ ਤਾਂ ਇੰਡੀਆ ਸੀ, ਭਾਵੇਂ ਉਹਨੇ ਉਹ ਫਾਲਸ ਫਲੈਗ ਦਾ ਸਹਾਰਾ ਲਿਆ ਕਿ ਵੀ ਅਚਾਨਕ ਹੋਇਆ ਕੀ। ਅੰਟਿਲ ਅਨਲੈਸ ਇਹ ਕੋਈ ਹੋਰ ਗੱਲ ਹੋਈ ਹੁੰਦੀ ਜਿਹੜੀ ਭਾਰਤ ਵਾਲੇ ਆਪਣੇ ਨੈਰੇਟਿਵ 'ਚ ਬਿਲਡ ਕਰਦੇ। ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਇਹ ਕਿਹਾ ਕਿ ਭਾਈ ਇਹ ਜਿਹੜੀ ਵਾਰ ਹੈ ਖਤਰਨਾਕ ਲੈਵਲ ਤੇ ਚਲੀ ਗਈ ਸੀ, ਦੋਨੋਂ ਨਿਊਕਲੀਅਰ ਪਾਵਰਸ ਨੇ, ਨਿਊਕਲੀਅਰ ਜੰਗ ਹੋਣ ਦੀ ਇਹ ਸੰਭਾਵਨਾ ਸੀ, ਬਹੁਤ ਲੱਖਾਂ ਲੋਕ ਮਾਰੇ ਜਾਂਦੇ। ਔਰ ਮੈਂ ਆਪਣੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਔਰ ਆਪਣੇ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਨੂੰ ਇਹ ਕਿਹਾ ਕਿ ਭਾਈ ਇਸ ਨੂੰ ਕਰੋ, ਰੁਕਵਾਓ ਇਸ ਨੂੰ। ਔਰ ਉਹਨਾਂ ਨੇ ਪਾਕਿਸਤਾਨ ਦੇ ਫੌਜੀ ਚੀਫ ਜਾਂ ਸਿਵਲੀਅਨ ਐਡਮਿਨਿਸਟ੍ਰੇਸ਼ਨ ਔਰ ਭਾਰਤ ਦੇ ਮੋਦੀ ਔਰ ਐਸ ਜੈ ਸ਼ੰਕਰ ਔਰ ਉਹਨਾਂ ਦੇ ਨਾਲ ਰਾਬਤਾ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਅਮਰੀਕਾ ਦੀ ਸਾਡੀ ਇੰਟਰਵੈਂਸ਼ਨ ਦੇ ਨਾਲ ਇਹ ਜਿਹੜੀ ਇੱਕ ਤਬਾਹੀ ਦਾ ਇੱਕ ਕਗਾਰ ਵੱਲ ਪਹੁੰਚ ਗਏ ਸੀ ਉਸ ਨੂੰ ਰੋਕਿਆ ਗਿਆ। ਹੁਣ ਜਿਹੜਾ ਭਾਰਤ ਆਪਣੇ ਲੋਕਾਂ ਨੂੰ ਵੀ ਸਾਡੀ ਇੰਡੀਪੈਂਡੈਂਟ ਫੋਰਨ ਪਾਲਿਸੀ ਹੈ, ਅਸੀਂ ਕਿਸੇ ਦੀ ਨਹੀਂ ਸੁਣਦੇ, ਕਸ਼ਮੀਰ ਦਾ ਮੁੱਦਾ ਜਿਹੜਾ ਉਹ ਵੀ ਅਸੀਂ ਬਾਈਲੈਟਰਲ ਕਰਾਂਗੇ, ਕਿਉਂਕਿ ਜਿਹੜੀ ਸਟੇਟਮੈਂਟ ਇਮੀਡੀਏਟ ਮਾਰਕੋ ਰੂਬੀਓ ਨੇ ਦਿੱਤੀ ਉਹਦੇ 'ਚ ਉਹਨੇ ਇਹ ਵੀ ਕਿਹਾ ਕਿ ਭਾਈ ਇਹ ਰੋਕੀ ਗਈ, ਸੀਜ਼ ਫਾਇਰ ਅਮਰੀਕਾ ਨੇ ਕਰਵਾਇਆ। ਉਹਨਾਂ ਨੇ ਕਿਹਾ ਵੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਦੋਵਾਂ ਮੁਲਕਾਂ 'ਚ ਗੱਲਬਾਤ ਕਿਸੇ ਨਿਊਟਰਲ ਪਲੇਸ ਤੇ ਹੋਏਗੀ। ਔਰ ਇਹ ਵੀ ਕਿਆ ਸਰਾਈਆਂ ਹੋਣ ਲੱਗ ਗਈਆਂ ਕਿ ਸਾਊਦੀ ਅਰੇਬੀਆ 'ਚ ਹੋਏਗੀ, ਕਤਰ 'ਚ ਹੋਏਗੀ, ਫਲਾਣਾ ਟਮਕਾ। ਸੋ ਜਿਹੜਾ ਭਾਰਤ ਦਾ ਨੈਰੇਟਿਵ ਸੀ ਕਿ ਜੀ ਕਸ਼ਮੀਰ ਮੁੱਦਾ ਬਾਈਲੈਟਰਲ ਹੈ, ਅਸੀਂ ਉਹ ਵੀ ਆ ਗਈ ਗੱਲ ਵਿਚਕਾਰ। ਔਰ ਇਹ ਵੀ ਆ ਗਿਆ ਕਿ ਵੀ ਭਾਰਤ ਜਿਹੜਾ ਉਹ ਹੁਣ ਇਹ ਅਜੇ ਤੱਕ ਵਿੱਚ ਹਿੰਜ ਹੈ ਵੀ ਅਮਰੀਕਾ ਨੂੰ ਅਪਰੋਚ ਕਿਹਨੇ ਕੀਤਾ? ਜ਼ਾਹਰ ਹੈ ਭਾਰਤ ਨੇ ਕੀਤਾ, ਕਿਉਂਕਿ ਅਗਰੈਸਰ ਤਾਂ ਭਾਰਤ ਸੀ। ਭਾਰਤ ਨੇ ਤਾਂ ਆਪਣਾ ਮਿਸ਼ਨ ਅਕੰਪਲਿਸ਼ ਕੀ ਕਰਨਾ ਸੀ ਕੀ ਨਹੀਂ, ਉਹ ਤਾਂ ਜੇ ਉਹਨਾਂ ਦੇ ਐਂਕਰ ਉਹ ਸਾਰੀਆਂ ਕਹਾਣੀਆਂ ਸੁਣਾ ਰਹੇ ਸੀ ਵੀ ਇਹ ਕੈਪਚਰ ਕਰ ਲਿਆ, ਉਹ ਆਲਰੇਡੀ ਉਹਨਾਂ ਨੂੰ ਸਕ੍ਰਿਪਟ ਦਿੱਤੀ ਹੋਈ ਸੀ। ਪਰ ਹਕੀਕਤ ਦੇ ਵਿੱਚ ਜੋ ਕੁਝ ਹੋਇਆ ਪਹਿਲੇ 24 ਘੰਟੇ ਬਾਅਦ ਉਹਨਾਂ ਨੂੰ ਤਾਂ ਆਪਣੀ ਸਾਰੀ 에ਅਰ ਫੋਰਸ ਗਰਾਊਂਡਡ ਕਰਨੀ ਪਈ। ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਉਹਨਾਂ ਨੇ ਫਿਰ ਆਪਣਾ ਉਹ ਜਿਹੜਾ ਵੱਡਾ ਚੌੜਾ ਡੈਲੀਗੇਸ਼ਨ ਭੇਜਿਆ ਦੁਨੀਆ ਦੇ ਮੁਲਕਾਂ 'ਚ, ਉਹਨਾਂ 'ਚ ਉਹ ਵੀ ਨਹੀਂ ਵਿਕਿਆ ਹੈ। ਔਰ ਇਸ ਸਾਰੇ ਪੀਰੀਅਡ 'ਚ ਰਿਪੀਟਡਲੀ ਟਰੰਪ ਨੇ 18 ਵਾਰ ਤਾਂ ਉਹ ਪਹਿਲਾਂ ਇਸ ਦਾ ਦਾਅਵਾ ਕਰ ਚੁੱਕੇ ਨੇ, ਔਰ ਇਹ ਲਿਟਰਲੀ 18 ਟਾਈਮਸ ਕਿ ਮੈਂ ਇਹ ਜੰਗ ਰੁਕਵਾਈ, ਨਹੀਂ ਤਾਂ ਬਹੁਤ ਤਬਾਹੀ ਹੋਣੀ ਸੀ। ਹੁਣ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਾਨਯਾਹੂ ਵਾਰ ਕ੍ਰਿਮੀਨਲ, ਜਿਨ੍ਹਾਂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਜਿਹੜਾ ਕਿ ਸਾਊਥ ਅਫਰੀਕਾ ICC ਕੋਲ ਲੈ ਕੇ ਗਿਆ, ਵਾਰ ਕ੍ਰਿਮੀਨਲ ਐਲਾਨਿਆ ਹੋਇਆ, ਉਹ DC 'ਚ ਬੀਤੇ ਕੱਲ ਸੀ। ਔਰ
ਸੰਮਣ ਕੀਤਾ ਗਿਆ, ਇਹ ਵੀ ਕਿਹਾ ਗਿਆ, ਹਾਲਾਂਕਿ ਮੈਨੂੰ ਇਹ ਪਹਿਲਾਂ ਵੀ ਅਹਿਸਾਸ ਸੀ ਕਿ ਵੀ ਇਹ ਜੋ ਕੁਛ ਵੀ ਚੱਲ ਰਿਹਾ ਉਹ ਗਜ਼ਾ ਹੋਏ, ਮਿਡਲ ਈਸਟ ਦੀ ਪਾਲਿਸੀ ਹੋਏ, ਇਹ ਇਨ ਕਾਹੂਟਸ ਹੀ ਹੁੰਦਾ ਉਹਦੇ 'ਚ। ਉਹ ਅਮਰੀਕਾ ਔਰ ਆਲਰੇਡੀ ਜਿਵੇਂ ਅਮਰੀਕਨਸ ਨੇ ਇਹ ਕਿਹਾ ਹੋਇਆ ਵੀ ਇਜ਼ਰਾਈਲ ਸਾਡੀ ਪ੍ਰੋਟੈਕਟੋਰੇਟ ਸਟੇਟ ਹੈ, ਵੀ ਸਾਡੀ ਹਿਫਾਜ਼ਤ ਦੇ ਥੱਲੇ ਹੈ, ਔਰ ਉਹ ਗਜ਼ਾ ਦੇ ਵਿੱਚ ਸੀਜ਼ਫਾਇਰ ਕਰਵਾਉਣ ਦੇ ਲਈ ਗੱਲਬਾਤ ਤਾਂ ਆਲਰੇਡੀ ਇਜ਼ਰਾਈਲੀ ਔਰ ਹਮਾਸ ਦੇ ਵਿਚਾਲੇ ਚੱਲ ਰਹੀ ਹੈ। ਦੋਹਾ ਕਤਾਰ ਦੇ ਵਿੱਚ ਇਸ ਦੀ ਵਿਚੋਲਗੀ ਹੋ ਰਹੀ ਹੈ। ਸੋ ਇਹ ਹੋਪ ਕੀਤਾ ਜਾਂਦਾ ਹੈ ਕਿ ਬਈ ਜਿਹੜਾ ਗਜ਼ਾ ਦੇ ਵਿੱਚ 2 ਮਹੀਨੇ ਦੇ ਲਈ, ਕਿਉਂਕਿ ਟਰੰਪ ਨੇ ਐਲਾਨ ਕੀਤਾ ਕਿ 2 ਮੰਥ ਸੀਜ਼ ਫਾਇਰ, ਔਰ ਜਿਹੜੇ ਰਹਿੰਦੇ ਹੌਸਟੇਜ ਨੇ ਜਿਹੜੇ ਹਮਾਸ ਨੇ ਅਕਤੂਬਰ 2024 ਦੇ ਵਿੱਚ, ਜਿਹੜੇ 2023 ਸ਼ਾਇਦ ਜਾਂ 2024 ਸੀ, 2024 ਹੋਏ, ਮੇ ਬੀ 2023, ਆਈ ਐਮ ਨੋਟ ਸ਼ੋਰ, ਕਿਉਂਕਿ ਲੰਬਾ ਵਕਤ ਆਲਮੋਸਟ ਸਾਲ ਤੋਂ ਜ਼ਿਆਦਾ ਹੋ ਗਿਆ ਇਹ ਸਾਰਿਆਂ ਨੂੰ। ਸੋ 2023 ਹੋਏਗਾ ਮੋਸਟ ਲਾਈਕਲੀ। ਉਹ ਕੁਛ ਮਾਰੇ ਗਏ, ਕੁਛ ਛਡਵਾ ਲਏ ਉਹਨਾਂ ਨੇ, ਜੋ ਵੀ ਸੀਜ਼ ਫਾਇਰ ਹੁੰਦਾ ਰਿਹਾ ਟੈਂਪਰੇਰਲੀ। ਔਰ ਹੁਣ 50 ਦੇ ਕਰੀਬ ਜਿਨ੍ਹਾਂ 'ਚ ਇਜ਼ਰਾਈਲੀਆਂ ਦਾ ਕਹਿਣਾ ਵੀ ਸ਼ਾਇਦ 20 ਤੋਂ 25 ਮਰ ਚੁੱਕੇ ਨੇ, ਉਹਨਾਂ ਨੂੰ ਛਡਾਉਣ ਦੀ ਲਾਈਨ। ਪਰ ਹਮਾਸ ਦੀਆਂ ਆਪਣੀਆਂ ਟਰਮਸ ਨੇ। ਇਜ਼ਰਾਈਲ ਉਹਨੂੰ ਫਲੈਟ ਕਰਕੇ ਉੱਥੇ ਜੋ ਪ੍ਰੈਜ਼ੀਡੈਂਟ ਟਰੰਪ ਦਾ ਰਿਜ਼ੋਰਟ ਬਣਾਉਣ ਤੇ ਦੂਜੀ ਤੀਜੀ ਲਾਈਨ ਹੈ, ਜਾਂ ਇਜ਼ਰਾਈਲ ਆਪਣਾ ਕਬਜ਼ਾ ਕਰਨਾ ਚਾਹੁੰਦਾ ਹੈ, ਰੱਖਣਾ ਚਾਹੁੰਦਾ ਹੈ ਪੱਕੇ ਤੌਰ ਤੇ, ਉਹਨਾਂ ਨੂੰ ਕਹਿੰਦਾ ਜੀ ਫਲਾਣ ਭੇਜ ਦਿਆਂਗੇ 2.2 ਮਿਲੀਅਨ ਲੋਕਾਂ ਨੂੰ। ਆਲਰੇਡੀ ਉਹ ਸਾਰੇ ਦੇ ਵਿੱਚ ਜਿਹੜੇ ਨੇ ਉਹ 60,000 ਤੋਂ ਜ਼ਿਆਦਾ ਫਲਸਤੀਨੀ, ਜਿਨ੍ਹਾਂ ਦੇ ਵਿੱਚ ਮੈਕਸਿਮਮ ਔਰਤਾਂ ਔਰ ਬੱਚੇ ਨੇ, ਉਹ ਮਾਰੇ ਜਾ ਚੁੱਕੇ ਨੇ। ਸੋ ਇਸ ਸਾਰੇ ਪਸ ਮੰਜ਼ਰ ਦੇ ਵਿੱਚ ਜਦੋਂ ਨੈਤਨਯਾਹੂ ਵਾਸ਼ਿੰਗਟਨ ਵਾਈਟ ਹਾਊਸ ਦੇ ਵਿੱਚ ਆਉਂਦੇ ਨੇ ਤੇ ਜ਼ਾਹਰ ਹੈ ਕਿ ਫੁੱਲ ਫਲੈਜਡ ਕੈਬਨਿਟ ਮੀਟ ਵੀ ਪ੍ਰੈਜ਼ੀਡੈਂਟ ਟਰੰਪ ਨੇ ਮੀਡੀਆ ਨੂੰ ਵੀ ਸੱਦਾ ਦਿੱਤਾ ਹੋਇਆ, ਔਰ ਮੱਖਣਬਾਜ਼ੀ 'ਚ ਨੈਤਨਯਾਹੂ ਨੇ ਪਹਿਲਾ ਪਾਰਟ ਤਾਂ ਜੋ ਹੀ ਉਹ ਸਾਰੇ ਬੈਠਦੇ ਨੇ ਆਪਸੀ, ਉਹਨਾਂ ਦੇ ਡੈਲੀਗੇਸ਼ਨ ਇੱਧਰ ਅਮਰੀਕਨ ਹੈ, ਇੱਧਰ ਉਹਨਾਂ ਦਾ, ਤੇ ਉਹ ਇੱਕ ਫਾਈਲ ਜਿਹੜਾ ਉੱਠ ਕੇ ਦਿੰਦੇ ਨੇ ਕਿ ਜੀ ਅਸੀਂ ਇਜ਼ਰਾਈਲ ਵੱਲੋਂ ਤੁਹਾਨੂੰ ਨੋਬਲ ਪੀਸ ਪ੍ਰਾਈਜ਼ ਦੇ ਲਈ ਨੋਮੀਨੇਟ ਕੀਤਾ ਕਿ ਤੁਸੀਂ ਇੱਥੇ ਪੀਸ ਕਰਾ ਦਿੱਤੀ, ਉੱਥੇ ਪੀਸ ਕਰਾ ਦਿੱਤੀ। ਉਹ ਇੱਕ ਬੜਾ, ਜਿਸ ਨੂੰ ਕਹੋ ਕਿ ਵੀ ਪੋਪ ਲੀਲਾ ਜਿਹੀ ਲੱਗੀ। ਉੱਠ ਕੇ ਟਰੰਪ ਨੇ ਵੀ ਉਹ ਫਾਈਲ ਫੜੀ, ਉਹਨਾਂ ਨੇ ਕੀਤਾ ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ ਹੋ ਗਿਆ ਇਹ ਸਾਰਾ ਪਾਰਟ। ਹੁਣ ਉਸ ਸਾਰੇ ਦੇ ਵਿੱਚ ਜਿਹੜੀ ਕੈਬਨਿਟ ਮੀਟ ਵੀ ਹੈ ਔਰ ਮੀਡੀਆ ਦੇ ਸਾਹਮਣੇ ਹੈ, ਮਾਰਕੋ ਰੂਬੀਓ ਨੇ ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਕਾਮਯਾਬੀ, ਕਿਉਂਕਿ 20 ਜਨਵਰੀ ਨੂੰ ਉਹਨਾਂ ਨੇ ਸਹੁੰ ਚੁੱਕੀ ਹੈ, ਅਜੇ 6 ਮਹੀਨੇ ਪੂਰੇ ਨਹੀਂ ਹੋਏ, ਹੁਣੇ ਹੀ ਹੋਣੇ ਨੇ, ਤੇ ਉਹਨਾਂ ਨੇ ਉਹਨਾਂ ਦਾ ਪੂਰਾ ਜਿਹੜਾ ਕਾਮਯਾਬੀਆਂ ਦਾ ਚਿੱਠਾ ਵੀ ਪੜ੍ਹਿਆ, ਔਰ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਵੀ ਬਰੀਫ ਕੀਤਾ ਲੰਬਾ ਚੌੜਾ। ਦੂਸਰਾ ਹਾਲਾਂ ਗਜ਼ਾ ਦੇ ਸੀਜ਼ ਫਾਇਰ ਬਾਰੇ ਤਾਂ ਹੋਰ ਰਾਊਂਡ ਹੋਏਗਾ, ਕੀ ਹੁੰਦਾ ਕੀ ਨਹੀਂ, ਉਹਦਾ ਬਿਯੋਂਡ ਰਿਹਾ, ਪਰ ਜਿਹੜਾ ਸਾਡਾ ਡਿਸਕਸ਼ਨ ਦਾ ਵਿਸ਼ਾ ਵੀ ਹੈ, ਔਰ ਉਹਦੇ 'ਚ ਅੱਜ ਜਿਹੜੀ ਇਹਨਾਂ ਦੇ ਸਾਰੇ ਪ੍ਰੋਮੀਨੈਂਟ ਅਖਬਾਰ ਨੇ, ਈਵਨ PTI, ਭਾਰਤ ਦੀ ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਏਜੰਸੀ, ਉਹਨਾਂ ਨੇ ਵੀ ਹੈਡਲਾਈਨ ਲਾਈ ਹੈ, ਟਰੰਪ ਪ੍ਰੀਵੈਂਟਡ ਵਾਰ ਬਿਟਵੀਨ ਇੰਡੀਆ ਪਾਕਿਸਤਾਨ, US ਸੈਕਟਰੀ ਆਫ ਸਟੇਟ ਰੂਬੀਓ। ਇੱਕ ਪਾਸੇ ਦਾ ਰੂਬੀਓ ਨੇ ਕਿਹਾ, ਫਿਰ ਉਹਨਾਂ ਨੇ ਕਿਹਾ ਟਰੰਪ ਅਗੇਨ ਰਿਪੀਟਡ ਦਾ ਕਲੇਮ that he stopped the war between India and Pakistan by telling the two neighbors that Washington will not do trade with them if they continued the fighting. ਮਾਰਕੋ ਰੂਬੀਓ ਨੇ ਵੀ, ਔਰ ਉੱਤੇ ਫਿਰ ਜਿਹੜੀ ਟੌਪਿੰਗ ਹੈ ਆਈਸ ਕੇਕਿੰਗ ਕਹਿੰਦੇ ਨੇ, ਉਹ ਟਰੰਪ ਨੇ ਅਗੇਨ ਕੀਤੀ ਕਿ ਭਾਈ ਜੇ ਮੈਂ ਇਹ ਨਾ ਰੋਕਦਾ ਤੇ ਇਹ, ਔਰ ਰੋਕਣ ਲਈ ਵੀ ਮੈਂ ਕਿਹਾ ਵੀ ਅਸੀਂ ਤੁਹਾਡੇ ਨਾਲ ਬਿਲਕੁਲ ਟ੍ਰੇਡ ਨਹੀਂ ਕਰਾਂਗੇ, ਔਰ ਇਸ ਦੇ ਉੱਤੇ ਹੀ ਇਹ ਰੁਕਿਆ। ਔਰ ਉਹਦੇ 'ਚ ਮਾਰਕੋ ਰੂਬੀਓ ਨੇ ਕਿਹਾ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪਸ ਲੀਡਰਸ਼ਿਪ ਅੰਡਰ ਪ੍ਰੈਜ਼ੀਡੈਂਟ ਡੋਨਲਡ ਟਰੰਪਸ ਲੀਡਰਸ਼ਿਪ ਅਮਰੀਕਾ ਪ੍ਰੀਵੈਂਟਡ ਐਂਡ ਐਂਡਡ ਏ ਵਾਰ ਬਿਟਵੀਨ ਇੰਡੀਆ ਐਂਡ ਪਾਕਿਸਤਾਨ। ਪ੍ਰੀਵੈਂਟ ਵੀ ਕੀਤਾ ਔਰ ਐਂਡ ਵੀ ਕੀਤਾ। ਇਹਦਾ ਮਤਲਬ ਉਹ ਜੋ ਮਰਜ਼ੀ ਕਹੀ ਜਾਣ ਕਿ ਸੰਦੂਰ ਸਸਪੈਂਡਡ ਹੈ, ਆਪਰੇਸ਼ਨ ਤੇ ਫਲਾਣਾ ਢਿਮਕਾ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਉਸ ਨੂੰ ਖਤਮ ਕੀਤਾ। ਫਿਰ ਉਹਨਾਂ ਨੇ ਜਿਹੜੀ ਪ੍ਰੈਜ਼ੀਡੈਂਟ ਦੀ ਜਿਹੜੀ ਹੈ ਕਾਮਯਾਬੀਆਂ ਦੀ ਲਿਸਟ ਦਿਖਾਈ। ਉਹਨਾਂ ਨੇ ਕਿਹਾ ਜਸਟ ਗੋਇੰਗ ਥਰੂ ਲਿਸਟ ਹੀਅਰ ਮਿਸਟਰ ਪ੍ਰੈਜ਼ੀਡੈਂਟ ਐਂਡ ਆਲ ਥੀਜ਼ ਅਚੀਵਮੈਂਟਸ ਦੈਟ ਹੈਵ ਹੈਪਨਡ ਡੋਮੈਸਟਿਕਲੀ ਅੰਡਰ ਯੋਰ ਲੀਡਰਸ਼ਿਪ we have prevented and ended a war between India and Pakistan। ਫਿਰ ਉਹ ਜੋ ਟਰੰਪ ਨੈਕਸਟ ਬੈਠਾ ਹੈ ਕੈਬਨਿਟ ਮੀਟਿੰਗ ਦੇ ਵਿੱਚ,
ਫਿਰ ਉਹ ਜਿਹੜਾ ਉਹਨਾਂ ਨੇ ਮਿਸਟਰ ਰੂਬੀਓ ਉਸ ਤੋਂ ਵੀ ਅੱਗੇ ਜਾਂਦੇ ਨੇ, ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਤੇ ਰਵਾਂਡਾ ਦੇ ਵਿੱਚ ਵੀ ਜਿਹੜਾ ਟਰੂਸ ਕੀਤਾ, ਪੀਸ ਡੀਲ ਹੋਈ ਹੈ ਸਾਈਨ। 12 ਰੋਜ਼ਾ ਵਾਰ ਜਿਹੜੀ ਇਜ਼ਰਾਈਲ ਔਰ ਈਰਾਨ ਦੀ ਸੀ ਉਸ ਨੂੰ ਵੀ ਪ੍ਰੈਜ਼ੀਡੈਂਟ ਨੇ ਰੋਕਿਆ। ਔਰ ਇਹ ਜਿਹੜਾ ਅਜ਼ਰਬਾਈਜਾਨ ਔਰ ਅਰਮੀਨੀਆ 'ਚ ਜੋ ਚੱਲ ਰਿਹਾ ਹੈ ਟਕਰਾਅ ਪਿਛਲੇ ਕਈ ਦਹਾਕਿਆਂ ਤੋਂ, ਇਸ ਨੂੰ ਵੀ ਜਿਹੜਾ ਬਹੁਤ ਜਲਦੀ ਜਿਹੜਾ ਉਹ ਪ੍ਰੈਟੀ ਸੂਨ ਇਸ ਦੇ ਨਾਲ ਡੀਲ ਕੀਤਾ ਜਾਏਗਾ। ਉਹਨੇ ਕਿਹਾ ਕਿ ਦਾ ਐਂਟਾਇਰ ਮਿਡਲ ਈਸਟ ਐਂਡ ਇਨਫਰਾਸਟਰਕਚਰ ਆਫ ਇਟ ਹੈਜ਼ ਬਿਨ potential now to change because of Syria and Lebanon. ਜਿਹੜੀਆਂ ਡਿਵੈਲਪਮੈਂਟ ਸੀਰੀਆ ਲੈਬਨਾਨ ਇਹ ਵੀ ਬਦਲੇਗਾ। and it has not even been 6 months. It's a great testament to your leadership. ਮਾਰਕੋ ਰੂਬੀਓ ਟਰੰਪ ਨੂੰ ਐਡਰੈਸ ਕਰ ਰਿਹਾ ਕਿ ਜੀ 6 ਮਹੀਨੇ ਵੀ ਨਹੀਂ ਅਜੇ ਹੋਏ ਤਾਂ ਤੁਸੀਂ ਆਹ ਵੀ ਕਰਤਾ, ਇੰਡੀਆ ਪਾਕਿਸਤਾਨ ਵਾਰ, ਈਰਾਨ ਇਜ਼ਰਾਈਲ, ਮਿਡਲ ਈਸਟ ਸੀਰੀਆ ਲੈਬਨਾਨ ਬਦਲ ਦਿੱਤੇ, ਔਰ ਜਿਹੜਾ ਉਹ ਰਿਪਬਲਿਕ ਆਫ ਕਾਂਗੋ ਤੇ ਰਵਾਂਡਾ ਦੇ ਵਿੱਚ ਡੀਲ ਕਰਾਈ, ਹੁਣ ਤੁਸੀਂ ਅਜ਼ਰਬਾਈਜਾਨ ਔਰ ਅਰਮੀਨੀਆ ਦੇ ਵਿੱਚ ਵੀ ਕਰਵਾਣੀ ਹੈ। ਔਰ ਫਿਰ ਇਹ ਡੇ ਅਰਲੀਅਰ, ਇਸ ਤੋਂ ਪਹਿਲਾਂ ਟਰੰਪ ਪਹਿਲਾਂ ਹੀ ਕਲੇਮ ਹੈਡ ਰਿਪੀਟਡ ਦਾ ਕਲੇਮ that he stopped the war that would have gone nuclear between India and Pakistan by telling the two neighbors that Washington will not do trade with them if they continued the fighting. उन्होंने वो तो बार बार यही उन्होंने किया। और ये इस दे उत्ते ट्रंप ने फर्दर भी ये किया, and we stopped a lot of fights. I think the very big one, frankly a very big one, was India and Pakistan, and we stopped that over trade war. We are dealing with India, we are dealing with Pakistan. उन्होंने कहा big war इंडिया और पाकिस्तान दे विचाले असी रोकी। और कला ही नहीं, जिहड़ा जिस अंदाज फिर प्रेजिडेंट ट्रंप ने पाकिस्तान दे फौजी चीफ नूं सद्दा दिता, 250 साला अमेरिकन आर्मी ਦੀ ਐਸਟੈਬਲਿਸ਼ਮੈਂਟ ਦੀ ਪੈਰੇਡ ਦੇ ਮੌਕੇ ਫਿਰ ਸਪੈਸ਼ਲ ਲੰਚ ਦੇ ਉੱਤੇ ਸੱਦਾ ਦਿੱਤਾ ਔਰ ਤਾਰੀਫ ਕੀਤੀ, ਔਰ ਲਗਾਤਾਰਤਾ ਨਾਲ ਜਿਹੜੀ ਹੈ ਤਾਰੀਫ ਚੱਲ ਰਹੀ ਹੈ। ਸੋ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਵੀ ਇਹ ਜਿਹੜੀ ਭਾਰਤ ਦੀ ਫੋਰਨ ਪਾਲਿਸੀ ਹੈ, ਜੇ ਉਹਦੇ 'ਚ ਉਹ ਬਾਵਕਾਰ ਹੁੰਦੀ, ਥੋੜ੍ਹਾ ਬਹੁਤ ਵੀ ਉਸ ਦੇ ਵਿੱਚ ਕੋਈ ਗੈਰਤ ਔਰ ਅਣਖ ਹੁੰਦੀ ਤੇ ਘੱਟੋ ਘੱਟ ਸਪਸ਼ਟ ਪੋਜੀਸ਼ਨ, ਕਲੀਅਰ ਲਾਈਨ ਇਸ ਦੇ ਉੱਤੇ ਲੈਂਦੇ। ਔਰ ਇਹ ਜਿਹੜੀ ਰਿਪੀਟਡ ਹਿਊਮੀਲੇਸ਼ਨ ਹੈ ਇਹ ਬ੍ਰਾਹਮਣ ਬਣੀਆਂ ਦੀ ਕੌਮ ਹੀ ਲੈ ਸਕਦੀ ਹੈ, ਕਿਉਂਕਿ ਇਹਨਾਂ ਦੇ ਹਿੱਸੇ ਹੀ ਇਹ ਆਇਆ ਹੈ ਜਿਸ ਨੂੰ ਜਦੋਂ 18th ਸੈਂਚਰੀ ਜਾਂ 19th ਸੈਂਚਰੀ ਬਿਗਨਿੰਗ 'ਚ ਕਿਸੇ ਯੂਰਪੀਅਨ ਨੇ ਇਹਨਾਂ ਦੇ ਕਰੈਕਟਰ ਨੂੰ ਬਿਆਨਿਆ ਸੀ ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਕਿ ਵੀ ਜਾਂ ਤੁਹਾਡੇ ਗਲ ਨੂੰ ਪੈਣਗੇ ਤੇ ਜਾਂ ਤੁਹਾਡੇ ਪੈਰੀਂ ਪੈਣਗੇ। ਸੋ ਮੇਰਾ ਖਿਆਲ ਹੈ ਵੀ ਟਰੰਪ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆਈ ਹੋਈ ਹੈ, ਔਰ ਉਸਨੇ ਐਸੇ ਇਹਨਾਂ ਦੇ ਠੁੱਡ ਜੜੇ ਹੋਏ ਨੇ ਵੀ ਇਹ ਪੈਰੀਂ ਪੈ ਕੇ ਇਹੀ ਕਹਿੰਦੇ ਨੇ ਦਿਨ ਰਾਤ ਕਿ ਹਜ਼ੂਰ ਸਾਡੇ ਮਾਈ ਬਾਪ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ
ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਤੁਰਕੀ ਦੇ ਫੋਰਨ ਮਿਨਿਸਟਰ ਅਤੇ ਡਿਫੈਂਸ ਮਿਨਿਸਟਰ ਪਾਕਿਸਤਾਨ ਦੇ ਦੌਰੇ ਤੇ ਹਨ। ਇਹਨਾਂ ਵੱਲੋਂ ਪਾਕਿਸਤਾਨ ਦੇ 에ਅਰ ਚੀਫ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਔਰ ਇਸ ਦੌਰਾਨ ਇਹਨਾਂ ਨੇ ਕਿਹਾ ਹੈ ਕਿ ਭਾਰਤ ਨਾਲ 4 ਰੋਜ਼ਾ ਲੜਾਈ ਦੌਰਾਨ ਪਾਕਿਸਤਾਨੀ 에ਅਰ ਫੋਰਸ ਦੀ ਕਾਰਗੁਜ਼ਾਰੀ ਬੜੀ ਜ਼ਬਰਦਸਤ ਸੀ। ਦੋਵਾਂ ਮੁਲਕਾਂ ਵੱਲੋਂ ਆਪਣੀ ਜਿਹੜੀਆਂ ਸਾਂਝਾਂ ਨੂੰ ਹੀ ਹੈ ਆਪਸੀ ਜਿਹੜੀਆਂ ਸਾਂਝਾਂ ਨੂੰ ਹੋਰ ਮਜ਼ਬੂਤ ਕਰਨ ਦਾ ਜਿਹੜਾ ਐਦ ਵੀ ਲਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਲਗਭਗ 6-7 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ, ਹਿਊਮਨ ਹਿਸਟਰੀ, ਸਿਵਲਾਈਜੇਸ਼ਨਲ ਤੋਂ ਜੇ ਗੱਲ ਸ਼ੁਰੂ ਕਰੀਏ ਦੇਖਦੇ ਹਾਂ ਤੇ ਜਿਹੜੇ ਵੱਡੇ ਐਮਪਾਇਰ ਇਸ ਧਰਤੀ ਦੇ ਉੱਤੇ ਇਹਨਾਂ 6-7 ਹਜ਼ਾਰ ਸਾਲਾਂ 'ਚ ਹੋਏ, ਜਿਹੜਾ ਪਹਿਲਾ ਸਭ ਤੋਂ ਵੱਡਾ ਐਮਪਾਇਰ ਸੀ, ਹਾਲਾਂਕਿ ਉਸ ਤੋਂ ਬਾਅਦ ਤਾਂ ਯੂਰਪੀਅਨ ਪਾਵਰਸ ਨੇ 16ਵੀਂ 17ਵੀਂ 18ਵੀਂ ਸਦੀ ਤੋਂ ਦੁਨੀਆ ਨੂੰ ਕੋਲੋਨਾਈਜ਼ ਕੀਤਾ, ਪਰ ਪਹਿਲਾ ਵੱਡਾ ਐਮਪਾਇਰ ਜਿਨ੍ਹਾਂ ਨੇ ਏਸ਼ੀਆ, ਯੂਰਪ ਔਰ ਅਫਰੀਕਾ ਉਹਨਾਂ ਸਾਰਿਆਂ ਦੇ ਵਿੱਚ ਆਪਣੀ ਹੋਂਦ ਬਣਾਈ, ਉਹ ਸਲਤਨਤ ਉਸਮਾਨੀਆ ਸੀ, ਜਿਸ ਨੂੰ ਆਟੋਮੈਨ ਐਮਪਾਇਰ ਕਹਿੰਦੇ ਨੇ। ਬਹੁਤ ਜ਼ਬਰਦਸਤ ਐਮਪਾਇਰ, ਔਰ ਸ਼ਾਇਦ ਜਿਹੜੇ ਮਿਡਲ ਈਸਟ ਦੇ ਵਿੱਚ ਅੱਜ ਕੀ ਹੋ ਰਿਹਾ ਹੈ ਜਾਂ ਪੋਸਟ ਸੈਕੰਡ ਵਰਲਡ ਵਾਰ ਇਹ ਨਵੀਂ ਮੈਪ ਮੇਕਿੰਗ ਕੀ ਹੋਈ, ਜਾਂ ਪੋਸਟ ਫਸਟ ਵਰਲਡ ਵਾਰ ਹੀ ਇਨ ਮੈਪ ਮੇਕਿੰਗ ਤਾਂ ਮਿਡਲ ਈਸਟ ਦੀ ਹੋਈ ਸੀ, ਉਹਨਾਂ ਨੂੰ ਸ਼ਾਇਦ ਇਹ ਪਤਾ ਵੀ ਨਹੀਂ ਹੈ ਕਿ ਸਾਰਾ ਮਿਡਲ ਈਸਟ ਜਿਹਦੇ 'ਚ ਅੱਜ ਸਾਰੇ ਮੁਲਕ ਸਾਊਦੀ ਅਰੇਬੀਆ, ਸੀਰੀਆ, ਲੈਬਨਾਨ, ਜਾਰਡਨ, ਇਰਾਕ, ਕੁਵੈਤ, ਇਹ ਸਾਰੇ ਜਿਹੜੇ ਨੇ ਉਹ ਹੋਂਦ 'ਚ ਲਿਆਂਦੇ ਹੋਏ ਨੇ। ਇਹ ਸਾਰੇ ਜਿਹੜੇ ਨੇ ਇਹ 750 ਸਾਲ ਇਹ ਸਾਰੀ ਧਰਤੀ ਜਿਸ 'ਚ ਇਹ ਸਾਰੇ ਮੁਲਕ ਫਸਟ ਵਰਲਡ ਵਾਰ ਤੋਂ ਬਾਅਦ ਬਣੇ, ਇਹ ਸਲਤਨਤ ਉਸਮਾਨੀਆ ਦਾ ਹਿੱਸਾ ਸੀ, ਆਟੋਮੈਨ ਐਮਪਾਇਰ ਦਾ ਹਿੱਸਾ ਸੀ। ਔਰ ਉਹਨਾਂ ਦਾ ਐਮਪਾਇਰ ਜਿਹੜਾ ਅਫਰੀਕਾ ਔਰ ਜਿਵੇਂ ਮੈਂ ਕਿਹਾ ਵੀ ਯੂਰਪ ਔਰ ਏਸ਼ੀਆ ਦੇ ਵਿੱਚ 4 ਚੁਫੇਰੇ ਫੈਲਿਆ ਹੋਇਆ ਸੀ। ਹੁਣ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ 700-800 ਸਾਲ ਬਹੁਤ ਲੰਬਾ ਅਰਸਾ ਹੁੰਦਾ ਹੈ, ਫਿਰ ਕਮਜ਼ੋਰੀਆਂ ਵੀ ਆਉਂਦੀਆਂ ਨੇ, ਕੁਛ ਕਰਪਟ ਹੁੰਦੀਆਂ ਨੇ ਪਾਵਰਸ, ਕੁਛ ਜਿਹੜੇ ਨੇ ਉਹ ਸਾਜ਼ਿਸ਼ਾਂ ਹੁੰਦੀਆਂ ਨੇ ਇੰਟਰਨਲ ਇੱਧਰ ਉੱਧਰ। ਇਵੈਂਚੁਅਲੀ ਜਦੋਂ ਆਟੋਮੈਨ ਐਮਪਾਇਰ ਦਾ ਜਿਹੜਾ ਉਹ ਜਵਾਲ ਸ਼ੁਰੂ ਹੋਇਆ, ਔਰ ਜ਼ਾਹਰ ਹੈ ਕਿ ਵੀ ਉਸ ਦਾ ਫਸਟ ਵਰਲਡ ਵਾਰ ਤੋਂ ਬਾਅਦ ਨਿਊ ਮੈਪ ਮੇਕਿੰਗ ਯੂਰਪੀਅਨ ਪਾਵਰਸ ਨੇ ਕੀਤੀ, ਕਿਉਂਕਿ ਆਟੋਮੈਨ ਐਮਪਾਇਰ ਉਹਨਾਂ ਤਾਕਤਾਂ ਦੇ ਨਾਲ ਸੀ ਜਿਹੜੀਆਂ ਲੂਜ਼ਰ ਹੋਈਆਂ, ਔਰ ਇਹ ਮਿਡਲ ਈਸਟ ਉਹਨਾਂ ਦੇ ਹੱਥੋਂ ਨਿਕਲਿਆ। ਇਹ ਵੱਡੀ ਲੰਬੀ ਚੌੜੀ ਕਹਾਣੀ ਹੈ ਕਿ ਕਿਵੇਂ ਕੀ ਸਾਜ਼ਿਸ਼ਾਂ ਹੋਈਆਂ ਤੇ ਦੂਸਰਾ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਲੈਂਡ ਰਾਊਟ ਦੇ ਉੱਤੇ ਵੀ ਲੜਾਈ ਹੁੰਦੀ ਰਹੀ, ਔਰ ਇੱਕ ਜੰਗ ਜਿਹਨੂੰ ਗੈਲੀਪੋਲੀ ਦੀ ਲੜਾਈ ਕਹਿੰਦੇ ਨੇ, ਜਿਸ ਦੇ ਵਿੱਚ ਕੱਲ੍ਹ ਪਰਸੋਂ ਹੀ ਮੈਂ ਦੇਖ ਰਿਹਾ ਸੀ ਇੱਕ, ਕਿਉਂਕਿ ਉਸ ਗੈਲੀਪੋਲੀ ਦੀ ਜੰਗ ਦੇ ਵਿੱਚ ਸਿੱਖ 15th ਸਿੱਖ ਰੈਜੀਮੈਂਟ ਉਹ ਆਲਮੋਸਟ 80% ਉਸ ਦੇ ਜਿਹੜੇ ਜਵਾਨ ਹੈ ਉਹ ਕੈਜੂਅਲਟੀਜ਼ ਬਣੇ ਸੀ, ਜਾਂ ਮਾਰੇ ਗਏ ਸੀ ਜਾਂ ਜ਼ਖਮੀ ਹੋਏ ਸੀ। ਔਰ ਇੱਕ ਕਹਾਣੀ ਜਿਹੜੀ ਬੜੀ ਹੈ ਕਿ ਇੱਕ ਫੌਜੀ ਉਦੈ ਸਿੰਘ, ਉਹ ਜਿਹੜਾ ਉਹਨਾਂ ਦਾ ਸੈਕੰਡ ਲੈਫਟੀਨੈਂਟ ਸੀ ਅੰਗਰੇਜ਼, ਵਿਲੀਅਮਸ ਕੇ ਕੀ ਨਾਂ ਸੀਗਾ ਉਹਨਾਂ ਦਾ, ਉਹ ਬੜਾ ਸਖਤ ਜ਼ਖਮੀ ਹਾਲਤ ਸੀ, ਗੋਲੀਆਂ ਚਾਰੇ ਪਾਸੇ ਚੱਲ ਰਹੀਆਂ ਸੀ। ਔਰ ਉਹ ਪਿਕਚਰ ਵੀ ਇੱਕ ਬੜੀ ਆਈਕੋਨਿਕ ਪਿਕਚਰ ਹੈ ਜਿਹਦੇ 'ਚ ਕਿ ਉਹ ਫੌਜੀ ਉਦੈ ਸਿੰਘ ਉਹਨੂੰ ਲੈਫਟੀਨੈਂਟ ਵਿਲੀਅਮਸ ਨੂੰ ਆਪਣੇ ਮੋਢੇ 'ਤੇ ਚੁੱਕ ਕੇ
ਸੇਫਟੀ 'ਚ ਲੈ ਕੇ ਆਉਂਦਾ ਔਰ ਉਹਨਾਂ ਦੀ ਦੋਸਤੀ ਤੈਅ ਉਮਰ ਜਿਹੜੀ ਹੈ ਭਰਾਵਾਂ ਵਾਲੀ ਦੋਸਤੀ ਸੀ ਕਿ ਵੀ ਇਹ ਜਾਨ ਬਚਾਏ ਕਿਉਂਕਿ ਗੈਲੀਪੋਲੀ ਫਾਈਨਲ ਸੀ। ਜੇ ਗੈਲੀਪੋਲੀ ਦਾ ਡਿਫੈਂਸ ਆਟੋਮਨ ਅੰਪਾਇਰ ਦਾ ਟੁੱਟ ਜਾਂਦਾ ਤੇ ਫਿਰ ਜਿਹੜਾ ਮੇਨ ਸਟੇਟ ਅੱਜ ਟਰਕੀ ਹੈ, ਜਿਹਦਾ ਨਵਾਂ ਨਾਂ ਹੁਣ ਤੁਰਕੀਏ ਉਹਨਾਂ ਨੇ ਰੱਖਿਆ, ਇਸ ਲਈ ਅਸੀਂ ਹੁਣ ਤੁਰਕੀਏ ਇਸਤੇਮਾਲ ਵਰਡ ਕਰਦੇ, ਇਹ ਵੀ ਹੱਥੋਂ ਨਿਕਲ ਜਾਣਾ ਸੀ। ਲੇਕਿਨ ਜਿਹਨੂੰ ਅਤਾ ਤੁਰਕ ਕਹਿੰਦੇ ਨੇ, ਅਤਾ ਦਾ ਤੁਰਕ ਦਾ ਮਤਲਬ ਹੈ ਮਹਾਨ ਤੁਰਕ, ਉਹਨੇ ਡਿਫੈਂਡ ਕੀਤਾ ਔਰ ਈਵਨ ਅੱਜ ਦਾ ਜਿਹੜਾ ਟਰਕੀ ਹੈ ਉਹ ਇਹ ਕਲੇਮ ਕਰ ਸਕਦਾ ਹੈ ਤੁਰਕੀ ਹੈ ਕਿ ਉਹਨੇ ਕਦੇ ਵੀ ਕਿਸੇ ਦੀ ਗੁਲਾਮੀ ਨਹੀਂ ਕਬੂਲੀ। ਔਰ ਇਹ ਜੰਗ ਈਵਨ ਜਦੋਂ ਤੁਸੀਂ ਸਾਈਪਰਸ ਦੇਖੋਗੇ ਕਿ ਸਾਈਪਰਸ ਦਾ ਕੀ ਝਗੜਾ ਹੈ, ਉਹਦਾ ਇੱਕ ਹਿੱਸਾ ਤੁਰਕੀਏ ਕੋਲ ਹੈ, ਇੱਕ ਹਿੱਸਾ ਗ੍ਰੀਸ ਦੇ ਕੋਲ ਹੈ ਔਰ ਉਹ ਵੀ ਬਰਾਬਰ ਉਹਨਾਂ ਦੇ ਕਲੇਮ ਜਾਰੀ ਨੇ। ਲੇਕਿਨ ਇਹ ਅਤਾ ਤੁਰਕ ਨੇ ਜਿੱਥੇ ਆਪਣੇ ਫਿਰ ਸਾਰੇ ਸਿਸਟਮ ਨੂੰ ਬਦਲਿਆ। ਇੱਕ ਵੱਖਰੀ ਕਹਾਣੀ ਹੈ ਕਿ ਉਹਨੇ ਫਿਰ ਕਿਵੇਂ ਇੱਕ ਐਂਟੀ ਇਸਲਾਮ ਲਾਈਨ ਵੀ ਲਈ, ਜਿਹੜੀ ਕਿ ਹੁਣ ਜਦੋਂ ਕਿ ਅਰਦੋਗਾਨ ਔਰ ਦੂਸਰੇ ਨਵੀਂ ਲੀਡਰਸ਼ਿਪ ਆਈ ਤੇ ਉਹਨਾਂ ਨੇ ਉਹ ਸਾਰੇ ਨੂੰ ਵਾਪਸ ਆਪਣੀਆਂ ਇਸਲਾਮ ਦੀਆਂ ਜੜ੍ਹਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਹਿਸਟਰੀ ਹੈ, ਕਿਉਂਕਿ ਕਿਤੇ ਨਾ ਕਿਤੇ ਜਾ ਕੇ ਮੁਗਲੀਆ ਦੌਰ ਦੇ ਤੁਰਕਾਂ ਦੇ ਨਾਲ ਵੀ, ਜਦੋਂ ਤੁਸੀਂ ਤੁਰਕਾਂ ਦੇ ਰਾਜ ਦੀ ਗੱਲ ਕਰਦੇ ਉਹਦੇ ਨਾਲ ਵੀ ਸੰਬੰਧ ਜਾ ਕੇ ਜੁੜਦੇ ਨੇ, ਕਿਉਂਕਿ ਇਹਨਾਂ ਦੀਆਂ ਹੀ ਬ੍ਰਾਂਚਿਸ, ਕੋਈ ਇੱਧਰ ਭਰਾ ਚਲਾ ਗਿਆ, ਕੋਈ ਉੱਧਰ ਚਲਾ ਗਿਆ, ਕਿਸੇ ਦੇ ਨਾਨਕੇ ਇੱਧਰ ਨੇ, ਕਿਸੇ ਦੇ ਦਾਦਕੇ ਇੱਧਰ ਨੇ। ਲੇਕਿਨ ਇਸ ਸਾਰੇ ਦੇ ਚੱਲਦਿਆਂ ਜਿਹੜਾ ਪੋਸਟ ਫਸਟ ਵਰਲਡ ਵਾਰ ਜਾਂ ਤਾਂ ਤੁਰਕ ਦੇ ਥੱਲੇ ਜਿਹੜਾ ਟਰਕੀ ਸਾਹਮਣੇ ਆਇਆ ਉਹ ਬਹੁਤ ਜ਼ਿਆਦਾ ਪ੍ਰੋ ਵੈਸਟ ਸੀ ਔਰ ਇੱਥੋਂ ਤੱਕ ਕਿ ਈਵਨ ਜਿਹੜਾ ਇਸਲਾਮਿਕ, ਜਿਵੇਂ ਅੱਜ ਅਸੀਂ ਉਹਨਾਂ ਦੇ ਧਾਰਮਿਕ ਹਿਜਾਬ ਉਹਨਾਂ ਦੇ ਧਾਰਮਿਕ ਡਿਸਿਪਲਿਨ ਦਾ ਹਿੱਸਾ ਹੈ, ਪਰ ਅਤਾ ਤੁਰਕ ਔਰ ਉਹਦੇ ਥੱਲੇ ਬਿਲਕੁਲ ਇਸ ਤੇ ਹੀ ਪਾਬੰਦੀ ਸੀ, ਹਿਜਾਬ ਜਿਹੜਾ ਉਹ ਬੰਨਣ ਤੇ ਪਾਬੰਦੀ ਸੀ। ਔਰ ਇਸ ਕਿਸਮ ਦੇ ਸੋ ਕਾਲਡ ਲਿਬਰਲ ਦੇ ਨਾਂ ਥੱਲੇ ਕਿ ਜੀ ਯੂਰਪ 'ਚ ਸਾਡੀ ਐਕਸੈਪਟੈਂਸ ਵੀ ਹੋਈ ਔਰ ਡਿਫਰੈਂਟ ਰੀਜ਼ਨ ਵੀ ਸੀ, ਬਿਲਕੁਲ ਧਰਮ ਦੇ ਖਿਲਾਫ ਇੱਕ ਲਾਈਨ ਸੀ। ਲੇਕਿਨ ਹੌਲੀ ਹੌਲੀ ਇਹੀ ਕਾਰਨ ਹੈ ਕਿ ਟਰਕੀ ਉਹ ਪਹਿਲਾ ਮੁਲਕ ਸੀ ਜਿਹਨੇ ਇਜ਼ਰਾਈਲ ਨੂੰ 1948-49 ਦੇ ਵਿੱਚ ਹੀ ਰੈਕਗਨਾਈਜ਼ ਕਰ ਲਿਆ ਸੀ, ਜਦੋਂ ਕਿ ਅੱਜ ਵੀ ਇਸਲਾਮਿਕ ਵਰਲਡ ਦਾ ਇੱਕ ਵੱਡਾ ਹਿੱਸਾ ਉਹਨੇ ਰੈਕਗਨਾਈਜ਼ ਨਹੀਂ ਕੀਤਾ, ਕਿਉਂਕਿ ਪ੍ਰੋ ਅਮਰੀਕਾ ਲਾਈਨ ਔਰ ਪ੍ਰੋ ਵੈਸਟ ਲਾਈਨ। ਇਹ ਮੈਂ ਪਿਛੋਕੜ ਇਸ ਲਈ ਦਿੱਤਾ ਵੀ ਮੁਲਕਾਂ ਦੀਆਂ ਨੀਤੀਆਂ ਵੀ ਟਾਈਮ ਟੂ ਟਾਈਮ ਬਦਲਦੀਆਂ ਨੇ ਔਰ ਇਹ ਅਰਦੋਗਾਨ ਦੇ ਵਕਤ ਤੱਕ ਪਹੁੰਚਣ ਤੋਂ ਤੱਕ ਹੁਣ ਤਾਂ ਕੱਲਾ ਪ੍ਰੋ ਇਸਲਾਮ ਹੀ ਨਹੀਂ, ਫਲਸਤੀਨੀਆਂ ਦੇ ਹੱਕ 'ਚ ਵੀ ਟਰਕੀ ਦੀ ਲਾਈਨ ਹੁੰਦੀ ਹੈ। ਇਜ਼ਰਾਈਲ ਦੇ ਨਾਲ ਇੱਕ ਸਟੇਜ ਦੇ ਉੱਤੇ ਸਬੰਧ ਵੀ ਜਿਹੜੇ ਨੇ ਉਹ ਕਾਫੀ ਵਿਗੜੇ ਵੀ, ਡਿਪਲੋਮੈਟਿਕ ਸਬੰਧ ਵੀ ਜਿਹੜੇ ਨੇ ਉਹ ਥੋੜ੍ਹੇ ਬਹੁਤ ਡਾਊਨਗ੍ਰੇਡ ਕੀਤੇ ਗਏ। ਔਰ ਇਸ ਸਾਰੇ ਪੀਰੀਅਡ 'ਚ ਟਰਕੀ ਔਰ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਬੜੀ ਕੋਜ਼ੀ ਰਹੀ, ਬੜੀ ਨਿੱਘੀ ਰਹੀ। ਔਰ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ, ਇਮਰਾਨ ਖਾਨ ਦੇ ਵੇਲੇ ਵੀ ਜਿਹੜਾ ਉਹ ਰਿਲੇਸ਼ਨਸ਼ਿਪ ਨਿੱਘੀ ਰਹੀ ਔਰ ਹੁਣ ਦੀ ਹਕੂਮਤ ਦੇ ਵੇਲੇ ਵੀ, ਖਾਸ ਤੌਰ ਤੇ ਫੌਜੀ ਲੈਵਲ ਤੇ। ਔਰ ਜਦੋਂ ਅਸੀਂ ਕੱਲ੍ਹ ਗੱਲ ਕੀਤੀ ਕਿ ਇੰਡੀਆ ਦੇ ਡਿਪਟੀ ਆਰਮੀ ਚੀਫ ਨੇ ਦਿੱਲੀ ਦੇ ਸੈਮੀਨਾਰ 'ਚ ਕਿਹਾ ਜੀ ਅਸੀਂ ਇਕੱਲੇ ਇੱਕ ਮੁਲਕ ਨਾਲ ਨਹੀਂ ਲੜੇ, ਮੋਰ ਦੈਨ 3। ਔਰ ਉਹਦੇ 'ਚ ਉਹਨਾਂ ਨੇ ਜਿੱਥੇ ਚੀਨ ਦਾ ਨਾਂ ਲਿਆ ਉੱਥੇ ਤੁਰਕੀਏ ਦਾ ਵੀ ਨਾਂ ਲਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਦੋਂ ਭਾਰਤ ਦੀ ਸ਼ਿਕਸਤ ਹੋਈ ਇਹਨਾਂ 4 ਰੋਜ਼ਾ ਜੰਗ ਦੇ ਵਿੱਚ, ਤੇ ਭਾਰਤ ਦੇ ਵਿੱਚ ਇੱਕ ਮੁਹਿੰਮ ਵੀ ਉਹਨਾਂ ਨੇ ਖੜੀ ਕੀਤੀ ਕਿ ਜੀ ਤੁਰਕੀਏ ਦੀਆਂ ਚੀਜ਼ਾਂ ਦਾ ਬਾਈਕਾਟ ਕੀਤਾ ਜਾਏ। ਉਹਨਾਂ ਦੀ ਕੋਈ ਕੰਪਨੀ ਦੇ ਕੋਲ ਕੋਈ ਉਹਨਾਂ ਦੇ 에ਅਰਪੋਰਟ ਦਾ ਕਿ ਕੀ ਕੋਈ ਕੰਮ ਸੀ ਉਹ ਖ਼ਤਮ ਕੀਤਾ ਗਿਆ, ਐਂਟੀ ਟਰਕੀ ਬਿਆਨਬਾਜ਼ੀ ਕੀਤੀ ਗਈ। ਤੁਰਕੀਏ ਦਾ ਕਸ਼ਮੀਰ ਮੁੱਦੇ ਦੇ ਉੱਤੇ ਵੀ ਹਮੇਸ਼ਾ ਸਟੈਂਡ ਬੜਾ ਕਲੀਅਰ ਹੈ ਔਰ ਉਹ ਵਕਤਨ ਬਾ ਵਕਤਨ, ਮੈਂ ਇਹ ਕਿਹਾ ਕਿ ਵੀ ਜਿਵੇਂ ਇਹ ਅਤਾ ਤੁਰਕ ਦੀ ਲਾਈਨ ਬਿਲਕੁਲ ਡਿਫਰੈਂਟ ਸੀ, ਲੇਕਿਨ ਇਸ ਪਾਸਿਓਂ ਜਿਹੜਾ ਉਹ ਇਸਲਾਮਿਕ ਲਾਈਨ ਵੱਲ ਤੁਰਕੀਏ ਦਾ ਮੁੜਨਾ ਜਿਹੜਾ ਉਹਨੇ ਪਾਕਿਸਤਾਨ ਦੇ ਨਾਲ ਸੰਬੰਧਾਂ ਨੂੰ ਹੋਰ ਵੀ ਪੀੜੇ ਕੀਤਾ। ਔਰ ਇਸੇ ਤਰ੍ਹਾਂ ਅਜ਼ਰਬਾਈਜਾਨ ਔਰ ਅਰਮੀਨੀਆ ਦੀ ਜੰਗ ਦੇ ਵੇਲੇ ਵੀ, ਕਿਉਂਕਿ ਇੱਧਰ ਜਿਹੜਾ ਅਜ਼ਰਬਾਈਜਾਨ ਨੂੰ ਜੋ ਦਿੱਤੇ ਗਏ ਡਰੋਨ ਔਰ ਜੋ ਰਾਕੇਟ ਔਰ ਜਿਹੜੀ ਵੀ ਟੈਕਨੋਲੋਜੀ ਸੀ, ਪਾਕਿਸਤਾਨ ਵੀ ਅਜ਼ਰਬਾਈਜਾਨ ਦੀ ਹਮਾਇਤ ਕਰ ਰਿਹਾ ਸੀ। ਸੋ ਇਹ ਸੰਬੰਧ ਕਾਫੀ ਅੱਗੇ ਵਧੇ ਨੇ। ਔਰ ਇਹ ਜਿਵੇਂ ਭਾਰਤ ਨੇ ਤਾਂ ਰੌਲਾ ਪਾਇਆ ਕਿ ਜੀ ਇਹ ਜਿਹੜਾ ਤੁਰਕੀਏ ਨੇ ਪਾਕਿਸਤਾਨ ਨੂੰ ਡਰੋਨ ਦਿੱਤੇ ਔਰ ਦੂਸਰਾ ਦਿੱਤਾ ਔਰ ਉਹਦੀ ਜਿਵੇਂ ਮੈਂ ਕਿਹਾ ਵੀ ਬਾਈਕਾਟ ਦੀ ਲਾਈਨ ਤੱਕ ਹੈ। ਹੁਣ ਜਿਹੜੀ ਖਬਰ ਕਰਕੇ ਮੈਂ ਸਮਝਦਾ ਕਿ ਵੀ ਇਹਨੂੰ ਮੈਂ ਡਿਸਕਸ ਕਰ ਰਿਹਾ, ਇਹਨਾਂ ਦੇ ਆਪਣੇ ਮੀਡੀਆ ਨੇ, PTI ਭਾਰਤ ਦੀ ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਏਜੰਸੀ ਹੈ, ਉਹਦੀ ਖਬਰ ਹੀ ਹੈ
ਪਾਕਿਸਤਾਨ ਤੁਰਕੀ ਐਗਰੀ ਟੂ ਡੀਪਨ ਡਿਫੈਂਸ ਇਕਨੋਮਿਕ ਟਾਈਜ਼ ਕਿ ਉਹਨਾਂ ਦੇ ਹੁਣ ਤੁਰਕੀ ਦੇ ਫੋਰਨ ਮਿਨਿਸਟਰ ਔਰ ਡਿਫੈਂਸ ਮਿਨਿਸਟਰ, ਉਹਨਾਂ ਦੇ ਫੋਰਨ ਮਿਨਿਸਟਰ ਨੇ ਹਕਾਨ ਫਿਦਾਨ, ਉਹਦਾ ਡਿਫੈਂਸ ਮਿਨਿਸਟਰ ਨੇ ਯਾਸਰ ਗੁਲੇਰ, ਇਹ ਪਾਕਿਸਤਾਨ ਦੇ ਦੌਰੇ 'ਤੇ ਨੇ ਔਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਇਸ਼ਾਕ ਦਾਰ ਦੇ ਨਾਲ ਉਹਨਾਂ ਦੀ ਇਸਲਾਮਾਬਾਦ ਦੇ ਵਿੱਚ ਮੀਟਿੰਗ ਹੋਈ। ਉਹਨਾਂ ਨੇ ਆਪਸੀ ਸਮਝੌਤਿਆਂ ਦੀ ਗੱਲ ਵੀ ਕੀਤੀ ਔਰ ਉਹਨਾਂ ਨੇ ਕਿਹਾ ਕਿ ਭਾਈ ਆਉਣ ਵਾਲੇ ਪੀਰੀਅਡ 'ਚ ਅਸੀਂ ਦੋਵੇਂ ਮੁਲਕ ਇੱਕ ਦੂਸਰੇ ਨਾਲ ਵਪਾਰ ਵਧਾਵਾਂਗੇ ਤਾਂ ਕਿ ਆਉਣ ਵਾਲੇ ਕੁਝ ਪੀਰੀਅਡ ਦੇ ਵਿੱਚ ਇਹ $5 ਬਿਲੀਅਨ ਤੱਕ ਦੀ ਟ੍ਰੇਡ ਹੋਏ। ਫਿਰ ਉਹਨਾਂ ਨੇ ਜਿਹੜਾ ਇਹ ਵੀ ਕਿਹਾ ਕਿ ਵੀ ਜਿਹੜਾ ਪਾਕਿਸਤਾਨ ਟਰਕੀ ਤੋਂ ਦੀ ਐਕਸਪਰਟੀਜ਼ ਤੋਂ ਫਾਇਦਾ ਲੈਣਾ ਚਾਹੁੰਦਾ ਹੈ, ਇਹ ਉਹਨਾਂ ਦੇ ਇਸ਼ਾਕਦਾਰ ਨੇ ਕਿਹਾ ਔਰ ਉਹਨਾਂ ਦੇ ਜਿਹੜੇ ਐਕਸਪੀਰੀਅੰਸ ਨੇ ਡਿਫੈਂਸ ਫੀਲਡ ਦੇ ਵਿੱਚ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਅਸੀਂ ਪੀਸ ਐਂਡ ਸਟੇਬਿਲਿਟੀ ਦੇ ਲਈ ਆਪਣੇ ਸਬੰਧਾਂ ਨੂੰ ਹੋਰ ਅੱਗੇ ਤੋਰਾਂਗੇ ਔਰ ਇਸ ਦੇ ਵਿੱਚ ਕੈਪੈਸਿਟੀ ਬਿਲਡਿੰਗ ਔਰ ਕਾਊਂਟਰ ਟੈਰਰਿਜ਼ਮ ਇਸ ਦੇ ਉੱਤੇ ਵੀ ਸਾਂਝ ਦੀ ਗੱਲ ਕੀਤੀ ਗਈ। ਔਰ ਪਾਕਿਸਤਾਨ ਨੇ ਕਿਹਾ ਕਿ ਤੁਰਕੀ ਇਹ ਸਾਡਾ ਇਤਬਾਰ ਵਾਲਾ ਦੋਸਤ ਹੈ, ਟਰਸਟਿਡ ਫਰੈਂਡ ਹੈ ਔਰ ਰਿਲਾਇਬਲ ਬ੍ਰਦਰ, ਉਹ ਭਰਾ ਜਿਸ ਦੇ ਉੱਤੇ ਅਸੀਂ ਜਿਹੜਾ ਜਿਹੜਾ ਭਰੋਸਾ ਕਰ ਸਕਦੇ ਹਾਂ ਉਹ ਹੈ। ਔਰ ਇਹ ਸਾਰੇ ਦੇ ਉੱਤੇ ਚੱਲਦੇ ਆ ਜਿਹੜਾ ਇੱਕ ਇਸਤੰਬੁਲ, ਤਹਿਰਾਨ ਔਰ ਇਸਲਾਮਾਬਾਦ ਰੇਲ ਲਾਈਨ ਨੂੰ ਡਿਵੈਲਪ ਕਰਨ ਦੀ ਆਪਸੀ ਗੱਲਬਾਤ ਵੀ ਹੋਈ ਔਰ ਇਹਨੂੰ ਰਿਵਾਈਵ ਕਰਨਾ ਆਲਰੇਡੀ ਐਗਜ਼ਿਸਟ ਕਰਦੀ ਸੀ, ਫਿਰ ਸ਼ਾਇਦ ਨਾ ਹੋਏ। ਇਸੇ ਤਰ੍ਹਾਂ ਤੁਰਕੀ ਮਾਰਿਫ ਸਕੂਲ ਜਿਹੜਾ ਮੁਜ਼ੱਫਰਾਬਾਦ ਦੇ ਵਿੱਚ ਖੋਲ੍ਹਿਆ ਜਾ ਰਿਹਾ, ਜਿਹਨੂੰ ਜ਼ਾਹਰ ਹੈ ਕਿ ਵੀ ਇਹ ਇੱਕ ਗੁੱਡਵਿਲ ਜੈਸਚਰ ਦੇ ਤੌਰ ਤੇ। ਪਰ ਜਿਹੜੀ ਗੱਲ ਇੱਕ ਪਾਸੇ ਭਾਰਤ ਤਾਂ ਤੁਰਕੀ ਨੂੰ ਧਮਕਾ ਕੇ ਸਮਝਦਾ ਸੀ ਕਿ ਵੀ ਉਹ ਪਾਕਿਸਤਾਨ ਨਾਲੋਂ ਡਿਸਟੈਂਸ ਕਰੇਗਾ, ਪਰ ਇਸ ਮੌਕੇ ਦੇ ਉੱਤੇ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਔਰ ਡਿਫੈਂਸ ਮਿਨਿਸਟਰ ਨੇ ਉਹਨਾਂ ਨੇ ਰਾਦਰ ਪਾਕਿਸਤਾਨ ਦੀ ਤਾਰੀਫ ਕੀਤੀ। ਪਾਕਿਸਤਾਨ ਇੰਡੀਆ ਕਨਫਲਿਕਟ ਬਾਰੇ ਮਿਸਟਰ ਫਿਦਾਨ ਨੇ ਕਿਹਾ ਕਿ ਐਪਰੀਸ਼ੀਏਟਿਵ ਆਫ ਪਾਕਿਸਤਾਨਸ ਵਿਜ਼ਡਮ ਓਰੀਐਂਟਡ ਐਟੀਟਿਊਡ ਕਿ ਇਸ ਟਕਰਾਅ ਦੇ ਦੌਰਾਨ ਜਿਵੇਂ ਪਾਕਿਸਤਾਨ ਨੇ ਸਿਆਣਪ ਦਾ ਮੁਜ਼ਾਹਰਾ ਕੀਤਾ ਉਸ ਦੀ ਅਸੀਂ ਤਾਰੀਫ ਕਰਦੇ। ਫਿਰ ਕਿਉਂਕਿ ਇਹ ਬੇਸ਼ੱਕ ਕ੍ਰੈਡਿਟ ਫੌਜੀ ਚੀਫ ਨੂੰ ਜਾਂ ਉਹਨਾਂ ਨੂੰ ਫੀਲਡ ਮਾਰਸ਼ਲ ਦਾ ਟਾਈਟਲ ਵੀ ਮਿਲਿਆ ਮਨੀਰ ਜਨਾਬ ਨੂੰ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਪਰਫਾਰਮੈਂਸ ਪਾਕਿਸਤਾਨ ਦੀ 에ਅਰ ਫੋਰਸ ਦੀ ਸੀ ਉਹਦਾ ਕ੍ਰੈਡਿਟ ਤਾਂ ਉਹਨਾਂ ਦੇ ਚੀਫ ਆਫ 에ਅਰ ਸਟਾਫ ਚੀਫ ਮਾਰਸ਼ਲ ਜਿਹੜੇ ਨੇ ਜ਼ਹੀਰ ਅਹਿਮਦ ਬਾਬਰ ਸਿੱਧੂ ਉਹਨਾਂ ਨੂੰ ਜਾਂਦੀ ਹੈ ਔਰ ਇਸ ਲਈ ਉਹਨਾਂ ਦੀ ਟਰਮ ਵੀ ਵਧਾਈ ਗਈ ਹੈ ਮਿਸਟਰ ਸਿੱਧੂ ਦੀ 에ਅਰ ਚੀਫ। ਔਰ ਇਹ ਦੋਨੋਂ ਹੀ ਟਰਕੀ ਦੇ ਡਿਫੈਂਸ ਮਿਨਿਸਟਰ ਔਰ ਫੋਰਨ ਮਿਨਿਸਟਰ ਜਿਹੜੇ ਨੇ ਪਾਕਿਸਤਾਨ ਦੇ 에ਅਰ ਚੀਫ ਮਾਰਸ਼ਲ ਨੂੰ ਵੀ ਜਾ ਕੇ ਮਿਲੇ ਔਰ ਉੱਥੇ ਉਹਨਾਂ ਨੇ ਰੀਜਨਲ ਸਿਕਿਉਰਿਟੀ ਔਰ ਡਿਫੈਂਸ ਕੋਆਪਰੇਸ਼ਨ ਔਰ ਬਾਕੀਆਂ ਦੀ ਗੱਲ ਕੀਤੀ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਭਾਈ ਅਸੀਂ ਇਹ ਸਾਰੇ ਨੂੰ ਹੋਰ ਵੀ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ। ਔਰ ਉਹਨਾਂ ਦੇ ਫੋਰਨ ਮਿਨਿਸਟਰ ਨੇ ਫਿਰ ਰਾਦਰ ਹੀ ਲਾਡਡ ਦਾ ਪਾਕਿਸਤਾਨ 에ਅਰ ਫੋਰਸ ਐਕਸੈਪਸ਼ਨਲ ਪਰਫਾਰਮੈਂਸ under the insightful leadership of the air chief in the recent conflict with India। exceptional performance ਕਿ ਭਾਈ ਜਿਹੜੀ ਤੁਹਾਡੀ ਕਾਰਗੁਜ਼ਾਰੀ ਸੀ ਉਹ ਰਿਮਾਰਕੇਬਲ ਸੀ ਔਰ ਅਸੀਂ ਉਸ ਦੀ ਤਾਰੀਫ ਕਰਦੇ। ਸੋ ਜ਼ਾਹਰ ਹੈ ਕਿ ਵੀ ਹਾਲਾਂਕਿ 에ਅਰ ਫੋਰਸ ਚੀਫ ਦਾ ਕੋਈ ਰੁਤਬਾ ਪ੍ਰੋਟੋਕੋਲ ਦੇ ਮੁਤਾਬਕ ਕਿਸੇ ਮੁਲਕ ਦੇ ਫੋਰਨ ਮਿਨਿਸਟਰ ਜਾਂ ਡਿਫੈਂਸ ਮਿਨਿਸਟਰ ਦੇ ਬਰਾਬਰ ਨਹੀਂ ਹੁੰਦਾ, ਉਹ ਜੇ ਉਹਨਾਂ ਦਾ 에ਅਰ ਫੋਰਸ ਚੀਫ ਮਿਲਣ ਆਏ ਤਾਂ ਦੂਜੇ। ਲੇਕਿਨ ਇਹਦੇ 'ਚ ਇਹ ਹੋਏਗਾ ਬਹਾਦਰ ਹਮੇਸ਼ਾ ਬਹਾਦਰ ਦੀ ਕਦਰ ਕਰਦਾ ਹੈ ਔਰ ਤੁਰਕ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਜਿਹੜਾ ਜਿਵੇਂ ਮੈਂ ਉਹਨਾਂ ਦੀ ਬੈਕਗਰਾਊਂਡ ਬਿਆਨੀ ਹੈ ਸੋ ਰਾਦਰ ਉਹਨਾਂ ਨੇ ਇਹ ਡਿਜ਼ਾਇਰ ਐਕਸਪ੍ਰੈਸ ਕੀਤੀ ਹੋਏਗੀ ਕਿ ਵੀ ਅਸੀਂ ਤੁਹਾਡੇ 에ਅਰ ਚੀਫ ਮਾਰਸ਼ਲ ਨੂੰ ਮਿਲਣਾ ਚਾਹੁੰਦੇ ਹਾਂ ਮਿਸਟਰ ਸਿੱਧੂ ਨੂੰ, ਜਿਹਨੇ ਜਿਹੜਾ ਹੈ ਉਹ ਰਿਮਾਰਕੇਬਲ ਪਰਫਾਰਮੈਂਸ ਦਿੱਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਜਦੋਂ ਅਸੀਂ ਗਰੁੱਪਿੰਗ ਦੇਖ ਰਹੇ ਹਾਂ ਜਾਂ ਇਹ ਦੇਖ ਰਹੇ ਹਾਂ ਵੀ ਨਿਊ ਪਾਵਰਸ ਐਮਰਜ ਹੋ ਰਹੀਆਂ ਨੇ, ਹੁਣ ਇਹ ਜਿਹੜਾ ਅਲਾਇੰਸ ਹੈ ਜਿਹਦੇ 'ਚ ਤੁਰਕੀ ਹੈ ਔਰ ਪਾਕਿਸਤਾਨ ਹੈ, ਚਾਈਨਾ ਹੈ, ਰਸ਼ੀਆ ਹੈ, ਈਰਾਨ ਹੈ, ਇਹ ਸਾਰੇ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਅਲਟੀਮੇਟਲੀ ਇਹ ਠੀਕ ਹੈ ਵੀ ਇਸ ਵੇਲੇ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਡਾਲਰ ਪਾਵਰਫੁਲ ਹੈ, ਉਹਨਾਂ ਦੀ ਲਾਈਨ ਟੋ ਹੁੰਦੀ ਰਹੀ ਹੈ, ਲੇਕਿਨ ਇਹ ਸਾਰੀਆਂ ਰੀਜਨਲ ਔਰ ਸਾਡੇ ਕੁਛ ਵੀਰਾਂ ਨੂੰ ਸ਼ਾਇਦ ਇਹ ਲੱਗਦਾ ਵੀ ਹੋਣਾ ਵੀ ਮੈਂ
ਉਹਨਾਂ ਇਸ਼ੂਜ਼ ਨੂੰ ਲਿਆਂਦਾ, ਇਹਨਾਂ ਦਾ ਸਾਡੇ ਨਾਲ ਕੀ ਸੰਬੰਧ ਹੈ? ਅਸੀਂ ਉਸ ਖਿੱਤੇ 'ਚ ਵੱਸਦੇ ਹਾਂ। ਸਾਡਾ ਮੁਲਕ ਖਾਲਿਸਤਾਨ ਉਸੇ ਹੀ ਧਰਤੀ ਦੇ ਉੱਤੇ ਸਾਡੇ, ਜੇ ਅਸੀਂ ਕੱਲ ਨੂੰ ਜੇ ਚੀਨ ਦੀ ਇੰਨੀ ਲੋੜ ਹੈ એનર્ਜੀ ਦੇ ਲਈ, ਉਹ ਰੂਸ ਤੋਂ ਵੀ ਲੈਂਦਾ ਹੈ, ਈਰਾਨ ਤੋਂ ਵੀ ਲੈਂਦਾ ਹੈ, ਹੋਰਾਂ ਨਾਲ ਵੀ ਕਰਦਾ ਹੈ, ਰੇਅਰ ਅਰਥ ਮਟੀਰੀਅਲ ਦੀ ਗੱਲ ਹੋ ਰਹੀ ਹੈ। ਖਾਲਿਸਤਾਨ ਦੀ ਇਕਨੋਮੀ ਨੂੰ ਅਸੀਂ ਕਿਵੇਂ ਚਲਾਉਣਾ ਹੈ? ਉਸ ਦੇ ਲਈ ਤੁਹਾਨੂੰ ਤੇਲ ਵੀ ਚਾਹੀਦਾ ਹੈ। ਉਸ ਦੇ ਲਈ ਤੁਸੀਂ ਰੀਜਨਲ ਜਦੋਂ ਪੈਕੇਜ ਦੀ ਗੱਲ ਕਰਦੇ ਹੋ ਤਾਂ ਤੁਸੀਂ ਇਹ ਦੇਖਣਾ ਵੀ ਤੁਹਾਡੇ ਅਲਾਇੰਸ ਕਿਹਦੇ ਨਾਲ ਬਣਨੇ ਨੇ, ਉਹਦੇ 'ਚ ਤੁਹਾਡੀ ਦਿਲਚਸਪੀ ਹੋਣਾ ਜਾਂ ਉਸ ਦੇ ਵਿੱਚ ਤੁਹਾਡੇ ਰਾਬਤੇ ਹੋਣੇ ਔਰ ਉਹਨਾਂ ਸਾਰੇ ਸੰਬੰਧਾਂ ਨੂੰ ਦੇਖਣਾ। ਅਲਟੀਮੇਟਲੀ ਅਸੀਂ ਲੈਂਡ ਲੋਕਡ ਟੂ ਬਿਗਨ ਵਿਦ ਹੋਵਾਂਗੇ। ਉਸ ਦੇ ਲਈ ਜੇ ਅਸੀਂ ਵਪਾਰ ਕਰਨਾ ਹੈ, ਸਾਡੇ ਕੋਲ ਕਿਹੜੀਆਂ ਚੀਜ਼ਾਂ ਨੇ, ਉਹਦੀ ਮਾਰਕੀਟਿੰਗ ਕੀ ਹੈ। ਸੋ ਮੈਨੂੰ ਮੇਰਾ ਇਹ ਜਿਹੜਾ ਮੈਂ ਆਪਣਾ ਫਰਜ਼ ਵੀ ਸਮਝਦਾ ਕਿ ਵੀ ਆਪਣੇ ਲੋਕਾਂ ਨੂੰ ਵੀ ਸਿਰਫ ਅਸੀਂ ਕਿਨੇ ਕੀ ਕਿਹਾ ਜਾਂ ਲੋਕਲ ਲੈਵਲ ਦੇ ਉੱਤੇ ਹੀ ਐਕਿਊਜ਼ੇਸ਼ਨਸ ਔਰ ਕਾਊਂਟਰ ਐਕਿਊਜ਼ੇਸ਼ਨਸ ਨਾ ਆਈਏ। ਬਾਹਰ ਨਿਕਲ ਕੇ ਜਦੋਂ ਅਸੀਂ ਜੀਓ ਪੋਲਿਟਿਕਸ ਦੀ ਗੱਲ ਕਰਦੇ ਹਾਂ ਤੇ ਇਹ ਤਬਦੀਲੀਆਂ ਇੰਪੋਰਟੈਂਟ ਨੇ। ਮੈਨੂੰ ਯਾਦ ਹੈ ਕਿ ਵੀ ਜਿਹੜਾ ਇੱਕ ਫ੍ਰੈਂਚ ਜਨਰਲ ਨੂੰ ਜਦੋਂ ਹਰੀ ਸਿੰਘ ਨਲੂਆ, ਜਿਹੜੇ ਹਾਲਾਂਕਿ ਗਵਰਨਰ ਸੀ ਹਰੀਪੁਰ ਹਜ਼ਾਰਾ ਦੇ, ਔਰ ਦੂਸਰੇ ਉਦੋਂ ਫਰਾਂਸ ਦਾ ਜਿਹੜਾ ਉਹ ਲੈਂਡ ਰਿਫਾਰਮ ਦੇ ਨਾਂ ਥੱਲੇ ਰੈਵੋਲੂਸ਼ਨ ਹੋ ਕੇ ਹਟਿਆ ਸੀ 1789 ਔਰ ਦੂਜੇ ਦਾ, ਤੇ ਹਰੀ ਸਿੰਘ ਨਲੂਆ ਉਹਦੇ 'ਚ ਉਹਨਾਂ ਨੂੰ ਕਹਿ ਰਹੇ ਸੀ ਕਿ ਸਾਨੂੰ ਤੁਸੀਂ ਫਰਾਂਸ ਦਾ ਕਨਸਟੀਟਿਊਸ਼ਨ ਦਿਓ ਵੀ ਅਸੀਂ। ਸੋ ਉੱਥੇ ਬੈਠਿਆਂ ਵੀ ਹਾਲਾਂ ਫਰਾਂਸ ਨਾਲ ਕੋਈ ਉਸ ਜ਼ਮਾਨੇ 'ਚ ਉਸ ਲੈਵਲ ਦਾ ਨਹੀਂ ਸੀ। ਬਾਅਦ 'ਚ ਇਹ ਸਾਰੇ ਨੈਪੋਲੀਅਨ ਬੋਨਾਪਾਰਟ ਦੇ ਹੀ ਜਨਰਲ ਸੀ, ਐਲਰਡ ਜਾਂ ਵੈਂਤੁਰਾ, ਜਦੋਂ ਨੈਪੋਲੀਅਨ ਦੀ ਸ਼ਿਕਸਤ ਹੋਈ ਤੇ ਸਿੱਖ ਰਾਜ 'ਚ ਆਏ। ਲੇਕਿਨ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਿਹੜੇ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਜਿਹੜਾ ਅਰਬੀ, ਫਾਰਸੀ, ਬਹੁਤ ਸਾਰੀਆਂ ਜ਼ਬਾਨਾਂ ਦਾ ਮਾਹਿਰ ਸੀ, ਕਿਉਂਕਿ ਅਲਟੀਮੇਟਲੀ ਤੁਸੀਂ ਜਿੱਥੇ ਸਰਵਾਈਵ ਜਾਂ ਐਗਜ਼ਿਸਟ ਕਰ ਰਹੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਦੁਨੀਆ ਦੇ ਕਿਸ ਹਿੱਸੇ 'ਚ ਕੀ ਚੱਲ ਰਿਹਾ ਔਰ ਤੁਹਾਡੇ ਇੰਟਰਸਟ ਕਿੱਥੇ ਲਾਈ ਕਰਦਾ ਹੈ। ਔਰ ਮੈਨੂੰ ਯਾਦ ਹੈ ਕਿ ਸਰ ਕਪੂਰ ਸਿੰਘ ਜਿਹੜੇ ਵੱਡੇ ਸਿੱਖ ਸਕਾਲਰ 20ਵੀਂ ਸਦੀ ਦੇ ਹੋਏ, ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਐਡਵਾਈਸ ਕੀਤਾ ਸੀ ਕਿ ਤੁਸੀਂ ਜਿੱਥੇ ਪੰਜਾਬੀ ਤਾਂ ਜ਼ਾਹਰ ਹੈ ਗੁਰਮੁਖੀ ਆਪਣੇ ਲੋਕਾਂ ਦੇ ਲਈ ਤੁਸੀਂ ਡੀਲ ਕਰਨ ਲਈ ਹੈ, ਅੰਗਰੇਜ਼ੀ ਇੰਟਰਨੈਸ਼ਨਲ ਜ਼ਬਾਨ ਹੈ, ਉਹਨਾਂ ਦਾ ਇਹ ਕਹਿਣਾ ਸੀ ਕਿ ਫਾਰਸੀ ਨੂੰ ਵੀ ਐਜ਼ ਏ ਇੰਟਰਲਿੰਕ ਜ਼ਬਾਨ ਦੇ ਤੌਰ ਦੇ ਉੱਤੇ ਜਿਹੜਾ ਉਹ ਪ੍ਰਮੋਟ ਕੀਤਾ ਜਾਣਾ ਚਾਹੀਦਾ ਸਿੱਖ ਸੰਸਥਾਵਾਂ ਵੱਲੋਂ, ਤਾਂ ਕਿ ਤੁਹਾਡੇ ਜਿਹੜੇ ਨੇਬਰਸ ਦੇ ਵਿੱਚ ਨੇ, ਖਾਸ ਤੌਰ 'ਤੇ ਪਾਕਿਸਤਾਨ, ਈਰਾਨ, ਔਰ ਜਿਵੇਂ ਸਰਕਾਰੇ ਖਾਲਸਾ ਜੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਸਰਕਾਰੀ ਜ਼ਬਾਨ ਫਾਰਸੀ ਸੀ। ਸੋ ਇਹ ਤੁਹਾਡੇ ਸੰਬੰਧ ਹੁੰਦੇ ਨੇ ਜਦੋਂ ਤੁਸੀਂ ਕਲਚਰਸ ਦੇ ਨਾਲ ਦੂਸਰਿਆਂ ਦੇ ਨਾਲ ਡੀਲ ਕਰਦੇ ਹੋ, ਤੇ ਤੁਹਾਡੀ ਰੈਲੇਵੈਂਸ ਹੈ। ਤੁਸੀਂ ਕੋਈ ਇਹ ਨਹੀਂ ਹੈ ਕਿ ਵੀ ਤੁਸੀਂ ਆਫ ਯੋਰ ਓਨ ਕਿਤੇ ਐਗਜ਼ਿਸਟ ਕਰਦੇ ਹੋ। ਸੋ ਇਸ ਲਈ ਇਹ ਇੰਪੋਰਟੈਂਟ ਹੈ ਕਿ ਅਸੀਂ ਦੇਖੀਏ ਕਿ ਸਾਡੇ ਖਿੱਤੇ ਸਾਊਥ ਏਸ਼ੀਆ 'ਚ, ਸੈਂਟਰਲ ਏਸ਼ੀਆ 'ਚ, ਨਾਲ ਲੱਗਦੇ ਯੂਰਪ, ਅਲਟੀਮੇਟਲੀ ਸਾਡੀ ਮਾਰਕੀਟ ਤਾਂ ਵੱਡੀ ਯੂਰਪ ਵੀ ਹੋਣੀ ਹੈ, ਮਿਡਲ ਈਸਟ ਵੀ ਹੋਣੀ ਹੈ, ਇਹਨਾਂ ਸਾਰਿਆਂ ਦੇ ਵਿੱਚ ਕੀ ਹੋ ਰਿਹਾ। ਸੋ ਇਹ ਇੰਟਰਸਟਿੰਗ ਡਿਵੈਲਪਮੈਂਟ ਹੈ ਕਿ ਤੁਰਕੀਏ ਦੇ ਡਿਫੈਂਸ ਮਿਨਿਸਟਰ ਔਰ ਫੋਰਨ ਮਿਨਿਸਟਰ ਆ ਕੇ ਪਾਕਿਸਤਾਨ ਦੇ ਫੌਜੀ ਚੀਫ ਨੂੰ ਮਿਲਦੇ ਨੇ ਔਰ ਉਹਨਾਂ ਨੂੰ ਇਹ ਕੰਪਲੀਮੈਂਟ ਕਰਦੇ ਨੇ ਕਿ ਭਾਈ ਤੁਹਾਡੀ ਐਕਸੈਪਸ਼ਨਲ ਪਰਫਾਰਮੈਂਸ ਸੀ 4 ਰੋਜ਼ਾ ਭਾਰਤ ਦੇ ਨਾਲ ਜੰਗ ਦੇ ਵਿੱਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ
1-800 FBI ਜਾਂ 1-800 225 5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਹਿੰਦੂ ਅਮਰੀਕਨ ਫਾਊਂਡੇਸ਼ਨ ਸਮੇਤ ਹਿੰਦੂ ਤਮੀਆਂ ਵੱਲੋਂ ਹਿੰਦੂ ਫੋਬੀਆ ਦਾ ਰੌਲਾ ਪਾਇਆ ਜਾ ਰਿਹਾ ਔਰ ਇਸ ਸੰਬੰਧੀ ਬਹੁਤ ਸਾਰੀਆਂ ਘਟਨਾਵਾਂ ਨੂੰ ਐਗਜ਼ਾਮਪਲ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ। ਔਰ ਯੂਐਸ ਕਰੰਟਸ ਨਾਂ ਦੀ ਪਬਲੀਕੇਸ਼ਨ ਨੇ ਇੱਕ ਡੀਟੇਲ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਕਿ ਹਿੰਦੂ ਫੋਬੀਆ ਇੱਕ ਮਿਥ ਹੈ ਅਤੇ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ੍ਹ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹਨੇ ਬਹੁਤ ਨਫ਼ਰਤੀ ਦੌਰਾ ਵੀ ਚਲਾਇਆ ਹੋਇਆ ਸੀ ਸਿੱਖਾਂ ਦੇ ਖਿਲਾਫ ਔਰ ਈਵਨ ਗੁਰਦੁਆਰਿਆਂ ਨੂੰ ਡਰੱਗਸ ਦੇ ਅੱਡੇ ਔਰ ਖਾਲਿਸਤਾਨੀ ਵਾਇਲੈਂਸ ਨਾਲ ਜੋੜ ਕੇ ਪੂਰਾ ਵਿਰੋਧ ਕਰ ਰਹੇ ਸੀ, ਜਿਨ੍ਹਾਂ ਨੇ ਇਸ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਸ ਨੇ ਕਾਸਟ ਡਿਸਕ੍ਰਿਮੀਨੇਸ਼ਨ ਬੇਸਡ ਜਿਹੜਾ ਬਿੱਲ ਕੈਲੀਫੋਰਨੀਆ ਅਸੈਂਬਲੀ ਔਰ ਸੈਨੇਟ ਨੇ ਪਾਸ ਕੀਤਾ, ਗਵਰਨਰ ਨੂੰ ਪੈਸੇ ਦੇ ਕੇ ਉਸ ਨੂੰ ਰੁਕਵਾਇਆ। ਪਹਿਲੀ ਵਾਰ ਜਿਹੜਾ ਬੀਬੀ ਡਾਕਟਰ ਬੈਂਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜਾ ਬਿੱਲ ਲਿਆਂਦਾ, ਅਸੈਂਬਲੀ ਨੇ ਪਾਸ ਕੀਤਾ, ਸੈਨੇਟ 'ਚ ਉਹਨਾਂ ਨੂੰ ਬਲੌਕ ਇਹਨਾਂ ਨੇ ਕਰਵਾ ਦਿੱਤਾ। ਔਰ ਇਹ ਸਾਰੇ ਦੇ ਚੱਲਦਿਆਂ ਬੜੇ ਵੱਡੇ ਪੈਮਾਨੇ ਦੇ ਉੱਤੇ ਇਹਨਾਂ ਦੀ ਫਾਈਨੈਂਸਿੰਗ ਪੋਲੀਟੀਸ਼ੀਅਨਸ ਨੂੰ ਅਮਰੀਕਾ ਦੇ ਔਰ ਦੂਸਰੇ ਔਰ ਇੱਕ ਮੂਵ, ਕਿਉਂਕਿ ਇਹ ਇਸਲਾਮੋਫੋਬੀਆ ਦੇ ਥੱਲੇ ਯੂਨਾਈਟਿਡ ਨੇਸ਼ਨਸ ਨੇ ਇੱਕ ਦਿਨ ਵੀ ਮੁਕਰਰ ਕੀਤਾ ਵੀ ਜਿਹਨੂੰ ਇਸਲਾਮੋਫੋਬੀਆ ਜਿਹੜਾ ਉਸ ਨੂੰ ਰੋਕਣ ਦੇ ਲਈ ਵਰਤਿਆ ਜਾਏ। ਤੇ ਇਹਨਾਂ ਨੇ ਰੌਲਾ ਸ਼ੁਰੂ ਕੀਤਾ ਹੋਇਆ ਕੁਝ ਸਾਲਾਂ ਤੋਂ ਹੀ ਹਿੰਦੂ ਤਵੀਆਂ ਨੇ, ਹਿੰਦੂ ਫੋਬੀਆ। ਔਰ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜੇ 9/11 ਹੋਇਆ, 9/11 ਤੋਂ ਠੀਕ 4 ਦਿਨ ਬਾਅਦ ਅਰੀਜ਼ੋਨਾ ਦੇ ਮੈਸਾ ਟਾਊਨ ਦੇ ਵਿੱਚ ਬਲਬੀਰ ਸਿੰਘ ਸੋਢੀ ਉਹਨਾਂ ਦਾ ਮਰਡਰ ਹੋਇਆ ਹੇਟ ਕ੍ਰਾਈਮ ਦੇ ਥੱਲੇ। ਸੋ ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮ ਤਾਂ ਮੱਚ ਮੋਰ ਇਨ ਥਾਊਜ਼ੈਂਡਸ ਜਿਹੜੀਆਂ ਨੇ ਉਹ ਘਟਨਾਵਾਂ ਰਿਕਾਰਡ ਵੀ ਹੋਈਆਂ ਔਰ ਉਹਦੇ ਥੱਲੇ ਅਮਰੀਕਨ ਸਿਸਟਮ ਨੇ ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮਸ ਦੀ ਅੱਡ ਕੈਟਾਗਰੀ ਨੂੰ ਰੈਕਗਨਾਈਜ਼ ਕੀਤਾ, ਜਿਹਦੇ ਲਈ ਸਾਡੀਆਂ ਯੂਥ ਆਰਗੇਨਾਈਜੇਸ਼ਨਸ ਨੇ ਕਾਫੀ ਮਿਹਨਤ ਕੀਤੀ। ਲੇਕਿਨ ਇਹਨਾਂ ਵੱਲੋਂ ਇਸ ਕਿਸਮ ਦਾ ਵਰਤਾਰਾ ਜਿਹੜਾ ਸੀ ਇਹ ਇੱਕ ਪਾਸੇ ਦੱਸਣ ਦੇ ਲਈ ਕਿ ਜੀ ਜਿਵੇਂ ਅਸੀਂ ਵਿਕਟਮ ਹੁੰਦੇ ਹਾਂ, ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਜੇ ਆਪਣੀ ਐਕਟੀਵਿਟੀ ਨੂੰ ਜ਼ੀਨੋਫੋਬੀਆ ਦੇ ਥੱਲੇ ਰੱਖਦੇ, ਜਿਹੜਾ ਫੋਰੇਨਰਸ ਦੇ ਲਈ ਜਾਂ ਅਣਜਾਣ ਲੋਕਾਂ ਤੋਂ ਇੱਕ ਖੌਫ ਹੈ, ਉਹਦੇ ਲਈ ਟਰਮ ਜ਼ੀਨੋਫੋਬ ਉਹ ਤਾਂ ਸਮਝ ਆ ਸਕਦਾ। ਲੇਕਿਨ ਇਹਨਾਂ ਨੇ ਇਸ ਢੰਗ ਦੇ ਨਾਲ, ਹਾਲਾਂਕਿ ਖੁਦ ਜਿਹੜੇ ਇਹਨਾਂ 'ਚੋਂ ਲੋਕ ਪਾਵਰ ਸੈਂਟਰਸ 'ਤੇ ਬੈਠੇ ਨੇ ਉਹਨਾਂ ਦਾ ਤਾਂ ਜੋ ਰਵੱਈਆ ਅਸੀਂ ਬਿਆਨ ਕੀਤਾ ਹੀ ਹੈ ਕਿ ਵੀ ਕਿਸ ਲੈਵਲ ਦੇ ਉੱਤੇ ਇਹਨਾਂ ਨੇ ਈਵਨ ਜਿਹੜੇ ਵਿਦਿਨ ਹਿੰਦੂ ਵੀ ਨੇ ਜਿਨ੍ਹਾਂ ਨੂੰ ਇਹ ਦਲਿਤ ਕਹਿ ਕੇ ਦੁਰਕਾਰਦੇ ਨੇ, ਉਹਨਾਂ ਨਾਲ ਜੋ ਡਿਸਕ੍ਰਿਮੀਨੇਸ਼ਨ ਕਰ ਰਹੇ ਨੇ, ਖੁਦ ਜਿਹੜੇ ਆਪਣੇ ਹੀ ਭਾਈਚਾਰੇ ਜਾਂ ਆਪਣੇ ਧਰਮ ਦੇ ਲੋਕਾਂ ਨੂੰ ਆਪਣੇ ਬਰਾਬਰ ਸਮਝਣ ਤੋਂ ਇਨਕਾਰੀ ਨੇ, ਉਹਨਾਂ ਨੇ ਇਹ ਕਿਹਾ ਜੀ ਸਾਡੇ ਲਈ ਇਹ ਹਿੰਦੂ ਫੋਬੀਆ ਔਰ ਦੂਜਾ। ਔਰ ਇਸ ਦੇ ਉੱਤੇ ਉਹਨਾਂ ਨੇ 152 ਘਟਨਾਵਾਂ ਜਿਹੜੀਆਂ ਨੇ ਉਹ ਥਾਂ ਜਿਹੜੀਆਂ ਵਾਪਰੀਆਂ, ਕੋਈ ਲੁਟੇਰਾ ਆਇਆ, ਕੋਈ ਜ਼ੀਨੋਫੋਬਿਕ ਹੈ, ਕੋਈ ਦੂਸਰਾ, ਉਹਨੂੰ ਉਹਨਾਂ ਨੇ ਜਿਹੜਾ ਆਪਣੇ ਖਾਤੇ 'ਚ ਪਾਇਆ ਕਿ ਜੀ ਇਹ ਹਿੰਦੂ ਫੋਬੀਆ ਦੀਆਂ ਘਟਨਾਵਾਂ। ਔਰ ਇਹਨੂੰ ਇਹ ਐਜ਼ ਏ ਟਰਮ, ਐਜ਼ ਏ
ਕਾਨਸੈਪਟ ਲਾਅ ਮੇਕਰਸ ਓਪੀਨੀਅਨ ਮੇਕਰਸ ਕੋਲ ਰੈਕਗਨਾਈਜ਼ ਕਰਵਾਉਣਾ ਚਾਹੁੰਦੇ ਸੀ। ਮੈਂ ਸਮਝਦਾ ਵੀ ਇੱਕ ਪਾਸੇ ਤਾਂ ਸਿੱਖ ਗੁਰਦੁਆਰਾ ਸਾਹਿਬ ਫਰੀਮਾਉਂਟ ਨੇ ਬਹੁਤ ਵਧੀਆ ਕੰਮ ਕੀਤਾ, ਉਹਨਾਂ ਨੇ ਇੱਕ ਵੱਡੀ ਫਰਮ ਲਾਅ ਫਰਮ ਹਾਇਰ ਕੀਤੀ ਜਿਹੜੀ ਐਲਨ ਮਸਕ ਦੇ ਨਾਲ ਵੀ ਕਿਸੇ ਵੇਲੇ ਐਫੀਲੀਏਟ ਸੀ। ਲਗਭਗ 2 ਸਾਲ ਉਹਨਾਂ ਨੇ, ਸ਼ਾਇਦ 1.5 ਸਾਲ ਪੂਰਾ ਇਸ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਜਿਹੜਾ ਹੈ ਉਹ ਉਹਨਾਂ ਨੇ ਇਨਵੈਸਟੀਗੇਟ ਕੀਤਾ। ਉਹਨਾਂ ਨੇ ਦੇਖਿਆ ਵੀ ਇਹ ਤਾਂ ਸਿੱਧੇ ਤੌਰ ਤੇ ਇੰਡੀਅਨ ਐਮਬੈਸੀ ਨਾਲ ਜੁੜਿਆ ਹੋਇਆ, ਪੈਸੇ ਕਿੱਥੋਂ ਆ ਰਹੇ ਨੇ, ਇਹ ਕੋਈ ਫਾਰਾ ਦੇ ਥੱਲੇ ਰਜਿਸਟਰਡ ਵੀ ਨਹੀਂ, ਐਜ਼ ਏ ਫੋਰਨ ਏਜੰਟ ਰੈਗੂਲੇਸ਼ਨ ਐਕਟ ਨੂੰ ਫੋਲੋ ਨਹੀਂ ਕਰਦੇ, ਔਰ ਨਾਨ ਪ੍ਰੋਫਿਟ ਦਾ ਸਟੇਟਸ ਲੈ ਕੇ ਇਹ ਇਸ ਕਿਸਮ ਦੀ ਪੋਲੀਟੀਕਲ ਲੌਬੀ ਕਰ ਰਹੇ ਨੇ। ਔਰ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਨੂੰ ਲਿਖਿਆ ਵੀ ਇਹਨਾਂ ਨੂੰ ਇਨਵੈਸਟੀਗੇਟ ਕਰੋ। ਸੋ ਉਹ ਆਲਰੇਡੀ ਚੱਲ ਰਿਹਾ ਸਾਰਾ ਪਾਰਟ। ਪਰ ਅੱਜ ਮੈਂ ਦੇਖਿਆ ਕਿ ਵੀ ਜਦੋਂ ਹੁੰਦਾ ਵੀ ਇਹਨਾਂ ਦਾ ਆਪਣਾ ਹੀ ਕਾਨਸੈਪਟ ਸਾੜ ਸਤੀ ਦਾ ਹੈ ਕਿ ਇਹਨਾਂ ਦੀ ਇਸ ਹਿੰਦੂ ਫੋਬੀਆ ਵਾਲੀ ਜਿਹੜੀ ਸਾਰੀ ਇਹਨਾਂ ਦੀ ਲਾਈਨ ਹੈ ਉਹਨੂੰ ਬਹੁਤ ਚੰਗੀ ਤਰ੍ਹਾਂ ਡੀਬੰਕ ਕੀਤਾ ਹੈ। ਜਦੋਂ ਤੁਸੀਂ ਡੀਬੰਕ ਨੂੰ ਦੇਖੋਗੇ ਕਿ ਵੀ ਉਹਦੇ ਪਰਛੇ ਉਡਾ ਦਿੱਤੇ, ਔਰ ਕਿਸੇ ਹੋਰ ਨੇ ਨਹੀਂ, ਜਿਨ੍ਹਾਂ ਦੇ ਨਾਲ ਨੈਤਨਯਾਹੂ ਦੇ ਨਾਲ ਜਦੋਂ ਇਹ ਯਾਰੀ ਪਾਉਣ ਦੀ ਗੱਲ, ਮੋਦੀ ਤੇ ਨੈਤਨਯਾਹੂ ਇੱਕੋ ਹੀ ਲੱਗਦਾ ਵੀ ਜੁੜਵੇਂ ਭਰਾ ਹੀ ਨੇ, ਉਹ ਜਿਹਾ ਹੀ ਜੈਨੋਸਾਈਡ ਕਰਨ ਵਾਲਾ ਇਹ ਆ, ਉਹ ਜਿਹਾ ਹੀ ਉਹ ਹੈ। ਔਰ ਜਿਊਜ਼ ਦੀ ਪਬਲੀਕੇਸ਼ਨ ਹੈ ਜੂਇਸ਼ ਕਰੰਟਸ, ਔਰ ਇਹ ਲੰਬਾ ਚੌੜਾ ਆਰਟੀਕਲ ਹੈ, ਮੈਂ ਸਾਰਾ ਤਾਂ ਨਹੀਂ ਡਿਸਕਸ ਕਰਾਂਗਾ, ਜਿਨ੍ਹਾਂ ਦਾ ਇੰਟਰਸਟ ਹੈ ਉਹ ਇਹਨੂੰ। ਔਰ ਦਿਲਚਸਪ ਗੱਲ ਹੈ ਵੀ ਈਵਨ ਜੂਇਸ਼ ਕਰੰਟਸ ਦੇ ਵਿੱਚ ਵੀ ਇਹਨੂੰ ਲਿਖਣ ਵਾਲੀ ਬੀਬੀ, ਪੰਡਤ ਬੀਬੀ ਹੈ ਮੁਕਤਾ ਜੋਸ਼ੀ, ਔਰ ਉਹਨਾਂ ਨੇ ਵਿਦ ਫੈਕਟਸ, ਕਿਉਂਕਿ ਦੇਖੋ ਇੱਥੇ ਜਦੋਂ ਵੀ ਜਿਹੜੀ ਪ੍ਰਿੰਟ ਦੇ ਵਿੱਚ ਆਉਂਦਾ ਹੈ, ਸੋਸ਼ਲ ਮੀਡੀਆ ਤੇ ਤਾਂ ਕਿਨੇ ਕਿਹਨੂੰ ਜਾਲੀ ਜਿਹੜੀ ਆਪਣੀ ਬਣਾ ਕੇ ਆਈਡੀ ਕੀ ਕਿਹਾ ਉਹ ਚੱਲ ਜਾਂਦਾ ਹੈ। ਪਬਲੀਕੇਸ਼ਨਸ ਔਰ ਪਰਟੀਕੂਲਰਲੀ ਜੂਇਸ਼ ਕਰੰਟਸ ਵਰਗੀ ਕ੍ਰੈਡੀਬਲ ਪਬਲਿਕ, ਉਹਨੇ ਹੈਡਲਾਈਨ ਇਹ ਦਿੱਤਾ ਹੈ ਆਡਿਟਿੰਗ। ਆਡਿਟ ਹੁੰਦਾ ਵੀ ਤੁਸੀਂ ਸਾਰੇ ਫੈਕਟਸ ਨੂੰ ਆਡਿਟ ਕੀਤਾ। ਆਡਿਟਿੰਗ ਦਾ ਹਿੰਦੂ ਅਮਰੀਕਨ ਫਾਊਂਡੇਸ਼ਨਸ ਕਲੇਮਸ ਆਫ ਹਿੰਦੂ ਫੋਬੀਆ। ਫਿਰ ਸਬ ਹੈਡਿੰਗ ਹੈ the group regularly misclassifies anti-Asian racism, anti-Muslim violence and criticism of Hindu nationalism as anti-Hindu hate। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਨੇ ਉਹਨਾਂ ਦੇ ਤਿੰਨੋਂ ਹੀ ਜਿਹੜੇ ਸਤੂਨ ਇਹਨਾਂ ਨੇ ਖੜੇ ਕੀਤੇ ਹੋਏ ਨੇ। ਉਹਨਾਂ ਨੇ ਕਿਹਾ ਵੀ ਐਂਟੀ ਏਸ਼ੀਅਨ ਰੇਸਿਜ਼ਮ ਨੂੰ ਵੀ ਇਹ ਹਿੰਦੂ ਫੋਬੀਆ ਬਣਾ ਕੇ ਪੇਸ਼ ਕਰਦੇ ਨੇ, ਐਂਟੀ ਮੁਸਲਿਮ ਵਾਇਲੈਂਸ ਨੂੰ ਵੀ ਆਪਣੇ ਖਾਤੇ 'ਚ ਪਾਉਂਦੇ ਨੇ, ਔਰ ਜੇ ਹਿੰਦੂ ਨੈਸ਼ਨਲਿਜ਼ਮ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਹੈ ਇਹਨੂੰ ਕੋਈ ਕ੍ਰਿਟਿਸਾਈਜ਼ ਕਰੇ ਤਾਂ ਉਹਨੂੰ ਐਂਟੀ ਹਿੰਦੂ ਹੇਟ ਕਹਿੰਦੇ ਨੇ। ਔਰ ਉਹਨਾਂ ਨੇ ਇਹਦੀ ਸਾਰੀ ਸ਼ੁਰੂਆਤ ਆਰਟੀਕਲ ਦੀ ਕੀਤੀ ਕਿ ਜਿਹੜੀ ਹੈ ਸਮਰ ਦੇ ਵਿੱਚ 2022 'ਚ ਇੱਕ ਬੰਗਾਲੀ ਬੋਲਣ ਵਾਲੇ ਇੰਡੀਅਨ ਅਮਰੀਕਨ ਵਿਮਨ ਜਿਹੜੀਆਂ ਇੱਕ ਡਿਨਰ ਦੇ ਉੱਤੇ ਪਲੈਨੋ ਟੈਕਸਾਸ 'ਚ ਸਨ, ਉਹ ਜਦੋਂ ਪਾਰਕਿੰਗ ਲੋਟ 'ਚ ਜਿਹੜੀਆਂ ਨੇ ਉਹ ਆ ਕੇ ਉਹ ਬੀਬੀਆਂ ਰੁਕੀਆਂ ਤੇ ਉੱਥੇ ਆ ਕੇ ਇੱਕ ਬੀਬੀ ਨੇ ਜਿਹੜਾ ਉਹਨਾਂ ਨੂੰ ਜਿਹੜਾ ਮੌਕ ਕੀਤਾ ਔਰ ਉਹਨਾਂ ਨੂੰ ਕਿਹਾ ਗੋ ਬੈਕ ਟੂ ਇੰਡੀਆ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਇੱਥੇ ਹੋ। ਫਿਰ ਉਹਨਾਂ ਨੇ ਕਿਹਾ ਵੀ ਤੈਨੂੰ ਕਿਵੇਂ ਪਤਾ ਵੀ ਅਸੀਂ ਇੱਥੇ ਬੋਰਨ ਨਹੀਂ। ਉਹਨਾਂ ਨੇ ਕਿਹਾ ਨਹੀਂ ਤੁਹਾਡੇ ਐਕਸੈਂਟ ਤੋਂ ਹੀ ਇਹ ਲੱਗਦਾ। ਹੁਣ ਉਹਨਾਂ ਨੇ ਕਿਹਾ ਕਿ ਵੀ ਇਸ ਨੂੰ ਇਹਨਾਂ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਜਿਹੜੀ ਹੈ ਹਿੰਦੂ ਫੋਬੀਆ ਦੇ ਨਾਲ ਜੋੜਿਆ, ਜਦੋਂ ਕਿ ਇਹ ਜ਼ਾਹਰ ਹੈ ਕਿ ਜ਼ੀਨੋਫੋਬਿਕ ਔਰ ਕੋਈ ਵੀ ਫੋਰਨਰਸ ਦੇ ਖਿਲਾਫ ਇਹ ਘਟਨਾ ਸੀ। ਫਿਰ ਉਹਨਾਂ ਨੇ ਇਹ ਸਾਰੇ ਨੂੰ ਇਸ ਤੋਂ ਸ਼ੁਰੂਆਤ ਕਰਕੇ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ 2022 ਦੇ ਵਿੱਚ ਜੇ ਤੁਸੀਂ ਇਹਨਾਂ ਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਟਵੀਟ ਦੇਖੋ ਕਿ ਵੀ ਹਿੰਦੂ ਫੋਬੀਆ ਦਾ ਉਹਨਾਂ ਨੇ ਕਲੇਮ ਕੀਤਾ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਜਿਹੜਾ ਇਹ ਸਾਰੇ ਨੂੰ 200 ਸੈਪਰੇਟ ਇਨਸੀਡੈਂਟਸ ਜਿਹੜੀਆਂ ਇਹਨਾਂ ਨੇ ਹਿੰਦੂ ਫੋਬੀਆ ਨਾਲ ਜੋੜੀਆਂ ਨੇ ਉਹਨਾਂ ਨੂੰ ਅਸੀਂ ਜਿਹੜਾ ਉਹ ਸਟੱਡੀ ਕੀਤਾ, ਉਹਨਾਂ ਦੀਆਂ ਪ੍ਰੈਸ ਰਿਲੀਜ਼ਸ ਦੇਖੀਆਂ ਨੇ ਉਹਨਾਂ ਸਾਰਿਆਂ ਦਾ ਕਿ ਭਾਈ ਉਹ ਕਿਵੇਂ ਇਹਨਾਂ ਨੇ ਲਾਅ ਮੇਕਰਸ ਤੱਕ ਔਰ ਦੂਸਰਿਆਂ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਔਰ ਉਹਦੇ 'ਚ ਫਿਰ ਇਹਨਾਂ ਨੇ ਜਿਹੜਾ ਜੂਇਸ਼ ਕਰੰਟਸ ਨੇ ਕਨਕਲੂਡ ਕੀਤਾ ਕਿ ਇਹ ਇਹਨਾਂ ਦਾ ਸਾਰਾ ਪਾਰਟ ਹੀ ਜਿਹੜਾ ਹੈ ਹਿੰਦੂ ਫੋਬੀਆ ਟਰੈਕਰ ਜਿਹੜਾ ਉਹਨਾਂ ਨੇ ਸਾਰਾ 2021 ਤੋਂ ਫੋਕਸ ਕਰਕੇ ਕਿਹਾ ਕਿ ਵੀ ਇਹ ਜਿਹੜਾ ਇਹਨਾਂ ਗਰੁੱਪਾਂ ਨੇ ਹਿੰਦੂ ਫੋਬੀਆ ਦੀ ਬੋਗੀ ਖੜੀ ਕੀਤੀ, ਇਹ ਆਪਣੇ ਆਪ ਦੇ ਵਿੱਚ ਕੋਈ ਹੋਲਡ ਨਹੀਂ ਕਰਦੀ। ਔਰ ਫਿਰ ਪੂਰੇ ਚਾਰਟ ਨਾਲ ਉਹਨਾਂ ਦਾ ਹੈਡਲਾਈਨ ਹੈ 77% ਆਫ ਦਾ 152 US based incidents the Hindu American Foundation has condemned as anti-Hindu did not meet the group's own definition of Hindu phobia।
ਕਿ ਜਿਹੜੀ ਇਸ ਗਰੁੱਪ ਨੇ ਖੁਦ ਦੀ ਡੈਫੀਨੇਸ਼ਨ ਦਿੱਤੀ ਕਿ ਹਿੰਦੂਫੋਬੀਆ ਕੀ ਹੈ। 152 ਘਟਨਾਵਾਂ ਜਿਹੜੀਆਂ ਨੇ US ਦੇ ਵਿੱਚ ਹੋਈਆਂ, ਉਹਨਾਂ 'ਚੋਂ 77% ਆਲਮੋਸਟ 2/3 ਤੋਂ ਜ਼ਿਆਦਾ ਇਹਨਾਂ ਦੇ ਆਪਣੇ ਹੀ ਹਿੰਦੂਫੋਬੀਆ ਦੇ ਜਿਹੜੀ ਇਹਨਾਂ ਨੇ ਡੈਫੀਨੇਸ਼ਨ ਦਿੱਤੀ ਹੈ ਉਸ ਕ੍ਰਾਈਟੇਰੀਆ ਦੇ ਵਿੱਚ ਫਿਟ ਨਹੀਂ ਹੁੰਦੀਆਂ। ਫਿਰ ਉਹਨਾਂ ਨੇ ਅੱਡ-ਅੱਡ ਕਾਲਮ ਬਣਾਏ ਨੇ ਕਿ ਫਾਲਸੀਫਾਈਡ ਮਿਸਕਰੈਕਟਰਾਈਜ਼ 2.7% ਘਟਨਾਵਾਂ ਜਿਹੜੀਆਂ ਝੂਠ ਤੇ ਮਬਨੀ ਨੇ। ਐਂਟਾਈ ਕਾਸਟ ਐਫਰਟਸ ਦੇ ਉੱਤੇ ਕੀ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹ ਹੋਰ ਰੀਜ਼ਨ ਕਰਕੇ ਹੈ, ਲੇਕਿਨ ਉਹਨੂੰ ਹਿੰਦੂਫੋਬੀਆ ਦੇ ਨਾਲ ਜੋੜਿਆ ਗਿਆ। ਇਸੇ ਤਰ੍ਹਾਂ 13% ਘਟਨਾਵਾਂ ਉਹ ਨੇ ਜਿੱਥੇ ਹਿੰਦੂ ਨੈਸ਼ਨਲਿਜ਼ਮ ਦਾ ਕ੍ਰਿਟਿਸਿਜ਼ਮ ਹੋਇਆ ਔਰ ਇੰਡੀਅਨ ਗਵਰਨਮੈਂਟ ਦਾ ਕੀਤਾ ਗਿਆ, ਪਰ ਇਹਨੂੰ ਇਹਨਾਂ ਨੇ ਹਿੰਦੂਫੋਬੀਆ ਬਣਾਇਆ। ਫਿਰ ਉਹਨਾਂ ਨੇ ਕਿਹਾ ਵੀ ਐਂਟੀ ਹਿੰਦੂ ਜਿਹੜੀ ਲਾਈਨ ਇਹਨਾਂ ਨੇ ਲਈ ਹਿੰਦੂਫੋਬੀਆ ਦੀ, ਉਹ ਵੀ ਕਿਸੇ ਵੀ ਥਾਂ 'ਤੇ ਨਹੀਂ ਖਲੋਂਦੇ। ਇਸੇ ਤਰ੍ਹਾਂ ਜਿਹੜਾ ਐਂਟੀ ਮੁਸਲਮ ਜਾਂ ਐਂਟੀ ਅਰਬ ਇੰਸੀਡੈਂਟਸ ਹੋਈਆਂ ਨੇ 19% ਉਹ ਨੇ ਜਿਹਨੂੰ ਇਹਨਾਂ ਨੇ ਆਪਣੇ ਹਿੰਦੂਫੋਬੀਆ ਦੀ ਕੈਟਾਗਰੀ 'ਚ ਪਾਇਆ। ਔਰ ਇਸ ਸਾਰੇ ਨੂੰ ਉਹਨਾਂ ਨੇ ਬਾਅਦ ਦੇ ਵਿੱਚ, ਕਿਉਂਕਿ ਲੰਬਾ ਚੌੜਾ ਆਰਟੀਕਲ ਹੈ, ਉਹਨਾਂ ਨੇ ਕਿਹਾ ਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਇਹ ਝੂਠ ਜਿਹੜਾ ਹੈ ਬਿਲਕੁਲ ਐਕਸਪੋਜ਼ ਹੋਇਆ। ਉਹਨਾਂ ਨੇ ਅੱਡ-ਅੱਡ ਜਿਹੜੇ ਹਿਸਟੋਰੀਅਨਸ ਨੂੰ ਕੋਟ ਕੀਤਾ, ਅੱਡ-ਅੱਡ ਰਿਪੋਰਟਾਂ ਨੂੰ ਕੋਟ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਇਸ ਵੇਲੇ ਇਟ ਸਟੈਂਡਸ ਐਕਸਪੋਜ਼ਡ, ਅਤੇ ਜਿਹੜੇ ਸਾਡੇ ਵੀਰ ਭੈਣਾਂ ਫਰਦਰ ਦਿਲਚਸਪੀ ਰੱਖਦੇ ਨੇ ਇਸ ਵਿਸ਼ੇ ਦੇ ਉੱਤੇ, ਉਹ ਜੂਇਸ਼ ਕਰੰਟਸ ਦੇ ਵਿੱਚ ਜਿਹੜਾ ਤੁਸੀਂ ਗੂਗਲ ਕਰਕੇ ਉਹਦਾ ਅਗੇਨ ਟਾਈਟਲ ਹੈ ਆਡੀਟਿੰਗ the Hindu American Foundation's claims of Hinduphobia. The group regularly misclassifies anti-Asian racism, anti-Muslim violence, and criticism of Hindu nationalism as anti-Hindu hate. और इस ਜਿਹੜਾ ਹੈ ਉਹ ਕਲਮਬੰਦ ਕੀਤਾ ਹੈ ਮੁਕਤਾ ਜੋਸ਼ੀ ਨੇ, ਔਰ ਇਹ ਦਿਲਚਸਪ ਹੈ ਇਹ ਸਾਰਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਵੈਸੇ ਹਰ ਕੌਮ ਵਿੱਚ ਮੂਰਖਾਂ ਅਤੇ ਮਹਾਮੂਰਖਾਂ ਦੀ ਕਮੀ ਨਹੀਂ ਹੈ, ਪਰ ਪੰਜਾਬੀ ਕੌਮ ਹੁਣ ਬਾਰ-ਬਾਰ ਮੱਥੇ ਨੂੰ ਹੱਥ ਮਾਰ ਰਹੀ ਹੈ ਕਿ ਉਹਨਾਂ ਨੇ ਪੰਜਾਬ ਨੂੰ ਭਗਵੰਤ ਮਾਨ ਵਰਗੇ ਬਲੱਡੀ ਫੂਲ ਦੇ ਹਵਾਲੇ ਕਿਉਂ ਕਰ ਦਿੱਤਾ। SYL ਕਨਾਲ ਦੇ ਮੁੱਦੇ ਤੇ ਹੋਈ ਇੱਕ ਮੀਟਿੰਗ ਵਿੱਚ ਜਿਸ ਨੂੰ ਕੇਂਦਰ ਸਰਕਾਰ ਨੇ ਸੱਦਿਆ, ਭਗਵੰਤ ਮਾਨ ਨੇ ਕਿਹਾ ਕਿਉਂਕਿ ਹੁਣ ਭਾਰਤ ਨੇ ਇੰਡਸ ਵਾਟਰ ਟ੍ਰੀਟੀ ਸਸਪੈਂਡ ਕਰ ਦਿੱਤੀ ਹੈ ਔਰ ਇਸ ਲਈ ਚਨਾਬ ਦਰਿਆ ਦੇ ਪਾਣੀ ਨੂੰ SYL
ਨਹਿਰ ਵਿੱਚ ਪਾਇਆ ਜਾਵੇ। ਸੋ ਇਸ ਤੋਂ ਵੱਡੀ ਮੂਰਖਤਾ ਭਰੀ ਗੱਲ ਕੀ ਹੋ ਸਕਦੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਇੱਕ ਕਹਾਣੀ ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਸੀ ਕਿ ਵੀ ਇੱਕ ਟਾਈਗਰ ਤੇ ਇੱਕ ਗਧੇ ਦੇ ਵਿਚਾਲੇ ਬਹਿਸ ਹੋ ਗਈ। ਗਧਾ ਕਹੇ ਵੀ ਘਾਹ ਦਾ ਰੰਗ ਨੀਲਾ ਹੁੰਦਾ ਤੇ ਉਹ ਕਹੇ ਲਾਇਨ ਜਾਂ ਟਾਈਗਰ, ਇਹ ਦੋ ਚੀਜ਼ਾਂ ਅੱਡ ਅੱਡ ਨੇ, ਕਿਉਂਕਿ ਜਿਹੜਾ ਜੰਗਲ ਦਾ ਰਾਜਾ ਉਹਨੂੰ ਲਾਇਨ ਕਿਹਾ ਜਾਂਦਾ ਹੈ ਤੇ ਜਿਹੜਾ ਸਮਾਲ ਹੈ ਉਹ ਟਾਈਗਰ ਹੈ। ਤੇ ਟਾਈਗਰ ਕਹਿੰਦਾ ਵੀ ਬਿਲਕੁਲ ਗਲਤ ਹੈ, ਇਹ ਤਾਂ ਹਰਾ ਹੁੰਦਾ ਹੈ। ਔਰ ਦੋਨੋਂ ਜਿਹੜੇ ਨੇ ਉਹ ਆਪਣਾ ਕੇਸ ਲੈ ਕੇ ਟਾਈਗਰ ਔਰ ਗਧਾ ਜਿਹੜੇ ਨੇ ਲਾਇਨ ਦੇ ਕੋਲ ਪਹੁੰਚ ਗਏ, ਜੰਗਲ ਦੇ ਰਾਜੇ ਕੋਲ। ਰਾਜਾ ਗਧੇ ਨੇ ਬੜਾ ਕੌਨਫੀਡੈਂਸ ਦੇ ਨਾਲ ਕਿਹਾ, ਰਾਜਾਨ ਰਾਜ ਦੇਖੋ, ਤੁਹਾਨੂੰ ਵੀ ਪਤਾ ਹੈ ਵੀ ਘਾਹ ਦਾ ਰੰਗ ਨੀਲਾ ਹੁੰਦਾ, ਪਰ ਇਹ ਬਾਰ-ਬਾਰ ਜਿਹੜਾ ਉਸ ਨੂੰ ਕਹਿ ਰਿਹਾ। ਔਰ ਲਾਇਨ ਨੇ ਕਿਹਾ ਵੀ ਬਿਲਕੁਲ ਜਨਾਬ ਗਧਾ ਜੀ ਠੀਕ ਫਰਮਾ ਰਹੇ ਹੈ, ਇਹ ਜਿਹੜਾ ਰੰਗ ਨੀਲਾ ਹੁੰਦਾ ਹੈ ਘਾਹ ਦਾ। ਔਰ ਉਹਨਾਂ ਨੇ ਕਿਹਾ ਵੀ ਇਹ ਟਾਈਗਰ ਨੂੰ ਇਹ ਸਜ਼ਾ ਕਿ 2 ਸਾਲ ਇਹਨੇ ਹੁਣ ਮੂੰਹ ਨਹੀਂ ਖੋਲਣਾ, ਕਿਸੇ ਨਾਲ ਬੋਲਣਾ ਨਹੀਂ ਹੈ, ਬਿਲਕੁਲ ਚੁੱਪ ਰਹਿਣਾ। ਔਰ ਗਧਾ ਜਿਹੜਾ ਉਹ ਦੁਲੱਤੀਆਂ ਮਾਰਦਾ ਹਵਾ ਦੇ ਵਿੱਚ ਚਲਾ ਗਿਆ ਵੀ ਜਿੱਤ ਗਏ ਜਿੱਤ ਗਏ ਜਿੱਤ ਗਏ। ਹੁਣ ਉਹ ਵਿਚਾਰਾ ਜਿਹੜਾ ਟਾਈਗਰ ਹੈ ਉਹ ਖੜਾ ਤੇ ਉਹ ਜਦੋਂ ਚਲਾ ਗਿਆ ਗਧਾ ਉਹਨੂੰ ਕਹਿੰਦਾ, ਜਨਾਬ ਇਹ ਤੁਸੀਂ ਬਹੁਤ ਬੇਇਨਸਾਫੀ ਕੀਤੀ। ਉਹ ਕਹਿੰਦੇ ਵੀ ਕਿਵੇਂ? ਕਹਿੰਦੇ ਤੁਹਾਨੂੰ ਵੀ ਪਤਾ ਹੈ ਵੀ ਘਾਹ ਦਾ ਰੰਗ ਹਰਾ ਹੁੰਦਾ ਤੇ ਤੁਸੀਂ ਫੈਸਲਾ ਉਹਦੇ ਹੱਕ 'ਚ ਸੁਣਾਇਆ। ਕਹਿੰਦਾ ਵੀ ਮੈਂ ਇਸ ਲਈ ਤੈਨੂੰ ਸਜ਼ਾ ਨਹੀਂ ਦਿੱਤੀ ਕਿ ਘਾਹ ਦਾ ਰੰਗ, ਕਿ ਮੈਂ ਤਾਂ ਤੈਨੂੰ ਇਸ ਲਈ ਦਿੱਤੀ ਵੀ ਤੂੰ ਗਧੇ ਨਾਲ ਬਹਿਸ ਕੀਤੀ। ਤੈਨੂੰ ਵੀ ਪਤਾ ਹੈ ਵੀ ਉਹ ਕੀ ਹੈ। ਕਹਿੰਦਾ ਤੂੰ ਬਹਿਸ ਕੀਤੀ, ਫਿਰ ਕਹਿੰਦਾ ਕੇਸ ਤੂੰ ਮੇਰੇ ਕੋਲ ਲੈ ਕੇ ਆ ਗਿਆ, ਵੀ ਮੇਰਾ ਵੀ ਟਾਈਮ ਔਰ ਚੈਨ ਖਰਾਬ ਕੀਤਾ, ਇਹ ਸਜ਼ਾ ਤੈਨੂੰ ਇਸ ਗੱਲ ਦੀ ਦਿੱਤੀ। ਸੋ ਮੈਂ ਇਹ ਦੇਖਦਾ, ਔਰ ਇਹ ਹਾਲਾਂ ਸਾਡੇ ਮਿੱਤਰ ਨੇ ਰਣਜੀਤ ਸਿੰਘ ਮਾਨ ਟੋਰਾਂਟੋ 'ਚ, ਹੁਣ ਅੱਜ ਕੱਲ੍ਹ ਉਹ ਹਿਊਸਟਨ ਵੀ ਹੁੰਦੇ ਨੇ ਟਾਈਮ ਲਈ, ਇਹ ਟਰਮ ਤਾਂ ਉਹਨਾਂ ਦੀ ਹੈ। ਉਹ ਇੱਕ ਵਾਰੀ ਕਹਿਣ ਲੱਗੇ, ਉਦੋਂ ਚੱਲ ਰਿਹਾ ਸੀ ਕਿ ਪੋਲੀਟੀਕਲੀ ਵੀ ਅਸੀਂ ਇੱਕ ਤੋਂ ਬਾਅਦ ਇੱਕ ਕੀ ਗੁਸਤਾਖੀਆਂ ਕਰ ਰਹੇ ਹਾਂ, ਕੀ ਕਰ ਰਹੇ ਹਾਂ। ਉਹ ਮੈਨੂੰ ਕਹਿੰਦਾ ਹੈ ਕਿ ਜੀ ਜੇ ਰੱਬ ਇਹ ਫੈਸਲਾ ਕਰਦਾ ਹੈ ਕਿ ਮੂਰਖਾਂ ਦੇ ਸਿੰਘ ਹੋਣੇ ਚਾਹੀਦੇ ਨੇ, ਤੇ ਕਹਿੰਦੇ ਆਪਣੇ 'ਚ 12 ਸਿੰਘੇ ਬੜੇ ਜੰਮਣੇ ਸੀ, ਵੀ ਇੱਕ ਅੱਧੇ ਸਿੰਘ ਨਾਲ ਸਰਨਾ ਨਹੀਂ ਸੀ। ਉਸ ਤੋਂ ਬਾਅਦ ਅਸੀਂ ਜਿਹੜਾ ਮੂਰਖ ਆ ਉਹਦੇ ਲਈ ਟਰਮ ਹੀ 12 ਸਿੰਘਾਂ ਰੱਖ ਦਿੱਤੀ, ਜਿਹਨੂੰ ਕਹਿਣਾ ਹੈ ਕਿ ਵੀ ਉਹ ਇਸ ਪਾਰਟ ਨੂੰ। ਸੋ ਮੈਂ ਇਹ ਦੇਖਦਾ ਕਿ ਵੀ ਅਸੀਂ ਤਾਂ 47 ਦੌਰ ਦੀ ਲੀਡਰਸ਼ਿਪ ਨੂੰ ਕੋਸਦੇ ਹਾਂ। ਅੱਜ ਕੀ ਹੈ, ਆਪਸ ਅਸੀਂ ਕਿਉਂ ਨਹੀਂ ਜਿਹੜਾ ਉਹ ਕੋਆਰਡੀਨੇਟ ਕਰ ਸਕਦੇ ਇਸ਼ੂਜ਼ ਨੂੰ। ਤੇ ਅੱਜ ਜਦੋਂ ਮੈਂ ਸਟੇਟਮੈਂਟ ਦੇਖੀ, ਮੈਂ ਆਖਿਆ ਵੀ ਜੇ ਅਸਲੀ 12 ਸਿੰਘਾ ਕਿਸੇ ਮਾਂ ਨੇ ਜੰਮਿਆ ਤੇ ਉਹ ਭਗਵੰਤ ਮਾਨ ਹੀ ਹੈ, ਪੰਜਾਬ ਦਾ ਚੀਫ ਮਿਨਿਸਟਰ। ਹੁਣ SYL ਕਨਾਲ, ਉਸ ਤੋਂ ਪਹਿਲਾਂ ਅਸੀਂ ਪਾਣੀ ਦੇ ਇਸ਼ੂ ਦੀ ਬਰੀਫ 'ਚ ਜੇ ਗੱਲ ਕਰੀਏ, ਇੰਟਰਨੈਸ਼ਨਲ ਲਾ ਜਿਹੜਾ ਹੈ ਉਹ ਰਾਈਪੇਰੀਅਨ ਸਿਧਾਂਤ ਦੇ ਉੱਤੇ ਖੜਾ ਹੈ। ਰਾਈਪੇਰੀਅਨ ਲਫ਼ਜ਼ ਅੰਗਰੇਜ਼ੀ ਦਾ, ਜਿਹਦਾ ਮਤਲਬ ਹੈ ਦਰਿਆ ਦਾ ਕੰਢਾ। ਔਰ ਇਹਦਾ ਜਨਰਲ ਕਾਨਸੈਪਟ ਇਹ ਹੈ ਵੀ ਕਿਉਂਕਿ ਜਦੋਂ ਦਰਿਆਵਾਂ ਦੇ ਵਿੱਚ ਹੜ੍ਹ ਆਉਂਦੇ ਨੇ ਤੇ ਜਿਹੜੇ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਲੋਕ ਨੇ ਉਹੀ ਸਫ਼ਰ ਕਰਦੇ ਨੇ, ਇਸ ਲਈ ਦਰਿਆਈ ਪਾਣੀਆਂ ਦੇ ਉੱਤੇ ਪਹਿਲਾ ਔਰ ਅਖੀਰਲਾ ਹੱਕ ਉਹਨਾਂ ਲੋਕਾਂ ਦਾ ਹੀ ਹੈ ਜਿਹੜੇ ਉਹਦੇ ਕੰਢੇ ਵਸਦੇ ਨੇ। ਔਰ ਇਹਨੂੰ ਹੀ ਰਾਈਪੇਰੀਅਨ ਲਾ ਕਿਹਾ ਜਾਂਦਾ, ਇੰਟਰਨੈਸ਼ਨਲ ਰਾਈਪੇਰੀਅਨ ਲਾ। ਹਾਂ, ਇਹਦੇ 'ਚ ਜ਼ਰੂਰ ਹੋਇਆ ਕਿ ਵੀ ਜੇ ਦਰਿਆ ਇੱਕ ਮੁਲਕ 'ਚੋਂ ਨਿਕਲ ਕੇ ਦੂਜੇ 'ਚ ਐਂਟਰ ਕਰਦਾ, ਦੂਜੇ 'ਚੋਂ ਤੀਜੇ 'ਚ ਕਰਦਾ, ਫਿਰ ਉਹ ਅਪਰ ਰਾਈਪੇਰੀਅਨ ਲੋਅਰ ਰਾਈਪੇਰੀਅਨ, ਉਹਦੇ 'ਚ ਅਪਰ ਵਾਲਿਆਂ ਨੂੰ ਇਹ ਹੱਕ ਨਹੀਂ ਹੈ ਕਿ ਵੀ ਉਹਨੂੰ ਰੋਕ ਲੈਣ, ਕਿਉਂਕਿ ਜੇ ਉਹਦੀ ਜ਼ਦ ਦੇ ਵਿੱਚ ਦੂਜੇ ਮੁਲਕ ਆਉਂਦੇ ਨੇ ਜਿੱਥੋਂ ਕਿ ਦਰਿਆ ਗੁਜ਼ਰਦਾ ਹੈ, ਫਿਰ ਉਹਨਾਂ ਦਾ ਵੀ ਹੱਕ ਹੈ। ਇਸੇ ਹੀ ਪ੍ਰਿੰਸੀਪਲ ਨੂੰ ਦੁਨੀਆ ਦੇ ਵਿੱਚ ਵਾਟਰ ਆਰਬਿਟਰੇਸ਼ਨ ਦੇ ਲਈ, ਜਾਂ ਜਿਹੜੇ ਮੁਲਕਾਂ ਦੇ ਵਿਚਾਲੇ ਜੇ ਨੀਲ ਦਰਿਆ ਦੀ ਗੱਲ ਹੈ ਜਾਂ ਟਰਕੀ 'ਚੋਂ ਨਿਕਲਣ ਵਾਲੇ, ਜਾਂ ਉਹਦੇ 'ਚ ਕੋਈ ਵੀ ਜਿਹੜਾ ਅਪਰ ਉਹਨੂੰ ਰੋਕ ਨਹੀਂ ਸਕਦਾ ਪਾਣੀ ਨੂੰ, ਉਹ ਲੋਅਰ ਦੇ ਰਾਈਟ ਨੇ। ਇੰਡੀਅਨ ਕਨਸਟੀਟਿਊਸ਼ਨ ਨੇ ਵੀ ਇਸ ਹੱਕ ਨੂੰ ਮੰਨਿਆ। ਔਰ ਇਹਦੇ ਥੱਲੇ ਹੁਣ ਗੱਲ ਅਸੀਂ ਪੰਜਾਬ ਦੇ ਦਰਿਆਵਾਂ ਦੀ ਕਰੀਏ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਇਹ ਸਾਡੇ 5 ਦਰਿਆ, ਔਰ ਇੰਡਸ ਉਹਦੇ ਨਾਲ ਜੋੜ ਕੇ ਭਾਰਤ ਨੇ ਉਹੀ ਕੋਸ਼ਿਸ਼ ਕੀਤੀ 47 ਤੋਂ ਫੌਰਨ ਬਾਅਦ ਕਿ ਉਹਨਾਂ ਨੇ, ਕਿਉਂਕਿ ਸਤਲੁਜ ਦੇ ਹੈਡਵਰਕਸ ਫਿਰੋਜ਼ਪੁਰ 'ਚ ਨੇ, ਰਾਵੀ ਦੇ ਮਾਧੋਪੁਰ 'ਚ ਨੇ, ਔਰ ਵਾਸਟ ਨਹਿਰੀ ਸਿਸਟਮ ਜਿਹੜਾ ਅੰਗਰੇਜ਼ਾਂ ਨੇ ਕ੍ਰੀਏਟ ਕੀਤਾ ਲਹਿੰਦੇ ਪੰਜਾਬ ਦੇ ਵਿੱਚ, ਇੰਡੀਆ ਨੇ ਵਾਟਰ ਦੀ ਚੋਕਿੰਗ ਕਰਨ ਦੇ ਲਈ ਉਹ ਹੈਡਵਰਕਸ ਨੂੰ ਕੀਤਾ। ਜੰਗ ਦੇ ਹਾਲਾਤ ਬਣੇ, ਫੌਜ ਆ ਗਈ, ਪਾਕਿਸਤਾਨ ਰਾਮੋ, ਇਹ ਕਸ਼ਮੀਰ ਤੋਂ ਵੀ ਪਹਿਲਾਂ ਦੀ ਗੱਲ ਹੈ,
ਔਰ ਉਸ ਦੇ ਵਿੱਚ ਵਰਲਡ ਬੈਂਕ ਕੁੱਦਿਆ। ਵਰਲਡ ਬੈਂਕ ਜ਼ਾਹਰ ਹੈ ਅਮਰੀਕਾ ਦਾ ਕੁੱਦਣਾ ਹੀ ਸੀ, ਔਰ ਉਹ ਉਦੋਂ ਤੋਂ ਖੋਲ੍ਹ ਦਿੱਤੇ ਉਹਨਾਂ ਨੇ। ਫਿਰ ਲੰਬੀ ਨੈਗੋਸ਼ੀਏਸ਼ਨ ਹੋਈ ਜਿਹਦੇ ਚੋਂ ਇੰਡਸ ਵਾਟਰ ਟਰੀਟੀ ਜਿਹੜੀ ਹੈ ਨਿਕਲੀ 1960 ਦੇ ਵਿੱਚ, ਔਰ ਉਦੋਂ ਪਾਕਿਸਤਾਨ ਦੀ ਕੈਪੀਟਲ ਕਰਾਚੀ ਸੀ। ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਫਲਾਈ ਕਰਕੇ ਕਰਾਚੀ ਗਿਆ, ਉੱਥੇ ਇਸ ਦੇ ਉੱਤੇ ਦਸਤਖਤ ਹੋਏ ਇੰਡਸ ਵਾਟਰ ਟਰੀਟੀ ਤੇ। ਉਹਦੇ ਥੱਲੇ ਸਤਲੁਜ, ਬਿਆਸ, ਰਾਵੀ, ਇਧਰਲੇ ਪੰਜਾਬ ਦੇ 3 ਦਰਿਆ ਅੱਪਰ ਤੇ ਲੋਅਰ ਦੋਨੋਂ ਹੀ ਹੱਕ ਪੰਜਾਬ ਦੇ ਮੰਨੇ ਗਏ, ਕਿਉਂਕਿ ਬਿਆਸ ਤਾਂ ਪਾਕਿਸਤਾਨ 'ਚ ਐਂਟਰ ਨਹੀਂ ਕਰਦਾ। ਬਿਆਸ ਤਾਂ ਸਤਲੁਜ ਦੇ ਨਾਲ ਹਰੀਕੇ ਜਿਸ ਨੂੰ ਕਿਹਾ ਜਾਂਦਾ ਉੱਥੇ ਮਿਲ ਜਾਂਦਾ ਹੈ, ਲੇਕਿਨ ਸਤਲੁਜ ਅੱਗੇ ਫਲੋ ਕਰਦਾ ਪਾਕਿਸਤਾਨ, ਜੋ ਰਾਵੀ ਵੀ ਫਲੋ ਕਰਦਾ, ਔਰ ਚਨਾਹ, ਜੇਹਲਮ ਤਾਂ ਕਸ਼ਮੀਰ ਜੋ ਨਿਕਲ ਕੇ ਇੰਡਸ ਵੀ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਹੀ ਜਾਂਦੇ ਨੇ। ਸੋ ਇਹ ਮੰਨਿਆ ਗਿਆ ਕਿ ਸਤਲੁਜ, ਬਿਆਸ, ਰਾਵੀ ਦੇ ਦੋਨੋਂ ਅੱਪਰ ਤੇ ਲੋਅਰ ਰਾਈਪੇਰੀਅਨ ਰਾਈਟ ਇੱਧਰ ਨੇ, ਚਨਾਹ, ਜੇਹਲਮ ਔਰ ਇੰਡਸ, ਇਸ ਦੇ ਦੋਨੋਂ ਪਾਣੀਆਂ ਦੇ ਉੱਤੇ ਅੱਪਰ ਵੀ ਲੋਅਰ ਵੀ ਪਾਕਿਸਤਾਨ ਦਾ ਹੱਕ ਹੈ। ਹਾਂ, ਕਿਉਂਕਿ ਚਨਾਹ ਔਰ ਜੇਹਲਮ ਔਰ ਪਾਰਟਲੀ ਕਸ਼ਮੀਰ ਚੋਂ ਗੁਜ਼ਰਦੇ ਨੇ, ਭਾਰਤੀ ਕਬਜ਼ੇ ਵਾਲੇ ਚੋਂ, ਉਹ ਇਰੀਗੇਸ਼ਨ ਦੇ ਲਈ, ਵਾਟਰ ਜਿਹੜੀ ਹੈ ਇਲੈਕਟ੍ਰਿਸਿਟੀ ਲਈ ਜਾਂ ਦੂਜੇ, ਪਰ ਡੈਮ ਨਹੀਂ ਬਣਾ ਸਕਦੇ। ਔਰ ਇਸ ਸੰਧੀ ਤੋਂ ਬਾਅਦ ਹੀ ਦੋਨਾਂ ਪੰਜਾਬ ਪਾਸਿਓਂ ਜਿਹੜਾ ਭਾਖੜਾ ਡੈਮ ਇੰਡੀਆ ਨੇ ਬਣਾਇਆ ਸਤਲੁਜ ਦੇ ਉੱਤੇ, ਉਹਨੂੰ ਵੀ ਵਰਲਡ ਬੈਂਕ ਨੇ ਫਾਈਨੈਂਸ ਕੀਤਾ, ਔਰ ਜਿਹੜਾ ਮੰਗਲਾ ਡੈਮ ਪਾਕਿਸਤਾਨ ਨੇ ਬਣਾਇਆ ਜਿਹੜਾ, ਉਸ ਨੂੰ ਵੀ ਜਿਹੜਾ ਉਹ ਵਰਲਡ ਬੈਂਕ ਨੇ ਫਾਈਨੈਂਸ ਕੀਤਾ। ਹੁਣ ਜਦੋਂ ਇਹ ਪਹਿਲਗਾਮ ਘਟਨਾ 22 ਅਪ੍ਰੈਲ ਦੀ ਹੋਈ, ਉਸ ਤੋਂ ਬਾਅਦ ਇੰਡੀਆ ਨੇ ਕਿਹਾ ਜੀ ਅਸੀਂ ਇਹ ਇੰਡਸ ਵਾਟਰ ਟਰੀਟੀ ਜਿਹੜੀ ਹੈ ਉਹਨੂੰ ਸਸਪੈਂਡ ਕਰ ਰਹੇ ਹਾਂ। ਉਸ ਤੋਂ ਪਹਿਲਾਂ 2019 ਦੀਆਂ ਇਲੈਕਸ਼ਨਾਂ ਵੇਲੇ ਅਮਿਤ ਸ਼ਾਹ ਔਰ ਮੋਦੀ ਨੇ ਇਸ ਕਿਸਮ ਦੀਆਂ ਜਬਲੀਆਂ ਆਪਣੀਆਂ ਚੋਣ ਸਭਾਵਾਂ 'ਚ ਮਾਰੀਆਂ ਸੀ ਕਿ ਜੀ ਅਸੀਂ ਇਹਦਾ ਪਾਣੀ ਡਾਈਵਰਟ ਕਰਕੇ ਇੰਨਾ ਪਾਣੀ ਜਿਹੜਾ ਉਹ ਕ੍ਰੀਏਟ ਹੁੰਦਾ ਹੈ, ਇੰਨੇ ਜਿਹੜਾ ਉਹ ਮੈਗਾ ਏਕੜ ਫੀਟ MAF ਨੂੰ ਕਹਿੰਦੇ ਨੇ, ਔਰ ਉਹ ਅਸੀਂ ਡਾਈਵਰਟ ਕਰਕੇ ਇੱਧਰ ਲੈ ਆਵਾਂਗੇ ਦੂਜੇ। ਹੁਣ ਜਦੋਂ ਸਸਪੈਂਸ਼ਨ ਦੀ ਗੱਲ, ਹਾਲਾਂ ਵਰਲਡ ਬੈਂਕ ਦਾ ਪ੍ਰੈਜ਼ੀਡੈਂਟ ਇਸ ਵੇਲੇ ਮਿਸਟਰ ਅਜੇ ਬੰਗਾ, ਇੱਕ ਸੋਹਣਾ ਲੰਬਾ 6 ਫੁੱਟਾ ਸਿੱਖ ਜਵਾਨ ਹੈ, ਉਹਨੇ ਕਿਹਾ ਵੀ ਇਹਦੇ 'ਚ ਕੋਈ ਪ੍ਰੋਵੀਜ਼ਨ ਹੀ ਨਹੀਂ ਹੈ ਵੀ ਇਹਨੂੰ ਕੋਈ ਸਸਪੈਂਡ ਕਰ। ਤਿੰਨੋਂ ਹੀ ਧਿਰਾਂ ਨੇ, ਕੋਈ ਚੀਜ਼ ਰੀਨੈਗੋਸ਼ੀਏਟ ਤਾਂ ਹੋ ਸਕਦੀ ਹੈ ਦੋਨਾਂ ਦੀ ਮਰਜ਼ੀ ਨਾਲ, ਪਰ ਵਨ ਸਾਈਡਡ ਉਹਨੂੰ ਕੋਈ ਵੀ ਜਿਹੜਾ ਨਹੀਂ ਕਰ ਸਕਦਾ। ਹੁਣ ਗੱਲ ਪੰਜਾਬ ਦਾ, ਜਦੋਂ 1966 'ਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਪੰਜਾਬ ਨੂੰ ਇਹਨਾਂ ਨੇ 4 ਹਿੱਸਿਆਂ 'ਚ ਵੰਡਿਆ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਤੇ ਨਾਲ ਦੀ ਨਾਲ ਪਾਣੀਆਂ ਦਾ ਕੰਟਰੋਲ ਸੈਂਟਰ ਨੇ ਆਪਣੇ ਕਨਸਟੀਟਿਊਸ਼ਨ ਨੂੰ ਫਲਾਊਟ ਕਰਕੇ ਆਪਣੇ ਕਬਜ਼ੇ 'ਚ ਕੀਤਾ, ਔਰ ਉਹਦੇ 'ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਦਿੱਤਾ। ਨਾਲ ਦੀ ਨਾਲ ਉਹਨਾਂ ਨੇ ਇਕੱਲਾ ਇੱਥੇ ਹੀ ਗੱਲ ਨਹੀਂ ਰੁਕੀ, 1981 ਦੇ ਵਿੱਚ ਇੰਦਰਾ ਗਾਂਧੀ ਨੇ ਆ ਕੇ ਕਪੂਰੀ ਨਾਂ ਦੀ ਥਾਂ ਤੇ ਪਾਣੀ ਦਾ ਟੱਕ ਲਾ ਕੇ ਕਿਹਾ ਕਿ ਜੀ ਇੰਨਾ ਪਾਣੀ ਜਿਹੜਾ ਹੈ ਪੰਜਾਬ ਹਰਿਆਣੇ ਨੂੰ ਦੇਗਾ, ਔਰ ਉਹਦੇ ਲਈ ਜਿਹੜਾ ਸਤਲੁਜ ਦਾ ਪਾਣੀ ਯਮੁਨਾ ਦੇ ਵਿੱਚ ਪਾਉਣ ਲਈ, ਹੁਣ ਯਮੁਨਾ ਦਾ ਰਾਈਪੇਰੀਅਨ ਰਾਈਟ ਹਰਿਆਣੇ ਕੋਲ ਹੈ, ਯਮੁਨਾ 'ਚੋਂ ਤਾਂ ਪੰਜਾਬ ਨੂੰ ਕੋਈ ਪਾਣੀ ਨਹੀਂ ਦਿੱਤਾ ਗਿਆ। ਇਹ ਹੋਇਆ ਵੀ ਪੰਜਾਬ ਦਾ ਪਾਣੀ ਉਧਰ ਦਿੱਤਾ ਜਾਏ। ਜ਼ਾਹਰ ਹੈ ਜੁਝਾਰੂ ਲਹਿਰ ਦੇ ਵੇਲੇ 2 ਇੰਜੀਨੀਅਰ ਜਿਹੜੇ ਸਾਰਿਆਂ ਨੂੰ ਪਲਾਨ ਕਰ ਰਹੇ ਸੀ SYL ਕਨਾਲ ਨੂੰ, ਉਹਨਾਂ ਨੂੰ ਸਿੰਘਾਂ ਨੇ ਜਿਹੜਾ ਸਜ਼ਾ ਯਾਫਤਾ ਕੀਤਾ। ਦੂਜਾ ਉਹ SYL ਕਨਾਲ ਦਾ ਰੁਕਿਆ ਹੋਇਆ ਕੰਮ ਕਿ ਜੀ ਪੰਜਾਬ ਦਾ ਪਾਣੀ ਦੀ ਫਰਦਰ ਲੁੱਟ। ਪਹਿਲਾਂ ਹੀ ਜਿਹੜਾ ਪੰਜਾਬ ਦੇ ਦਰਿਆਵਾਂ ਦਾ 16.5 ਮਿਲੀਅਨ ਏਕੜ ਫੁੱਟ ਪਾਣੀ ਹੈ, ਉਹਦੇ 'ਚੋਂ 8.5 ਮਿਲੀਅਨ ਏਕੜ ਫੁੱਟ ਰਾਜਸਥਾਨ ਜਾ ਲੈ ਰਿਹਾ, 3.5 ਮਿਲੀਅਨ ਏਕੜ ਫੁੱਟ ਹਰਿਆਣਾ ਲੈ ਰਿਹਾ, ਔਰ ਹੁਣ ਐਡੀਸ਼ਨਲ ਪਾਣੀ ਜਿਹੜਾ ਉਹ ਉਹਨੂੰ ਦੇਣਾ ਚਾਹੁੰਦੇ ਨੇ। ਸੁਪਰੀਮ ਕੋਰਟ 'ਚ ਇਹ ਕੰਮ ਫਸਿਆ ਹੋਇਆ, ਔਰ ਇਸ ਨੂੰ ਲੈ ਕੇ ਪਿਛਲੇ ਕੱਲ ਜਿਹੜੀ ਹੈ ਯੂਨੀਅਨ ਜਲ ਸ਼ਕਤੀ ਮਿਨਿਸਟਰ ਜਿਹੜਾ ਹੈ ਉਹ CR ਪਾਟਿਲ, ਉਹਨੇ ਜਿਹੜੀ ਵਾਟਰ ਸ਼ੇਅਰਿੰਗ ਇਸ਼ੂ ਦੇ ਉੱਤੇ ਮੀਟਿੰਗ ਸੱਦੀ ਸੀ। ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ, ਹਰਿਆਣੇ ਦਾ ਸੈਣੀ, ਔਰ ਰਾਜਸਥਾਨ ਵਾਲਾ ਵੀ ਹੋਏਗਾ ਜਾਂ ਦੂਜਾ। ਹੁਣ ਉਹਦੇ 'ਚ ਜਿਹੜਾ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਤਾਂ ਪੰਜਾਬ ਦਾ ਕਲੇਮ ਇਹ ਹੈ ਕਿ ਭਾਈ ਜਿਹੜਾ ਸਾਡਾ ਪਾਣੀ ਮੁਫਤੋਂ ਮੁਫਤੀ ਰਾਜਸਥਾਨ ਨੂੰ ਜਾ ਰਿਹਾ, ਅੱਧਿਓਂ ਜ਼ਿਆਦਾ ਹਰਿਆਣੇ ਨੂੰ ਦਿੱਤਾ ਜਾ ਰਿਹਾ, ਇਹਦੇ ਤੇ ਇਹਨਾਂ ਦਾ ਕੋਈ ਰਾਈਟ ਨਹੀਂ ਹੈ, ਰਾਈਪੇਰੀਅਨ ਨਹੀਂ ਹੈਗੇ, ਉਹਦੀ ਕੀਮਤ ਅਦਾ ਕਰੋ। ਪਰ ਦੂਸਰੇ ਪਾਸੇ ਕਿਉਂਕਿ ਇਹ ਮੂਰਖਾਂ ਦੇ ਟੋਲੇ ਨੂੰ ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਵੀ ਇੰਟਰਨੈਸ਼ਨਲ ਟ੍ਰੀਟੀਜ਼ ਕੀ ਹੁੰਦੀਆਂ ਨੇ, ਜਾਂ ਇਵੇਂ ਪਾਣੀ ਡਾਈਵਰਟ ਨਹੀਂ ਹੁੰਦਾ, ਉਹਦੇ ਐਨਵਾਇਰਨਮੈਂਟਲ ਹੈਜ਼ਰਡ ਕੀ ਹੋਣਗੇ। ਪਾਕਿਸਤਾਨ ਤਾਂ ਐਟ ਵਾਰ ਜਾਏਗਾ, ਪਾਣੀ ਤਾਂ ਲਾਈਫ ਲਾਈਨ ਹੈ ਉਹਦੀ। ਔਰ ਇਹ ਭਗਵੰਤ ਮਾਨ ਨੇ ਇਸ ਮੀਟਿੰਗ ਦੇ ਵਿੱਚ ਇਹ ਜਬਲੀ ਮਾਰੀ ਕਿ ਜੀ ਅਸੀਂ ਕਿਉਂਕਿ ਹੁਣ ਤੁਸੀਂ ਕਿਉਂਕਿ ਇੰਡਸ ਵਾਟਰ ਟ੍ਰੀਟੀ ਜਿਹੜੀ ਹੈ ਉਹਨੂੰ ਸਸਪੈਂਡ ਕਰ ਹੀ ਦਿੱਤਾ ਹੈ, ਤੇ ਹੁਣ ਤੁਸੀਂ ਇਵੇਂ ਕਰੋ ਕਿ ਜਿਹੜਾ ਚਨਾਹ ਦੇ ਵਿੱਚ
23 ਮਿਲੀਅਨ ਏਕੜ ਫੁੱਟ ਪਾਣੀ ਹੈ ਚਨਾਹ ਦਰਿਆ ਦਾ, ਉਹਨੂੰ ਡਾਈਵਰਟ ਕਰੋ। ਪੰਜਾਬ ਦਾ ਰਣਜੀਤ ਸਾਗਰ ਡੈਮ ਹੈ ਔਰ ਦੂਸਰੇ ਡੈਮ ਨੇ, ਉਹਨਾਂ ਦੇ ਵਿੱਚ ਲਿਆਓ। ਉਹਦੇ 'ਚੋਂ ਅਸੀਂ ਹਰਿਆਣੇ ਨੂੰ ਵੀ ਦਿਆਂਗੇ, ਰਾਜਸਥਾਨ ਨੂੰ ਵੀ ਦਿਆਂਗੇ, ਮੱਧ ਪ੍ਰਦੇਸ਼ ਨੂੰ ਵੀ ਦਿਆਂਗੇ। ਔਰ ਬੱਲੇ ਬੱਲੇ ਕਰਾਤੀ ਜੀ ਉਹਨੇ, ਜੀ ਭਗਵੰਤ ਮਾਨ ਨੇ ਕਿਹਾ ਵੀ ਬਸ ਹੁਣ TT ਸਸਪੈਂਡ ਹੈ। ਇਹ ਇਵੇਂ ਹੀ ਹੈ ਜਿਵੇਂ ਇਹ ਹੈ ਵੀ ਖਡਾਉਣਾ ਚੁੱਕ ਕੇ ਇੱਥੋਂ ਉੱਥੇ ਰੱਖ ਦਿਓ, ਇਸ ਦੇ ਕੌਨਸੀਕੁਐਂਸਿਸ। ਔਰ ਦਿੱਲੀ ਦੇ ਜਿਹੜਾ ਮਿਨਿਸਟਰ ਹੈ ਉਹਨੇ ਵੀ ਕਿਹਾ ਦਾ ਸੈਂਟਰ ਟੁੱਕ ਨੋਟ ਆਫ ਮਾਨਸ ਪ੍ਰਪੋਜ਼ਲ and scheduled a follow-up meeting on August 5th to take call on the issue which will be conveyed to Supreme Court। ਕਿਉਂਕਿ ਸੁਪਰੀਮ ਕੋਰਟ ਕਹਿ ਰਿਹਾ ਵੀ ਬਣਾਓ SYL ਕੈਨਾਲ ਨੂੰ, ਮਾਨ ਕਹਿ ਰਿਹਾ ਹੈ ਚਨਾਹ ਦਾ ਪਾਣੀ ਹੈਗਾ ਹੀ ਹੈ, ਉਹਨੂੰ ਤੁਸੀਂ ਲਿਆਓ ਇੱਧਰ, ਇਹਨੂੰ ਅਸੀਂ ਰੱਜ ਕੇ ਅਸੀਂ ਮੱਧ ਪ੍ਰਦੇਸ਼ ਨੂੰ ਵੀ ਦੇ ਦਿਆਂਗੇ। ਹੁਣ ਇਸ ਮੂਰਖ ਦੇ ਪੁੱਤਰ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਇਹ ਉਹੀ ਗੱਲ। ਔਰ ਜਿਵੇਂ ਅਸੀਂ ਜਦੋਂ 47 ਦੌਰ ਦੀ ਗੱਲ ਕਰਦੇ ਹਾਂ, ਪਾਕਿਸਤਾਨ ਬਣ ਰਿਹਾ ਸੀ, ਅੰਗਰੇਜ਼ ਦੇ ਰਹੇ ਸੀ, ਸਿੱਖਾਂ ਨੂੰ ਵੀ ਉਹਨਾਂ ਦੀ ਆਫਰ ਸੀ, ਤੇ ਸਾਨੂੰ ਉਹਨਾਂ ਨੇ ਖੜੇ ਕਰ ਦਿੱਤਾ ਮਾਸਟਰ ਤਾਰਾ ਸਿੰਘ ਔਰ ਦੂਸਰਿਆਂ ਨੂੰ ਕਿ ਜੀ ਅਸੀਂ ਪਾਕਿਸਤਾਨ ਨਹੀਂ ਬਣਨ ਦੇਣਾ। ਹੁਣ ਹਾਲਾਤ ਇਹ ਨੇ ਵੀ ਨਾ ਉਹ ਸਸਪੈਂਡ ਕਰ ਸਕਦੇ ਨੇ, ਨਾ ਉਹ ਜਿਹੜਾ ਪਾਣੀ ਕੋਈ ਡਾਇਵਰਟ ਕਰਨ ਦੀ ਹਿੰਮਤ ਹੈ। ਇਹ ਤਾਂ ਜਿਹੜੀ ਹੈ ਨਿਊਕਲੀਅਰ ਜੰਗ ਹੋਏਗੀ। ਪਰ ਇਹ ਮੂਰਖ ਬੰਦਾ ਜਿਹਦੇ ਸਿਰ ਤੇ ਜਾਲੀ ਪੱਗ ਬੰਨਣ ਲਈ ਰੋਜ਼ ਬੰਦਾ, ਇਹਦੇ ਸਿਰ ਤੇ ਵਾਲ ਵੀ ਨਹੀਂ ਨੇ, ਕਾਮਰੇਡ ਦਾ ਮੁੰਡਾ ਹੈ ਔਰ ਬਦਮਾਸ਼ ਸ਼ਰਾਬੀ ਕਿਸਮ ਦਾ, ਇਸ ਦਾ ਬਦ ਇਖਲਾਕ ਬਦ ਕਿਰਦਾਰ ਆਦਮੀ ਹੈ। ਪਰ ਹੁਣ ਇਸ ਮੁੱਦੇ ਦੇ ਉੱਤੇ ਜੇ ਤੁਸੀਂ ਦੇਖੋ ਕਿ ਕੋਈ ਇਸ ਪੱਗ ਵਾਲੇ ਨੂੰ ਇਹ ਕਹੇ ਜੀ ਇਹ ਐਡਵੋਕੇਸੀ ਕਰ ਰਿਹਾ ਹੈ ਵੀ ਪਾਕਿਸਤਾਨ ਦਾ ਪਾਣੀ ਬਿਲਕੁਲ ਰੋਕ ਦਿਓ ਔਰ ਚਨਾਹ ਦਾ ਪਾਣੀ ਹੋਏ, ਤੇ ਇਹ ਉਹੀ ਸਿਚੁਏਸ਼ਨ ਹੈ ਜਿਹੜੀ ਜਿਸ ਕਿਸਮ ਦੀ ਸਿਚੁਏਸ਼ਨ ਉਸ ਪੀਰੀਅਡ 'ਚ ਪੱਗ ਵਾਲੇ ਨੂੰ ਅੱਗੇ ਕਰਕੇ ਇਹਨਾਂ ਨੇ ਕੀਤੀ। ਔਰ ਜੇ ਸੈਂਟਰ ਕਹਿ ਰਿਹਾ ਜੀ ਦੇਖੋ ਇਸ ਦਲੀਲ 'ਚ ਵਜਨ ਹੈ, ਅਸੀਂ ਸੁਪਰੀਮ ਕੋਰਟ ਨੂੰ ਇਹ ਕਹਾਂਗੇ ਕਿ ਜੇ ਅਸੀਂ ਚਨਾਹ ਦਾ ਪਾਣੀ ਡਾਈਵਰਟ ਕਰਨਾ, ਇਸ ਤੋਂ ਵੱਧ ਕੇ ਹੋਰ ਵੱਡੀ ਬੇਈਮਾਨੀ ਕੀ ਹੋ ਸਕਦੀ। ਜੀ ਰਾਜ ਸਾਹਿਬ ਬਿਲਕੁਲ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਪਿਛਲੇ 77 ਸਾਲਾਂ ਵਿੱਚ ਜੋ ਹਾਲ ਹੋਇਆ ਹੈ ਇਸ ਦੀ ਪੇਸ਼ੀਨਗੋਈ ਸਰ ਵਿੰਸਟਨ ਚਰਚਿਲ ਨੇ ਪਹਿਲਾਂ ਹੀ ਕਰ ਦਿੱਤੀ ਸੀ। ਸੋ ਬ੍ਰਿਟਿਸ਼ ਪਾਰਲੀਮੈਂਟ ਵਿੱਚ ਬੋਲਦਿਆਂ ਉਹਨਾਂ ਕਿਹਾ ਸੀ ਕਿ ਭਾਰਤੀ ਲੀਡਰ ਕੱਖੋਂ ਹੋਲੇ ਹਨ, ਜ਼ੁਬਾਨ ਦੇ ਮਿੱਠੇ ਪਰ ਦਿਲੋਂ ਪੱਕੇ ਬੇਈਮਾਨ ਹਨ। ਅੱਜ ਇਹ ਸਭ ਕੁਝ ਸਾਡੇ ਸਾਰਿਆਂ ਦੇ ਸਾਹਮਣੇ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਰ ਵਿੰਸਟਨ ਚਰਚਿਲ ਇੱਕ ਬਹੁਤ ਕਾਬਲ ਲੀਡਰ ਜਿਹਨੇ ਸੈਕੰਡ ਵਰਲਡ ਵਾਰ ਵੇਲੇ ਅਲਾਈਡ ਫੋਰਸਿਸ ਨੂੰ ਵਿਕਟਰੀ ਤੱਕ ਪਹੁੰਚਾਇਆ, ਬਹੁਤ ਜ਼ਬਰਦਸਤ ਮੈਨ ਆਫ ਲਿਟਰੇਚਰ। ਉਹਨਾਂ ਦੀ ਲਿਖੀ ਵਰਲਡ ਹਿਸਟਰੀ ਦੇ ਉੱਤੇ ਉਹਨਾਂ ਨੂੰ ਨੋਬਲ
ਲਿਟਰੇਚਰ ਦੇ ਉੱਤੇ ਜਿਹੜਾ ਨੋਬਲ ਪ੍ਰਾਈਜ਼ ਵੀ ਮਿਲਿਆ ਹੋਇਆ, ਸਿੱਖਾਂ ਦਾ ਵੀ ਐਡਮਾਇਰਰ, ਹਾਲਾਂ ਆਪਣੇ ਲੈਵਲ ਦੇ ਉੱਤੇ ਇੱਕ ਰੇਸਿਜ਼ਮ 'ਚ ਯਕੀਨ ਕਰਨ ਵਾਲਾ ਜਿਹੜਾ ਜੈਨੂਅਨਲੀ ਰੇਸਿਸਟ ਸੀ, ਲੇਕਿਨ ਜਿਸ ਅੰਦਰੂਨੀ ਅੰਦਾਜ਼ 'ਚੋਂ ਬ੍ਰਾਹਮਣ ਨੂੰ ਉਹਨਾਂ ਦੇ ਗਾਂਧੀ ਔਰ ਇਹ ਜਿਹੜਾ ਨਹਿਰੂ ਔਰ ਇਸ ਕਿਸਮ ਦੇ ਲੋਕ ਜਿਹੜੇ ਬੜੇ ਸੇਂਟਲੀ ਆਪਣੇ ਆਪ ਨੂੰ ਜਿਹੜੇ ਪ੍ਰੈਜ਼ੈਂਟ ਕਰਦੇ ਸੀ, ਪਰ ਇਹਨਾਂ ਦੀ ਹਕੀਕਤ ਕੀ ਹੈ ਔਰ ਕਿਵੇਂ ਉਹਨਾਂ ਦੇ ਲਈ ਮੈਨ ਆਫ ਸਟਾਕ, ਅੱਖੋਂ ਹੌਲੇ ਲੋਕ ਉਹਨਾਂ ਨੇ ਕਿਹਾ। ਔਰ ਜਦੋਂ ਸੈਕੰਡ ਵਰਲਡ ਵਾਰ ਨੂੰ ਲੀਡ ਕੀਤਾ, ਵਿਕਟਰੀ ਸੀ, ਲੇਕਿਨ ਉਸ ਤੋਂ ਬਾਅਦ ਜਦੋਂ ਇਲੈਕਸ਼ਨਸ ਹੋਈਆਂ UK 'ਚ, ਤੇ ਉਹਨਾਂ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਸੀ ਉਹ ਹਾਰ ਗਈ, ਆਪਣੀ ਸੀਟ ਤਾਂ ਉਹਨਾਂ ਨੇ ਜਿੱਤ ਲਈ, ਤੇ ਲੇਬਰ ਪਾਰਟੀ ਦੀ ਕਮਾਂਡ ਥੱਲੇ ਜਿਹੜੀ ਹੈ ਸਰਕਾਰ ਬਣੀ, ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਬਣਿਆ, ਔਰ ਉਦੋਂ ਹੀ ਫਰੀडम ਆਫ ਇੰਡੀਆ ਬਿੱਲ ਜਿਹੜਾ ਬਾਅਦ 'ਚ ਐਕਟ ਬਣਿਆ ਉਹਨੂੰ ਪੇਸ਼ ਕੀਤਾ ਗਿਆ। ਚਰਚਲ ਹੀ ਆ ਜਿਹਦੇ ਹਵਾਲੇ ਨਾਲ ਕਿਹਾ ਜਾਂਦਾ ਵੀ ਉਹਨੇ ਬਲਦੇਵ ਸਿੰਘ ਜਿਹੜਾ ਰਾਊਂਡ ਟੇਬਲ ਕਾਨਫਰੰਸ 'ਚ ਅਟੈਂਡ ਕਰਨ ਦੇ ਲਈ ਗਿਆ ਸੀ, ਉਹਨੂੰ ਇਹ ਸੁਨੇਹਾ ਭਿਜਵਾਇਆ, ਹਾਲਾਂਕਿ ਉਹ ਖੁਦ ਬਿਮਾਰ ਸੀ, ਚਰਚਲ ਹਸਪੀਟਲ 'ਚ ਸੀ, ਕਿ ਬਈ ਤੂੰ ਕੁਛ ਦਿਨ ਹੋਰ ਰੁਕ ਜਾ, ਨਹਿਰੂ ਨੂੰ ਜਾ ਲੈਣ ਦੇ, ਅਸੀਂ ਤੁਹਾਡੀ ਕੌਮ ਲਈ ਕੁਛ ਕਰ, ਜਿਹਨੂੰ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਕਿਹਾ ਕਿ ਵੀ ਅਸੀਂ ਤੁਹਾਡੀ ਕੌਮ ਲਈ ਕੁਛ ਕਰਨਾ ਚਾਹੁੰਦੇ ਹਾਂ, ਸੋ ਦੈਟ ਸਿੱਖਸ ਮੇ ਬੀ ਏਬਲ ਟੂ ਵਾਕ ਔਨ ਦਾ ਕਰੰਟ ਆਫ ਹਿਸਟਰੀ ਵਿਦ ਦਾ ਫੀਟ ਆਫ ਦੇਅਰ ਓਨ, ਕਿ ਉਹ ਵੀ ਇਤਿਹਾਸ ਦੇ ਪੰਨਿਆਂ ਦੇ ਉੱਤੇ ਆਪਣੇ ਪੈਰਾਂ ਦੇ ਨਾਲ, ਮੁਲਕ ਤੁਹਾਡੇ ਪੈਰ ਹੁੰਦੇ ਨੇ, ਮੁਲਕ ਤੋਂ ਬਿਨਾਂ ਅੱਜ ਸਾਡਾ ਕੀ ਹਾਲ ਹੈ, ਉਹ ਤੁਰ ਸਕਣ। ਪਰ ਉਹਨੇ ਆ ਕੇ ਬਲਦੇਵ ਸਿੰਘ ਨੇ ਇਹ ਗੱਲ ਨਹਿਰੂ ਨੂੰ ਦੱਸੀ, ਔਰ ਨਹਿਰੂ ਨੇ ਅਗਲੇ ਦਿਨ ਹੀ ਉਹਦੇ ਨਾਲ ਜੁਆਇੰਟ ਪ੍ਰੈਸ ਕਾਨਫਰੰਸ ਕਰਕੇ ਬਲਦੇਵ ਸਿੰਘ ਤੋਂ ਕਹਾਇਆ, ਅਸੀਂ ਅੰਗਰੇਜ਼ਾਂ ਤੋਂ ਕੁਛ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਵੀ ਇਹ ਮੁਲਕ ਛੱਡ ਜਾਣ, ਅਸੀਂ ਆਪਣੇ ਹਿੰਦੂ ਭਰਾਵਾਂ ਦੇ ਨਾਲ ਆਪ ਹੀ ਫੈਸਲਾ ਕਰ ਲਾਂਗੇ ਅਸੀਂ ਕੀ ਚਾਹੁੰਦੇ। ਸੋ ਇਹ ਹੈ ਜਿਹੜੀ ਦਾਸਤਾਨ ਆਫ ਮਿਸਡ ਓਪਰਚੁਨਿਟੀ ਦੀ। ਅੱਜ ਮੈਂ ਸੋਸ਼ਲ ਮੀਡੀਆ 'ਤੇ ਵਿੰਸਟਨ ਚਰਚਲ ਦੀ ਉਹ ਸਪੀਚ, ਜਦੋਂ ਕਿ ਉਹਨਾਂ ਨੇ ਵਿਰੋਧ ਕੀਤਾ ਸੀ ਫਰੀडम ਆਫ ਇੰਡੀਆ ਬਿੱਲ ਦਾ, ਵੀ ਇਹਨਾਂ ਦੇ ਹੱਥ ਪਾਵਰ ਨਾ ਦਿਓ, ਤੇ ਉਹਨਾਂ ਦੇ ਜਿਹੜੇ ਇੱਕ ਪੈਰਾਗ੍ਰਾਫ ਹੈ, ਮੈਂ ਉਹ ਜ਼ਰੂਰ ਉਹ ਸਪੀਚ ਦਾ ਦੁਹਰਾਉਣਾ ਚਾਹੁੰਦਾ ਕਿ ਅੱਜ ਕਿਉਂਕਿ 77 ਸਾਲ ਬਾਅਦ ਜਦੋਂ ਅਸੀਂ ਹਾਲ ਦੇਖ ਰਹੇ ਹਾਂ ਗਵਰਨੈਂਸ ਦਾ ਵੀ, ਲੋਕਾਂ ਦਾ ਕੀ ਹਾਲ ਹੈ, ਜ਼ੁਲਮਾਂ ਦੀ ਕੀ ਕਹਾਣੀ ਹੈ, ਕਿੰਨੀਆਂ ਨਸਲਕੁਸ਼ੀਆਂ ਹੋਈਆਂ ਨੇ, ਤੇ ਫਿਰ ਉਹ ਪੰਜਾਬੀ ਦਾ ਜਿਹੜਾ ਕਿ ਅੱਜ ਯਾਦ ਆਇਆ ਮੈਨੂੰ, ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ। ਤੁਸੀਂ ਦੇਖਦੇ ਹੋ ਵਿੰਸਟਨ ਚਰਚਲ ਨੇ ਕਿਹਾ, power will go to the hands of rascals, rogues, freebooters, ਬਦਮਾਸ਼ ਦੂਜੇ, ਇਹਨਾਂ ਦੇ ਹੱਥ ਤੂੰ ਮਿਸਟਰ ਐਟਲੀ ਪਾਵਰ ਦੇ ਰਹੇ। ਪਾਵਰ will go to the hands of rascals, rogues, freebooters. All Indian leaders will be of low caliber and men of straw. ਇਹ ਸਾਰੇ ਬਹੁਤ ਘਟੀਆ ਲੋਕ ਨੇ, ਕੱਖੋਂ ਹੌਲੇ, men of straw. They will have sweet tongues and silly hearts. ਇਹਨਾਂ ਦੀਆਂ ਜ਼ਬਾਨਾਂ ਬਹੁਤ ਮਿੱਠੀਆਂ ਨੇ, ਪਰ ਇਹ ਬੜੇ ਮੂਰਖਤਾ ਭਰੇ ਬੇਈਮਾਨੀ ਵਾਲੇ ਜਿਹੜੇ ਦਿਲਾਂ ਵਾਲੇ ਲੋਕ ਨੇ। They will fight amongst themselves for power. ਇਹ ਤਾਕਤ ਦੇ ਲਈ ਇੱਕ ਦੂਜੇ ਨਾਲ ਲੜਨਗੇ। And India will be lost in political squabbles. ਕਿ ਭਾਰਤ ਜਿਹੜਾ ਉਹ ਸਿਆਸੀ ਇਸ ਲੜਾਈ ਝਗੜੇ ਦਾ ਸ਼ਿਕਾਰ ਹੋਏਗਾ। ਇਹ ਡੇ ਵੁੱਡ ਕਮ when even air and water would be taxed in India, ਕਿ ਇੱਕ ਦਿਨ ਆਏਗਾ ਕਿ ਹਵਾ ਦੇ ਉੱਤੇ ਵੀ ਔਰ ਪਾਣੀ ਦੇ ਉੱਤੇ ਵੀ ਭਾਰਤ ਦੇ ਵਿੱਚ ਟੈਕਸ ਹੋਏਗਾ। ਪੰਜਾਬ ਦੀ ਤਾਂ ਇਹਨਾਂ ਨੇ ਹਵਾ ਵੀ ਗੰਦੀ ਕਰ ਦਿੱਤੀ, ਪਾਣੀ ਵੀ ਗੰਦਾ ਕਰ ਦਿੱਤਾ। ਇੱਕ ਲਾਈਨ ਜਿਹੜੀ ਇਹਦੇ 'ਚ ਮੈਂਸ਼ਨ ਨਹੀਂ ਹੈ, ਉਹਦੇ 'ਚ ਉਹਨਾਂ ਨੇ ਕਿਹਾ, and the blood of those millions of Indians will be on your head, Mr. Attlee. ਕਿ ਉਹ ਜਿਹੜੇ ਮਿਲੀਅਨਸ ਮਰਨਗੇ ਇਹਨਾਂ ਦੇ ਰਾਜ 'ਚ ਦੁਖੀ ਹੋ ਕੇ ਔਰ ਇਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ, ਉਹ ਖੂਨ ਤੇਰੇ ਮੱਥੇ ਤੇ ਲੱਗੇਗਾ, ਕਿਉਂਕਿ ਤੂੰ ਇਹਨਾਂ ਕੱਖੋਂ ਹੌਲੇ ਲੋਕਾਂ ਦੇ ਹਵਾਲੇ ਜਿਹੜਾ ਉਹ ਮੁਲਕ ਕਰ ਰਿਹਾ। ਸੋ ਅੱਜ 77 ਸਾਲ ਬਾਅਦ ਵਿੰਸਟਨ ਚਰਚਲ ਜਿਹੜਾ ਉਸ ਦੀ ਪੇਸ਼ੀਨਗੋਈ ਕਿੰਨੀ ਸੱਚ ਸਾਬਤ ਹੋ ਰਹੀ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ ਵੀ ਔਰ ਇਸ ਤਰ੍ਹਾਂ ਜਗਤਾਰ ਸਿੰਘ, ਗੋਲਡੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਫਿਰ ਗੋਲਡੀ ਜੀ ਸਾਨੂੰ ਦਿੱਲੀ ਤੋਂ ਦੇਖ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਔਰ ਸ਼ਿੰਦਾ ਸਿੰਘ ਖਾਲਿਸਤਾਨੀ ਜੀ, ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ, ਇਹ ਵੀ ਸਾਨੂੰ ਫਤਿਹ ਬੁਲਾਉਂਦੇ ਬੜੀ ਪਿਆਰ ਨਾਲ। ਔਰ ਹਰਮਨ ਪੰਨੂ ਜੀ ਵੀ, ਧਰਮ ਸਿੰਘ ਜੀ ਵੀ, ਮੁਹੰਮਦ ਜਾਕੂਬ ਜੀ ਵੀ, ਔਰ ਇਸੇ ਤਰ੍ਹਾਂ ਸੁਰਮੁਖ ਮੁਦਰਾ ਜੀ ਵੀ, ਔਰ ਬਿਲੇ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਖੁਸ਼ਪ੍ਰੀਤ ਕੌਰ ਜੀ ਵੀ, और फिर से मोहम्मद जाकूब जी के डॉक्टर साहब
आप भी जानते हैं कि मैं भी जानता हूं कि इंडिया भी अकेला नहीं लड़ा। हम सब जानते हैं कि इंडिया के साथ कौन खड़ा था। जी। और बिलाल अहमद जी भी कहते ने सानू अस्सलाम वालेकुम कहते ने दोनों नू वालेकुम सलाम। और कहते बहुत हैवी रेन हो रही है इस मॉर्निंग इस दफ़ा। और फिर इस तरह हाँ जी नरिंदर सिद्धू जी भी ਜ਼ਿਕਰ ਕਰ ਰਹੇ ਨੇ। हाँ जी लाहौर का जिक्र कर रहे हैं। और बिक्रमजीत सिंह जी भी सिंह गरचा जी भी जगतार सिंह गोल्डी जी भी। और ये कह रहे हैं कि दिल्ली में भी भेजो जी बारिश है उन्होंने कह रहे हैं बिलाल जी नू। और फिर इस तरह बिलाल अहमद जी कहते कुलदीप कौर जी भी और बिलाल अहमद जी कहते हैं कि डॉक्टर साहब इंडिया की गवर्नमेंट सिखों की 40,000 जी है ज़मीन है ਉਹ ਏਕੜ ਜਿਹੜੀ ਹੈ ਉਹ ਐਕਵਾਇਰ ਕਰਨ ਦੀ ਲਾਈਨ ਸੀ। ਪਰ ਮੇਰਾ ਖਿਆਲ ਹੈ ਜਿੰਨੀ ਆਪੋਜੀਸ਼ਨ ਪੰਜਾਬ 'ਚ ਹੋ ਰਹੀ ਹੈ ਇਹਨਾਂ ਨੂੰ ਇਹ ਫੈਸਲਾ ਵਾਪਸ ਲੈਣਾ ਪਏਗਾ ਜਾਂ ਆਲਰੇਡੀ ਉਸ ਵਾਪਸ ਲੈਣ ਵੱਲ ਦੇਖ ਰਹੇ ਨੇ। ਜੀ ਗੁਰਦੇਵ ਨੰਨੜ ਜੀ ਵੀ और जसकीरत सिंह जी भी और इस तरह जगतार सिंह जी भी। फिर इसी तरह अमरजीत सिंह निज्जर जी और फिर इस तरह बिलाल अहमद जी। अच्छा जी हाँ जी अब्दुल वाहिद जी कहते हैं कि इंडिया न्यू नेम Trojan horse and lies Brazilian economist had India Trojan horse and lies। ਕੱਲ ਅਸੀਂ ਪਹਿਲਾ ਸੈਗਮੈਂਟ ਹੀ ਸਾਰਾ ਸੀ ਵੀ ਉਹਨੇ ਬ੍ਰਾਜ਼ੀਲੀਅਨ ਪ੍ਰੋਫੈਸਰ ਪਾਵੈਲ ਉਹਨੇ ਕਿਹਾ ਕਿ ਬ੍ਰਿਕਸ ਦੇ ਵਿੱਚ ਇੰਡੀਆ ਜਿਹੜਾ ਉਹ ਟਰੋਜਨ ਹੋਰਸ है। बिल्कुल। फिर बिलाल अहमद जी कहते डॉक्टर साहब इंडस वाटर ट्रीटी अभी तक अपनी जगह पर कायम है। किसी के बाप भी पाकिस्तान का कहते कतरा भी जड़ा पानी है वो ले सके इन्होंने किया इस तरह। और फिर कहते ने कि अमन सिंह खालसा जी भी और इसी तरह राम सिंह जी भी मनजीत सिंह मिठारू जी भी। प्रथमे सरबत खालसा जी की अरदास है सरबत खालसा जी को वाहिगुरु 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 चितावे चितावन का सदका सर्व सुख होवे। जहाँ जहाँ खालसा जी साहिब तहाँ तहाँ रचिया रियायत देख देख फतेह पंथ की जीत। ਇਹ ਸਾਡਾ ਰੋਜ਼ਾਨਾ 2 ਵੇਲੇ ਦੀ ਅਰਦਾਸ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ। ਇਹ ਅਕਾਲ ਪੁਰਖ ਜਿੱਥੇ ਜਿੱਥੇ ਤੇਰਾ ਖਾਲਸਾ ਹੈ ਉਸ ਦੀ ਰੱਖਿਆ ਔਰ ਉਸ ਦੀ ਰਿਆਇਤ। ਖਾਲਸਾ ਜੀ ਕੇ ਬੋਲ ਬਾਲੇ ਅਲਟੀਮੇਟਲੀ ਇਸ ਦਾ ਰਿਜ਼ੋਲਵ ਹੈ। जी डॉक्टर साहब बहुत बहुत शुक्रिया। सो अपने व्यूज़ का बहुत बहुत शुक्रिया अदा करते हैं। उस तरह अपने व्यूज़ को लेने इजाजत। व्यूअर्स साढ़े प्रोग्राम का समय इत्थे मुकदा है। तुसीं अपनी राय ते सुझाव सानू भेजना भुलना साडे इस पते ते SOS@tvrefor.tv ते असीं अपना प्रोग्राम लैके फिर दोबारा तुहाडे सन्मुख होवांगे। तद तक लई मैनू ते अपना सुना गया दो। देखते रहो TV4 बुला दिओ फतेह। वाहिगुरू जी का खालसा वाहिगुरू जी की फतेह। रब राखा।